राधा हाँ जी। बाणी गुरु ग्रंथ साहिब जी महाराज, राग गौड़ी, पूर्वी महला पंजवा। राख पिता प्रभ मेरे, मोहि निर्गुण सब गुण तेरे। राख पिता प्रभ मेरे, मोहि निर्गुण सब गुण तेरे। ये बाणी पंजम पातशाह गुरु अर्जन देव जी महाराज जी की। जिस तरह पिछले सत्संग ਦੇ ਵਿੱਚ ਅਸੀਂ ਸਾਰਿਆਂ ਨੇ ਚੌਥੇ ਪਾਤਸ਼ਾਹ ਦੇ ਵਚਨ ਸੁਣੇ ਸੀ, ਇੱਕ ਬੇਨਤੀ ਅਰਦਾਸ ਆਪਣੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਰ ਰਹੇ ਸੀ। ਕਿਸੇ ਵੀ ਪੂਰਨ ਸੰਤ ਮਹਾਤਮਾ ਦੀ ਅਸੀਂ ਬਾਣੀ ਲੈ ਲਈਏ, ਉਹਦੇ ਵਿੱਚ ਸੰਤ ਸਾਨੂੰ ਜਾਚ ਦੱਸਦੇ ਨੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਉਹ ਦੁੱਖਾਂ ਤੋਂ ਬਚ ਸਕਦੇ ਹਾਂ, ਕਿਸ ਤਰੀਕੇ ਦੇ ਨਾਲ ਅਸੀਂ ਉਸ ਪ੍ਰਭੂ ਦੇ ਕੋਲੋਂ ਕਿਰਪਾ ਪ੍ਰਾਪਤ ਕਰ ਸਕਦੇ ਹਾਂ। ਕਿਉਂਕਿ ਹਮੇਸ਼ਾ ਹੀ ਨੀਵੇਂ ਬਣ ਕੇ, ਜਾਂ ਕਹਾਵਤ ਹੈ ਕਿ ਪੁੱਤ ਬਣ ਕੇ ਖਾਧਾ ਜਾਂਦਾ ਹੈ, ਪਿਓ ਬਣ ਕੇ ਨਹੀਂ। ਲੇਕਿਨ ਇਸ ਸੰਸਾਰ ਦੇ ਵਿੱਚ ਚੱਲਦਿਆਂ ਮਨ ਦੀਆਂ ਮੈਲਾਂ ਇੰਨੀਆਂ ਉੱਤੇ ਚੜ੍ਹ ਜਾਂਦੀਆਂ ਨੇ ਮਨ ਦੇ ਉੱਪਰ ਮਾਇਆ ਦੀਆਂ, ਕਿ ਇਹ ਆਪਣੇ ਆਪ ਨੂੰ ਕੁਛ ਦਾ ਕੁਛ ਸਮਝਣਾ ਸ਼ੁਰੂ ਕਰ ਦਿੰਦਾ ਹੈ। ਲੇਕਿਨ ਸਤਿਗੁਰ ਬੜੇ ਪਿਆਰ ਦੇ ਨਾਲ ਬੇਨਤੀ ਕਰ ਰਹੇ ਨੇ ਆਪਣੇ ਸਾਹਿਬ ਦੇ ਚਰਨਾਂ ਦੇ ਵਿੱਚ ਕਿ ਰਾਖ ਪਿਤਾ ਪ੍ਰਭ ਮੇਰੇ। ਕਿਉਂਕਿ ਬਾਹਰਲਾ ਤਾਂ ਕੋਈ ਰੱਖਦਾ ਹੀ ਨਹੀਂ। ਦੁਨੀਆ ਦੇ ਵਿੱਚ ਬੜੇ ਰਿਸ਼ਤੇ ਨਾਤੇ ਹੁੰਦੇ ਨੇ, ਪਰ ਜਿਹੜਾ ਪਿਓ ਦਾ ਨਾਤਾ ਹੈ, ਪਿਤਾ ਦਾ ਨਾਤਾ ਹੈ, ਉਹਦੇ ਵਰਗਾ ਤਾਂ ਹੋਰ ਕੋਈ ਨਾਤਾ ਨਹੀਂ। ਤੇ ਉਸ ਨਾਤੇ ਦੇ ਵਿੱਚ ਇੰਨਾ ਵਿਸ਼ਵਾਸ ਕਿ ਉਹਨਾਂ ਨੂੰ ਆਪਣਾ ਜਾਣ ਕੇ, ਆਪਣੇ ਆਪ ਨੂੰ ਉਹਨਾਂ ਦਾ ਬੱਚਾ ਜਾਣ ਕੇ, ਤੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰ ਰਹੇ ਨੇ ਕਿ ਸਤਿਗੁਰੂ ਜੀ ਦਇਆ ਕਰਕੇ ਤੁਸੀਂ ਮੇਰੀ ਬਾਂਹ ਪਕੜੋ, ਤੁਸੀਂ ਮੈਨੂੰ ਇਸ ਸੰਸਾਰ ਦੇ ਵਿੱਚ ਰੱਖ ਲਵੋ। ਕਿਉਂਕਿ ਜਦੋਂ ਮਾਣ ਆਏਗਾ ਸਾਨੂੰ ਪਤਾ ਚੱਲੇਗਾ, ਇੱਕ ਸੰਸਾਰੀ ਤੌਰ 'ਤੇ ਪਿਤਾ ਹੁੰਦਾ ਜਿਹਨੇ ਸਾਨੂੰ ਜਨਮ ਦਿੱਤਾ ਹੁੰਦਾ ਹੈ, ਤੇ ਉਹਦੇ ਉੱਤੇ ਵੀ ਬੱਚਾ ਮਾਣ ਕਰਦਾ ਹੈ, ਕਿਤੇ ਬਾਹਰ ਜਾਂਦਾ ਹੈ ਤੇ ਉਹਨੂੰ ਆਪਣੇ ਮਨ ਦੇ ਵਿੱਚ ਹੌਸਲਾ ਹੁੰਦਾ ਕਿ ਮੇਰਾ ਪਿਓ ਵੀ ਮੇਰੇ ਪਿੱਛੇ ਹੈਗਾ ਹੈ, ਕੋਈ ਹੋ ਜਾਏਗਾ ਤਾਂ ਮੈਨੂੰ ਛੁਡਾ ਲਏਗਾ, ਕੋਈ ਗਲਤੀ ਹੋ ਜਾਏਗੀ ਤੇ ਮੈਨੂੰ ਤਾਂ ਵੀ ਮੈਨੂੰ ਮਾਫ ਕਰ ਦੇਵੇਗਾ। ਪਰ ਇੱਕ ਉਹ ਆਤਮਿਕ ਤੌਰ 'ਤੇ ਉਹ ਪ੍ਰਭੂ ਜਿਹੜਾ ਹੈ, ਜਿਹਦੇ ਅਸੀਂ ਸਾਰੀਆਂ ਸੁਰਤਾਂ, ਜਿਹਦੇ ਆਤਮਾਵਾਂ ਜਿਹੜੀਆਂ ਨੇ ਉਸ ਪਰਮਾਤਮਾ ਤੋਂ ਵਿਛੜੀਆਂ, ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੋ ਰਹੀ ਹੈ ਕਿ ਰਾਖ ਪਿਤਾ ਪ੍ਰਭ ਮੇਰੇ। ਪਿਤਾ ਵੀ ਕਹਿ ਰਹੇ ਨੇ ਔਰ ਪ੍ਰਭੂ ਵੀ ਕਹਿ ਰਹੇ ਨੇ, ਕਿਉਂਕਿ ਸਾਡਾ ਨਾਤਾ ਨਹੀਂ ਉਹੋ ਜਿਹਾ ਬਣਦਾ ਗੁਰੂ ਨਾਲ। ਜੇ ਸਾਨੂੰ ਇੰਨਾ ਵਿਸ਼ਵਾਸ ਭਰੋਸਾ ਆ ਜਾਵੇ, ਇੰਨਾ ਮਾਣ ਆ ਜਾਵੇ, ਸੰਸਾਰੀ ਰਿਸ਼ਤਿਆਂ ਨਾਤਿਆਂ ਵਿੱਚ ਤੇ ਸਾਨੂੰ ਬਹੁਤ ਜ਼ਿਆਦਾ ਮਾਣ ਆਉਂਦਾ ਹੈ। ਲੇਕਿਨ ਜਿਹਨੂੰ ਅਸੀਂ ਅਸਲੀ ਰਿਸ਼ਤਾ ਕਹਿੰਦੇ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਗੁਰ, ਸਤਿਗੁਰ, ਪ੍ਰਭੂ, ਪਰਮੇਸ਼ਵਰ, ਗੋਡ, ਉਹਦੇ ਨਾਲ ਸਾਡਾ ਕਦੇ ਨਾਤਾ ਨਹੀਂ ਬਣਦਾ। ਜੇ ਉਹਦੇ ਨਾਲ ਸੱਚਾ ਨਾਤਾ ਬਣ ਜਾਵੇ, ਇੰਨਾ ਮਾਣ ਆ ਜਾਵੇ, ਤੇ ਕੋਈ ਚੀਜ਼ ਨਹੀਂ ਇੱਥੇ ਦੁਨੀਆ 'ਚ ਜਿਹੜੀ ਇਹਨੂੰ ਪ੍ਰਾਪਤ ਨਹੀਂ ਹੋ ਸਕਦੀ। ਤੇ ਪੰਜਮ ਪਾਤਸ਼ਾਹ ਆਪਣੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰ ਰਹੇ ਨੇ, ਰਾਖ ਪਿਤਾ ਪ੍ਰਭ ਮੇਰੇ। ਕਹਿੰਦੇ ਤੁਸੀਂ ਦਇਆ ਕਰਕੇ ਸਤਿਗੁਰੂ ਜੀ ਮੈਨੂੰ ਰੱਖ ਲਓ, ਕਿਉਂਕਿ ਮੇਰੇ ਦੇ ਵਿੱਚ ਕੋਈ ਗੁਣ ਨਹੀਂ ਹੈ, ਮੈਂ ਨਿਰਗੁਣ ਹਾਂ, ਸਾਰੇ ਹੀ ਗੁਣ ਤੁਹਾਡੇ ਕੋਲ ਨੇ। ਤੁਸੀਂ ਕਿਰਪਾ ਕਰੋਗੇ, ਤੁਸੀਂ ਦਇਆ ਕਰੋਗੇ, ਫਿਰ ਹੀ ਮੈਂ ਇਸ ਦੁਨੀਆ 'ਚ ਆ ਕੇ ਕਾਮਯਾਬ ਹੋ ਸਕਦਾ। ਜਿਸ ਕੰਮ ਵਾਸਤੇ ਮੈਂ ਆਇਆ, ਜਿਹੜਾ ਕੰਮ ਮੈਨੂੰ ਮਿਲਿਆ ਹੈ,
ਉਹ ਤੁਹਾਡੀ ਕਿਰਪਾ ਤੋਂ ਬਗੈਰ ਨਹੀਂ ਹੋ ਸਕਦਾ। ਜਦੋਂ ਬੱਚੇ ਨੂੰ ਇੰਨਾ ਮਾਣ ਹੋ ਜਾਂਦਾ ਹੈ ਪਿਤਾ ਤੇ, ਔਰ ਆਪਣੇ ਆਪ ਨੂੰ ਬੱਚਾ ਵੀ ਸਮਝਦਾ ਹੈ ਕਿ ਠੀਕ ਹੈ ਜੀ ਮੈਂ ਬੱਚਾ ਹੀ ਹਾਂ, ਤੇ ਫਿਰ ਇਹਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਦੁੱਖ ਨਹੀਂ, ਕੋਈ ਕਿਸੇ ਤਰ੍ਹਾਂ ਦੀ ਇਹਨੂੰ ਕੋਈ ਚਿੰਤਾ ਨਹੀਂ ਹੈ। ਦੁੱਖ ਜਾਂ ਚਿੰਤਾ ਹੁੰਦੀ ਹੀ ਉਦੋਂ ਆ ਜਦੋਂ ਇਹ ਖੁਦ ਪਿਓ ਬਣ ਜਾਂਦਾ ਹੈ, ਜਦੋਂ ਇਹ ਕਹਿੰਦਾ ਹੈ ਕਿ ਨਹੀਂ ਮੈਂ ਤਾਂ ਸਭ ਕੁਝ ਜਾਣਦਾ, ਮੈਨੂੰ ਤਾਂ ਸਭ ਕੁਝ ਪਤਾ ਹੈ। ਜਿਸ ਤਰ੍ਹਾਂ ਇੱਕ ਵਾਰ ਦੱਸਿਆ ਸੀ ਕਿ ਇੱਕ ਇਸੇ ਤਰ੍ਹਾਂ ਪਿਤਾ ਸੀ ਕਿਸੇ ਰਾਜ ਦੇ ਵਿੱਚ, ਕੋਈ ਉਹਦੇ ਕੋਲੋਂ ਕੋਈ ਜਿਸ ਤਰ੍ਹਾਂ ਵੀ ਰਾਜੇ ਨੇ ਉਹਨੂੰ ਇੱਕ ਪਹਾੜੀ ਦੇ ਉੱਤੇ ਕੈਦ ਕਰ ਦਿੱਤਾ, ਉਹਦੇ ਨਾਲ ਇੱਕ ਉਹਦਾ ਬੱਚਾ ਵੀ ਸੀ, ਦੋਨਾਂ ਨੂੰ ਹੀ ਘਰ ਦੇ ਵਿੱਚ ਦੋਨਾਂ ਨੂੰ ਉਸੇ ਪਹਾੜੀ ਤੇ ਚਾਰੇ ਪਾਸੇ ਸਮੁੰਦਰ ਸੀ, ਵਿੱਚ ਇੱਕ ਜਿਹੜਾ ਟਾਪੂ ਸੀ ਉਹਦੇ ਉੱਤੇ ਕੈਦ ਕਰ ਦਿੱਤਾ ਕਿ ਕਿਤੇ ਭੱਜ ਨਾ ਸਕਣ। ਹੁਣ ਉਹ ਪਿਤਾ ਜਿਹੜਾ ਸੀ ਉਹ ਜਾਣਦਾ ਸੀ ਉਹ ਕਲਾ ਨੂੰ, ਉਹਦੇ ਕੋਲ ਸ਼ਕਤੀ ਸੀ, ਉਹ ਉੱਡ ਕੇ ਜਿੱਥੇ ਮਰਜ਼ੀ ਜਾ ਸਕਦਾ ਸੀ, ਲੇਕਿਨ ਬੱਚੇ ਕੋਲ ਉਹ ਚੀਜ਼ ਨਹੀਂ ਸੀ ਹੈਗੀ। ਹੁਣ ਪਿਤਾ ਨੇ ਉਹਨੂੰ ਆਇਆ ਤੇ ਪਿਤਾ ਛਡਾਉਣ ਵਾਸਤੇ ਉਹਨੂੰ ਦੱਸਣ ਲੱਗਾ ਕਿ ਬਈ ਇਸ ਤਰੀਕੇ ਦੇ ਨਾਲ ਆਪਾਂ ਨਿਕਲ ਸਕਦੇ ਹਾਂ ਇੱਥੋਂ, ਨਹੀਂ ਤਾਂ ਸਾਰੀ ਉਮਰ ਇੱਥੇ ਬੈਠੇ ਰਵਾਂਗੇ ਟਾਪੂ ਤੇ, ਸਾਰੇ ਪਾਸੇ ਸਮੁੰਦਰ ਹੈ ਤੇ ਸਾਰੀ ਉਮਰ ਸਾਡੀ ਇੱਥੇ ਹੀ ਗੁਜ਼ਰ ਜਾਣੀ ਹੈ ਤੇ ਆਪਾਂ ਆਪਣੇ ਘਰ ਨਹੀਂ ਪਹੁੰਚ ਸਕਦੇ। ਜੇ ਆਪਣੇ ਘਰ ਜਾਣਾ ਹੈ ਤਾਂ ਸਾਨੂੰ ਕੋਸ਼ਿਸ਼ ਕਰਨੀ ਪਏਗੀ ਕੋਈ। ਉਹ ਕਹਿੰਦੇ ਕਿ ਪਿਤਾ ਨੇ ਉਹਨੂੰ ਹੌਸਲਾ ਦਿੱਤਾ ਕਿ ਕੋਈ ਗੱਲ ਨਹੀਂ, ਤੂੰ ਘਬਰਾ ਨਾ, ਆਪਾਂ ਕਰ ਲਵਾਂਗੇ, ਪਰ ਜਿਸ ਤਰ੍ਹਾਂ ਮੈਂ ਕਹਾਂਗਾ ਉਸ ਤਰ੍ਹਾਂ ਤੂੰ ਕਰਨਾ ਹੈ। ਇੱਕ ਸਮਝਾਉਣ ਵਾਸਤੇ ਸਾਡੇ ਮਨ ਨੂੰ ਉਹ ਦੱਸਦੇ ਆ ਕਿ ਉਹਨਾਂ ਨੇ ਉੱਥੇ ਟਾਪੂ ਦੇ ਉੱਤੇ ਜਿਹੜਾ ਜੰਗਲ ਸੀ, ਜਿਹੜਾ ਉਹਦੇ ਵਿੱਚੋਂ ਹੀ ਕੋਈ ਐਸੇ ਜਾਨਵਰਾਂ ਦੇ ਕੋਈ ਖੰਭ ਕੋਈ ਫੜ ਲਏ, ਕੁਝ ਹੋਰ ਚੀਜ਼ਾਂ ਐਸੀ ਗੂੰਦ ਵਗੈਰਾ ਜਿਹੀ ਲੈ ਕੇ, ਜਿਹੜੀ ਦਰਖਤਾਂ ਨੂੰ ਹੁੰਦੀ ਜਿਸ ਤਰ੍ਹਾਂ, ਤੇ ਉਸ ਕਹਿੰਦੇ ਆ ਕਿ ਬੱਚੇ ਨੂੰ ਉਹ ਕਰ ਦਿੱਤਾ, ਇੱਕ ਬਣਾ ਦਿੱਤਾ ਇਸ ਤਰ੍ਹਾਂ ਦਾ ਕਿ ਜਿਹਦੇ ਨਾਲ ਉੱਡ ਸਕੇ। ਉਹਨੂੰ ਕਹਿਣ ਲੱਗਾ ਕਿ ਉੱਚੀ ਪਹਾੜੀ ਤੇ ਇਸ ਤਰ੍ਹਾਂ ਕਰਕੇ ਪਹਿਲਾਂ ਚੜ੍ਹਨਾ ਹੈ, ਜ਼ੋਰ ਲਾਉਣਾ ਹੈ, ਉੱਪਰ ਜਾਣਾ ਪੈਣਾ ਸਾਨੂੰ, ਉੱਪਰ ਜਾ ਕੇ ਤੇ ਇੱਥੋਂ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਕਰਾਂਗਾ ਉਸੇ ਤਰ੍ਹਾਂ ਤੂੰ ਮੇਰੇ ਪਿੱਛੇ ਪਿੱਛੇ ਕਰਨਾ ਹੈ ਤੇ ਆਪਾਂ ਉੱਡ ਕੇ ਇਹ ਸਮੁੰਦਰ ਪਾਰ ਕਰ ਜਾਣਾ। ਉਹ ਬੱਚਾ ਕਹਿਣ ਲੱਗਾ ਕਿ ਠੀਕ ਹੈ ਪਿਤਾ ਜੀ, ਜਿਸ ਤਰ੍ਹਾਂ ਤੁਸੀਂ ਕਹੋਗੇ ਮੈਂ ਉਸ ਤਰ੍ਹਾਂ ਹੀ ਕਰਾਂਗਾ। ਉਹਨੂੰ ਫਿਰ ਸਮਝਾਇਆ, ਕਹਿੰਦਾ ਦੇਖ ਤੂੰ ਮੇਰੇ ਪਿੱਛੇ ਪਿੱਛੇ ਰਹਿਣਾ ਹੈ, ਜਿਹੜੀ ਉਚਾਈ ਤੇ ਮੈਂ ਉੱਡਾਂਗਾ ਉਹਦੇ ਉੱਤੇ ਹੀ ਰਹਿਣਾ ਹੈ, ਤੇ ਉਸੇ ਚੀਜ਼ ਨਾਲ ਤੂੰ ਮੇਰੇ ਤੋਂ ਉੱਪਰ ਜਾਣ ਦੀ ਕੋਸ਼ਿਸ਼ ਨਹੀਂ ਕਰਨੀ, ਮੇਰੇ ਤੋਂ ਥੱਲੇ ਜਾਣ ਦੀ ਕੋਸ਼ਿਸ਼ ਨਹੀਂ ਕਰਨੀ, ਜਿੱਥੇ ਜਿੱਥੇ ਮੈਂ ਜਾਵਾਂਗਾ ਮੇਰੇ ਪਿੱਛੇ ਪਿੱਛੇ ਆਉਣਾ ਹੈ। ਬੱਚਾ ਕਹਿਣ ਲੱਗਾ, ਕਿਉਂਕਿ ਅਜੇ ਅਣਜਾਣ ਸਮਝਦਾ ਸੀ, ਅਜੇ ਬੱਚਾ ਸੀ ਆਪਣੇ ਆਪ 'ਚ, ਕਹਿਣ ਲੱਗਾ ਜਿੱਦਾਂ ਕਹੋਗੇ ਮੈਂ ਉਸ ਤਰ੍ਹਾਂ ਹੀ ਕਰਾਂਗਾ। ਜਦੋਂ ਪਹਾੜੀ ਤੋਂ ਛਾਲ ਮਾਰ ਕੇ ਇਸ ਤਰ੍ਹਾਂ ਕਰਕੇ ਉੱਡਣਾ ਸ਼ੁਰੂ ਕੀਤਾ ਜਦੋਂ, ਤੇ ਬੱਚਾ ਉਹਦੇ ਪਿੱਛੇ ਪਿੱਛੇ ਜਿਸ ਤਰ੍ਹਾਂ ਉਹ ਹੱਥ ਮਾਰਦੇ ਜਾ ਰਹੇ ਸੀ ਅੱਗੇ, ਉਸੇ ਤਰ੍ਹਾਂ ਹੀ ਉਹ ਵੀ ਕਰਦਾ ਕਰਦਾ ਚੱਲ ਗਿਆ ਪਿੱਛੇ। ਪਹਿਲਾਂ ਡਰ ਲੱਗ ਰਿਹਾ ਸੀ, ਪਰ ਜਿੰਨੀ ਦੇਰ ਡਰ ਰਿਹਾ ਸੀ ਉਨੀ ਦੇਰ ਉਸ ਡਰ ਦੇ ਵਿੱਚ ਪੂਰੀ ਉਹਨਾਂ ਦੀ ਉਸੇ ਤਰ੍ਹਾਂ ਨਕਲ ਕਰਕੇ ਉਹਨਾਂ ਦੇ ਮਗਰ ਮਗਰ ਉੱਡਦਾ ਜਾ ਰਿਹਾ ਸੀ। ਜਦੋਂ ਦੇਖਿਆ ਕਿ ਕਿਲੋਮੀਟਰ 2 ਕਿਲੋਮੀਟਰ 3 ਕਿਲੋਮੀਟਰ ਮੈਂ ਅੱਗੇ ਆ ਗਿਆ ਕਿ ਸਮੁੰਦਰ ਦੇ ਉੱਤੇ ਮੈਨੂੰ ਤੇ ਉੱਡਣਾ ਆ ਗਿਆ ਹੈ, ਤੇ ਮਨ ਦੇ ਵਿੱਚ ਬੜਾ ਖੁਸ਼ ਹੋਣਾ ਸ਼ੁਰੂ ਹੋਇਆ, ਔਰ ਉਹੀ ਜਿਹੜਾ ਮਾਣ ਸੀ ਉਹ ਹੌਲੀ ਹੌਲੀ ਹੰਕਾਰ ਦੇ ਵਿੱਚ ਕਿ ਲੈ ਜੀ ਹੁਣ ਤੇ ਮੈਂ ਦੇਖੋ ਜੀ ਉੱਡਣਾ ਜਾਣਦਾ ਹੈ। ਬੜੇ ਮਾਣ ਦੇ ਨਾਲ ਉਡਾਰੀਆਂ ਮਾਰਨ ਲੱਗਾ। ਉਹ ਜਿਹੜਾ ਪਿਤਾ ਦਾ ਜਿਹੜਾ ਸੀ ਉਹਨਾਂ ਨੇ ਵਚਨ ਕੀਤਾ ਸੀ ਉਹਨੂੰ ਭੁੱਲ ਗਿਆ। ਹੁਣ ਉਸੇ ਹੰਕਾਰ ਦੇ ਵਿੱਚ ਹੀ, ਕਿਉਂਕਿ ਬੜਾ ਆਪਣੇ ਆਪ ਤੇ ਹੋ ਗਿਆ ਕਿ ਨਹੀਂ ਮੈਨੂੰ ਤਾਂ ਸਭ ਕੁਝ ਪਤਾ ਹੈ, ਕਦੀ ਉੱਪਰ ਕਦੀ ਥੱਲੇ ਜਾਣਾ ਸ਼ੁਰੂ ਕਰ ਦਿੱਤਾ ਉਹਨੇ। ਪਿਤਾ ਨੇ ਫਿਰ ਆਵਾਜ਼ ਦਿੱਤੀ ਪਿੱਛੇ ਕਿ ਬੇਟੇ ਆ ਰਿਹਾ ਨਾ ਪਿੱਛੇ ਪਿੱਛੇ ਮੇਰੇ? ਹਾਂਜੀ ਹਾਂਜੀ ਪਿਤਾ ਜੀ ਮੈਂ ਪਿੱਛੇ ਹੀ ਹਾਂ ਤੁਹਾਡੇ। ਕਹਿਣ ਲੱਗਾ ਬਈ ਧਿਆਨ ਨਾਲ ਜਿਸ ਤਰ੍ਹਾਂ ਮੈਂ ਕਿਹਾ ਉਹਨੂੰ ਉਸੇ ਤਰ੍ਹਾਂ ਹੀ ਕਰਨਾ ਹੈ। ਕਹਿੰਦਾ ਹਾਂ ਬਈ ਇਸੇ ਤਰ੍ਹਾਂ ਹੀ। ਹੁਣ ਪਿਤਾ ਨੇ ਸਾਰਾ ਸਮਝਾਇਆ ਸੀ, ਪਰ ਉਹਨੂੰ ਉਹਨਾਂ ਦੇ ਵਚਨਾਂ ਤੇ ਵਿਸ਼ਵਾਸ ਨਹੀਂ ਸੀ, ਇਸ ਕਰਕੇ ਉਹ ਆਪਣੇ ਹਿਸਾਬ ਦੇ ਨਾਲ ਹੀ ਕਰਨਾ ਸ਼ੁਰੂ ਕਰ ਦਿੱਤਾ ਉਹਨੇ। ਪਿਤਾ ਨੇ ਉਹਨੂੰ ਸਮਝਾਇਆ ਸੀ ਕਿ ਦੇਖ ਜੇ ਉੱਪਰ ਜਾਏਗਾ ਤੇ ਉੱਪਰ ਗਰਮੀ ਵੱਧ ਜਾਣੀ ਹੈ, ਧੁੱਪ ਬਹੁਤ ਹੈ, ਤੇ ਉੱਪਰ ਉਹ ਗਰਮੀ ਦੇ ਨਾਲ ਜਿਹੜੇ ਤੇਰੇ ਗੂੰਦ ਜਿਹੜੀ ਲਗਾਈ ਹੈ ਉਹ ਪਿਘਲਣੀ ਸ਼ੁਰੂ ਹੋ ਜਾਣੀ ਹੈ, ਤੇ ਪਰ ਜਿਹੜੇ ਨੇ ਝੜ ਜਾਣੇ ਨੇ ਤੇਰੇ। ਜੇ ਤੂੰ ਥੱਲੇ ਗਿਆ ਤੇ ਲਹਿਰਾਂ ਬਹੁਤ ਉੱਪਰ ਨੂੰ ਆਉਂਦੀਆਂ ਨੇ, ਉਹਦੇ 'ਚ ਖੰਭ ਗਿੱਲੇ ਹੋ ਗਏ ਤੇ ਤਾਂ ਵੀ ਡਿੱਗ ਪੈਣਾ, ਤੇ ਤੂੰ ਬਸ ਮੇਰੇ ਮਗਰ ਮਗਰ ਰਹਿਣਾ।
ਪਰ ਉਹਨੂੰ ਜਦੋਂ ਇਹ ਚੀਜ਼ਾਂ ਭੁੱਲ ਗਿਆ, ਉਹ ਕਹਿਣ ਲੱਗਾ ਕਿ ਸ਼ਾਇਦ ਪਿਤਾ ਕਮਜ਼ੋਰ ਹੈ, ਬੁੱਢਾ ਹੋ ਗਿਆ ਹੈ, ਬਜ਼ੁਰਗ ਹੈ, ਇਹਦੇ 'ਚ ਇੰਨਾ ਜ਼ੋਰ ਨਹੀਂ ਉੱਪਰ ਜਾਣ ਜੋਗਾ, ਅਤੇ ਇਸ ਕਰਕੇ ਮੈਨੂੰ ਮਤਲਬ ਕਰਦਾ ਪਿਆ ਕਿ ਕਿਤੇ ਮੈਂ ਇਹ ਤੋਂ ਅੱਗੇ ਨਾ ਨਿਕਲ ਜਾਵਾਂ। ਸ਼ਾਇਦ ਇਸ ਕਰਕੇ ਮੈਨੂੰ ਇਹ ਇਸ ਤਰ੍ਹਾਂ ਕਹਿ ਰਿਹਾ। ਔਰ ਕਰਦਿਆਂ ਕਰਦਿਆਂ ਉਸਨੇ ਉਡਾਰੀ ਉੱਪਰ ਭਰਨੀ ਸ਼ੁਰੂ ਕਰ ਦਿੱਤੀ। ਜਦੋਂ ਉੱਪਰ ਗਿਆ ਤੇ ਉਹੀ ਚੀਜ਼ ਹੋਈ, ਗਰਮੀ ਉੱਪਰ ਵਧੀ ਤੇ ਉਹ ਜਿਹੜੇ ਖੰਭ ਸੀ ਉਹ ਇੱਕ ਇੱਕ ਕਰਕੇ ਨਿਕਲਣੇ ਸ਼ੁਰੂ ਹੋ ਗਏ ਤੇ ਕਰਦਿਆਂ ਕਰਦਿਆਂ ਉਹ ਥੱਲੇ ਆ ਪਿਆ ਸਮੁੰਦਰ ਦੇ ਵਿੱਚ। ਦੋਨਾਂ ਚੀਜ਼ਾਂ ਹੀ ਜਿਹੜੀਆਂ ਉਹਦੇ ਨਾਲ ਵਾਪਰ ਗਈਆਂ। ਹੁਣ ਉਹ ਕਾਹਦੇ ਕਰਕੇ ਉਹ ਡੁੱਬਾ? ਉਹ ਇਸ ਕਰਕੇ ਨਹੀਂ ਡੁੱਬਾ ਕਿ ਉਹਨੂੰ ਉਹਦੇ ਪਿਓ ਨੇ ਕੁਝ ਦੱਸਿਆ ਨਹੀਂ ਸੀ। ਜਿਹੜੀ ਉਹਨੂੰ ਚੀਜ਼ ਦੱਸੀ ਸੀ, ਜੋ ਉਹਦੇ ਵਿੱਚ ਰਹਿੰਦਾ ਵਚਨ ਦੇ ਵਿੱਚ, ਤੇ ਉਹਨੂੰ ਕੋਈ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਸੀ ਹੋਣਾ, ਉਹਨੇ ਪਾਰ ਉਤਰ ਜਾਣਾ ਸੀ। ਪਰ ਉਹਦੀ ਜਿਹੜੀ ਆਪਣੀ ਜਿਹੜੀ ਬੁੱਧੀ ਸੀ ਉਹਨੂੰ ਡੁਬੋ ਗਈ। ਇਸੇ ਤਰ੍ਹਾਂ ਹੀ ਅਸੀਂ ਵੀ ਜਦੋਂ ਆਪਣੀ ਬੁੱਧ ਵਰਤਣਾ ਸ਼ੁਰੂ ਕਰ ਦਿੰਦੇ ਹਾਂ, ਸਤਿਗੁਰ ਤੇ ਸਾਨੂੰ ਦੱਸਦੇ ਨੇ, ਇੱਕ ਦਾਇਰਾ ਸਾਨੂੰ ਬਣਾ ਦਿੰਦੇ ਨੇ ਕਿ ਬਈ ਅਸੀਂ ਇਹਦੇ ਵਿੱਚ ਰਹਿਣਾ ਹੈ। ਜਦੋਂ ਦੱਸ ਦਿੰਦੇ ਨੇ ਕਿ ਅਸੀਂ ਇਹਦੇ ਵਿੱਚ ਰਹਿਣਾ ਹੈ, ਲੇਕਿਨ ਜਦੋਂ ਅਸੀਂ ਅੱਗੇ ਚੱਲਦੇ ਹਾਂ, ਸਾਨੂੰ ਆਪਣੇ ਅੰਦਰ ਸਾਨੂੰ ਲੱਗਦਾ ਹੈ ਕਿ ਸਾਨੂੰ ਬੜਾ ਗਿਆਨ ਹੋ ਗਿਆ ਹੈ, ਅਸੀਂ ਬੜੇ ਸਤਸੰਗ ਸੁਣ ਲਏ ਨੇ, ਅਸੀਂ ਬੜੀਆਂ ਕਿਤਾਬਾਂ ਪੜ੍ਹ ਲਈਆਂ ਨੇ, ਅਸੀਂ ਤਾਂ ਬੜੇ ਪੁਰਾਣੇ ਹੋ ਗਏ ਹਾਂ, ਹੁਣ ਸਾਨੂੰ ਕਿਹੜੀ ਚੀਜ਼ ਦੀ ਕੋਈ ਭੁੱਲ ਆ, ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਨਹੀਂ ਪਤਾ। ਤੇ ਫਿਰ ਸਾਡੇ ਕੋਲੋਂ ਗਲਤੀਆਂ ਹੋਣੀਆਂ ਸ਼ੁਰੂ ਹੁੰਦੀਆਂ ਨੇ। ਮੈਂ ਕੱਲ੍ਹ ਵੀ ਬੈਠੇ ਸੇਵਾਦਾਰਾਂ 'ਚ ਬੇਨਤੀ ਉਹ ਕਰ ਰਿਹਾ ਸੀ ਕਿ ਜਦੋਂ ਅਸੀਂ ਸੰਗਤ ਦੇ ਵਿੱਚ ਆਉਂਦੇ ਹਾਂ ਤਾਂ ਸਾਨੂੰ ਬੜੀ ਦਇਆ ਕਿਰਪਾ ਸ਼ੁਰੂ 'ਚ ਮਿਲਦੀ ਹੈ। ਕੋਈ ਵੀ ਸਿੱਖ ਆਪਣੇ ਅੰਦਰ ਝਾਤੀ ਮਾਰ ਕੇ ਦੇਖੇ ਕਿ ਜਦੋਂ ਸ਼ੁਰੂ ਨਵਾਂ ਆਇਆ, ਉਹਨੂੰ ਬੜਾ ਹੀ ਪਿਆਰ ਮਿਲਿਆ। ਉਹਨੂੰ ਲੱਗਦਾ ਸੀ ਕਿ ਬਈ ਸਾਰੀ ਦੁਨੀਆ ਦੀ ਦੌਲਤ ਉਹਨੂੰ ਮਿਲ ਗਈ, ਸਾਰਾ ਪਿਆਰ ਉਹਨੂੰ ਮਿਲ ਗਿਆ। ਜਦੋਂ ਅਸੀਂ ਨਾਮ ਲਿਆ, ਬਹੁਤ ਸੇਵਾਦਾਰ ਦੱਸਦੇ ਨੇ, ਸੰਗਤ ਦੱਸਦੀ ਕਿ ਪਹਿਲਾਂ ਜਿਹੜੇ ਕੁਝ ਮਹੀਨੇ, ਕੁਝ ਟਾਈਮ ਜਿਹੜਾ ਸੀ ਮੇਰਾ ਬਹੁਤ ਵਧੀਆ ਨਿਕਲਿਆ, ਬੜੀ ਰੂਟੀਨ ਬਣੀ ਸਿਮਰਨ ਭਜਨ ਦੀ, ਬਹੁਤ ਜ਼ਿਆਦਾ ਮਨ ਜੁੜਦਾ ਰਿਹਾ, ਸਤਿਗੁਰਾਂ ਦੇ ਦਰਸ਼ਨ ਹੁੰਦੇ ਰਹੇ। ਲੇਕਿਨ ਜਿਉਂ-ਜਿਉਂ ਟਾਈਮ ਹੁੰਦਾ ਗਿਆ, ਤਿਉਂ-ਤਿਉਂ ਇਹਦੇ ਮਨ ਦੇ ਉੱਤੇ ਉਹ ਮਲੀਨਤਾ ਜਿਹੜੀ ਚੜ੍ਹਦੀ ਗਈ, ਔਰ ਹੌਲੀ-ਹੌਲੀ ਉਸੇ ਹੀ ਭਾਰ ਦੇ ਨਾਲ ਇਹ ਥੱਲੇ ਆਉਣਾ ਸ਼ੁਰੂ ਹੋ ਗਿਆ। ਇਸ ਲਈ ਜ਼ਰੂਰੀ ਇਹ ਆ ਕਿ ਜਿੱਥੇ ਜਿੱਥੇ ਸਤਿਗੁਰ ਸਾਨੂੰ ਦੱਸਦੇ, ਗੁਰੂ ਮਹਾਰਾਜ ਨੇ ਫਰਮਾਉਣਾ ਕਿ ਬਈ ਬਚਨ ਤੋਂ ਥੋੜ੍ਹਾ ਵੀ ਬਾਹਰ ਨਹੀਂ, ਥੋੜ੍ਹਾ ਉਸ ਤੋਂ ਅੰਦਰ ਨਹੀਂ, ਜਿੱਥੇ ਜਿੱਥੇ ਕਿਹਾ ਹੈ। ਮੈਨੂੰ ਯਾਦ ਹੈ ਇੱਕ ਵਾਰੀ ਗੁਰੂ ਮਹਾਰਾਜ ਬਚਨ ਫਰਮਾਏ ਸਿਰਫ ਸਮਝਾਉਣ ਵਾਸਤੇ, ਇਹ ਨਹੀਂ ਕੋਈ ਗੰਢਿਆਂ ਦੀ ਜਾਂ ਕੋਈ ਆਲੂਆਂ ਦੀ ਗੱਲ ਹੋ ਰਹੀ ਸੀ। ਉਹ ਕਿਹਾ ਕਿ ਜਿਉਂ ਕੇਲੇ ਕੇ ਪਾਤ ਮੇਂ ਪਾਤ ਪਾਤ ਮੇਂ ਪਾਤ, ਤਿਉਂ ਸੰਤਨ ਕੀ ਬਾਤ ਮੇਂ ਬਾਤ ਬਾਤ ਮੇਂ ਬਾਤ। ਪਰ ਜਦੋਂ ਸਾਡੇ ਅੰਦਰ ਉਹ ਪਿਆਰ ਆਉਂਦਾ ਹੈ, ਵਿਵੇਕ ਆਉਂਦਾ ਹੈ, ਤੇ ਸਾਨੂੰ ਸਾਧੂਆਂ ਦੀਆਂ, ਸੰਤਾਂ ਦੀਆਂ ਰਮਜਾਂ ਜਿਹੜੀਆਂ ਪਤਾ ਚੱਲ ਜਾਂਦਾ, ਪਛਾਣਨੀਆਂ ਪਤਾ ਲੱਗ ਜਾਂਦਾ ਕਿ ਕੀ ਕਹਿ ਕੀ ਰਹੇ ਨੇ, ਇਹ ਕਿੱਥੇ ਬਚਨ ਕਰ ਰਹੇ ਨੇ। ਨਹੀਂ ਤੇ ਅਸੀਂ ਬਾਹਰਲੀਆਂ ਉੱਪਰਲੀਆਂ ਗੱਲਾਂ ਨੂੰ ਫੜ ਕੇ ਉਸੇ ਤਰ੍ਹਾਂ ਹੀ ਅਸੀਂ ਉੱਪਰ ਕਰਦੇ ਰਹਿੰਦੇ ਹਾਂ। ਜਿਸ ਤਰ੍ਹਾਂ ਬੜੇ ਐਸੇ ਲੋਕ ਨੇ ਜਿਨ੍ਹਾਂ ਨੇ ਬਾਣੀ, ਜਿਨ੍ਹਾਂ ਨੂੰ ਜ਼ੁਬਾਨੀ ਕੰਠੇ, ਬੜੇ ਗ੍ਰੰਥ ਜਿਹੜੇ ਨੇ ਮੂੰਹ ਜ਼ੁਬਾਨੀ ਪੜ੍ਹੇ ਨੇ, ਯਾਦ ਨੇ ਉਹਨਾਂ ਨੂੰ ਸਾਰੇ। ਪਰ स्वामी जी ने फरमाया कि गुरु को ऊपर गाता, गुरु को दिल भीतर नहीं लाता, कार्य तेरा कैसे होवे भाई, गुरु संग उपरी प्रीत लगाई। बेटे तुसीं अपना ध्यान रखो, अपने बार नहीं किसी को डिस्टर्ब करीदा। पहला सब तो पहला मैं एक गल कहना है कि जिहदी ड्यूटी लगी, हर बारी मैं एक गल कहना कि असीं सारिਆਂ ने सारी चीज़ का ठेका नहीं चुकना। एक जिहदी ड्यूटी लगी हुंदी है, जिस तरह भी जिहड़े सेवादारां दी जिस चीज़ दे विच वो अपना काम करन, बाकी जिहड़े आ वो अपने वल ध्यान रखण ज़्यादा कि साडे कोलों कोई गलती ना होवे। क्योंकि जदों असीं साडे कोल गलती हुंदी है, किते ना किते साडा ध्यान उदों भटकिया हुंदा है। गुरु महाराज फरमाउंदे हुंदे सी कि अपना फिक्र करिए असीं पहलां। किसी को भी किसी तरह मैं संगत सेवादार जो सेवा भी करते हैं या कराते हैं, मैं उन्होंने एको बेनती करता रहना, सारिਆਂ पता है कि सेवा करदे साडियां ड्यूटियां जरूर लगदियां ने कराउण वास्ते भी, लेकिन
ਇੰਨਾ ਨਹੀਂ ਅਸੀਂ ਕੋਈ ਸਿਰ ਤੇ ਕੋਈ ਭਾਰ ਚੁੱਕ ਲੈਣਾ ਕਿ ਅਸੀਂ ਕਿਸੇ ਨੂੰ ਸਹੀ ਕਰਦਿਆਂ ਆਪ ਗਲਤ ਹੋ ਜਾਈਏ। ਹਰ ਕੋਈ ਕਰ ਨਹੀਂ ਸਕਦਾ ਕੁਝ ਚੀਜ਼। ਹਰ ਇੱਕ ਨੇ ਆਪਣੇ ਆਪਣੇ ਕਰਮ ਦੇ ਮੁਤਾਬਕ ਤੁਰਨਾ ਹੈ। ਜਿੰਨਾ ਸਤਿਗੁਰ ਤੁਰਨਗੇ, ਜਿੰਨਾ ਉਹਦਾ ਕਰਮ ਸਹਿਯੋਗ ਦੇਗਾ, ਉਸ ਹਿਸਾਬ ਨਾਲ ਚੱਲਣਾ ਹੈ। ਜੇ ਅਸੀਂ ਕਰ ਲਵਾਂ ਉਹ ਆਪਣੇ ਹਿਸਾਬ ਨਾਲ ਲਗਾਉਣਾ ਸ਼ੁਰੂ ਕਰ ਦੇਵਾਂਗੇ, ਚਲਾਉਣਾ ਸ਼ੁਰੂ ਕਰ ਦੇਵਾਂਗੇ, ਤੇ ਅਸੀਂ ਆਪ ਗਲਤ ਹੋ ਜਾਂਦੇ ਹਾਂ। ਇਸ ਕਰਕੇ ਅਸੀਂ ਆਪਣਾ ਪਹਿਲਾਂ ਆਪਣੇ ਬਾਰੇ ਸੋਚੀਏ। ਤੇ ਸੇਵਾ 'ਚ ਵੀ ਜਿਸ ਤਰ੍ਹਾਂ ਹਰ ਵਾਰ ਸਮਝਾਈਦਾ ਹੈ ਕਿ ਸੇਵਾ ਕਰਦਿਆਂ ਸੇਵਾਦਾਰ ਬਣ ਕੇ ਸੇਵਾ ਕਰਨੀ ਹੈ, ਸੇਵਾਦਾਰ ਬਣ ਕੇ ਸੇਵਾ ਕਰਾਉਣੀ ਹੈ। ਮਨ 'ਚ ਜੇ ਮਾਣ ਵਡਿਆਈ ਆ ਗਈ ਤੇ ਦੂਜੇ ਤੇ ਸੇਵਾ ਕਰ ਲੈਣਗੇ। ਕਈ ਵਾਰੀ ਅਸੀਂ ਆਪ ਉਸ ਮਾਣ ਦੇ ਵਿੱਚ ਹੋ ਜਾਂਦੇ ਹਾਂ। ਤੇ ਗੱਲ ਕਰ ਰਹੇ ਸੀ ਕਿ ਹਰ ਵੇਲੇ ਮਨ ਦੇ ਵਿੱਚ ਸਤਿਗੁਰਾਂ ਦਾ ਮਾਣ ਬਣਿਆ ਰਹੇ, ਭਰੋਸਾ ਬਣਿਆ ਰਹੇ। ਕਦੀ ਵੀ ਕਿਸੇ ਵੀ ਹਾਲਤ ਦੇ ਵਿੱਚ ਉਹ ਜਿਹੜਾ ਨਾਮ ਮਨ ਡੋਲੇ। ਜੇ ਮਨ ਡੋਲ ਗਿਆ ਤੇ ਫਿਰ ਅਸੀਂ ਥੱਲੇ ਆ ਜਾਂਦੇ ਹਾਂ। ਹੁਣ ਉਹ ਜਿਹੜਾ ਉੱਪਰ ਜਾਣਾ ਤੇ ਥੱਲੇ ਆਉਣਾ ਕੀ ਦੱਸਿਆ ਸੀ ਉਹਨੇ ਪਿਤਾ ਨੇ? ਕਿਉਂਕਿ ਜਦੋਂ ਸੇਵਾ ਦੇ ਵਿੱਚ ਅਸੀਂ ਉੱਪਰ ਜ਼ਿਆਦਾ ਜਾਂਦੇ ਹਾਂ ਨਾ, ਤੇ ਉੱਪਰ ਮਾਣ ਹੰਕਾਰ ਬਹੁਤ ਮਿਲਦਾ ਹੈ। ਜਿਹਦੇ ਮਾਣ ਨਾਲ ਸਾਡੇ ਅੰਦਰ ਹੰਕਾਰ ਆ ਜਾਂਦਾ ਹੈ, ਤੇ ਉਹ ਜਿਹੜੀ ਮਾਣ ਵਡਿਆਈ ਦੀ ਜਿਹੜੀ ਤਪਸ਼ ਹੈ ਨਾ, ਉਹ ਸਾਨੂੰ ਗਿਰਾ ਦਿੰਦੀ ਹੈ ਥੱਲੇ। ਉਸ ਉੱਪਰ ਵੀ ਤਾਂ ਕਰਕੇ ਸਤਿਗੁਰ ਕਹਿੰਦੇ ਨੇ ਕਿ ਬਹੁਤਾ ਉੱਪਰ ਜਾਣ ਦੀ ਕੋਸ਼ਿਸ਼ ਨਾ ਕਰੋ। ਜਿੱਥੇ ਜਿੱਥੇ ਹੈਗੇ ਆ, ਮੈਂ ਕਈ ਵਾਰੀ ਵਚਨ ਦੱਸੇ ਆ ਸਤਿਗੁਰਾਂ ਦੇ, ਗੁਰੂ ਮਹਾਰਾਜ ਫਰਮਾਉਂਦੇ ਸੀ ਇਨਸਾਨ ਆ, ਇਨਸਾਨ ਬਣ ਕੇ ਰਹੀਏ, ਭਗਵਾਨ ਬਣਨ ਦੀ ਕੋਸ਼ਿਸ਼ ਨਾ ਕਰੀਏ। ਲੇਕਿਨ ਜਦੋਂ ਸਾਡੇ ਅੰਦਰ ਮਨ ਆਉਣਾ ਸ਼ੁਰੂ ਹੁੰਦਾ ਹੈ, ਅਸੀਂ ਆਪਣੇ ਆਪ ਨੂੰ ਕਿਤੇ ਨਾ ਕਿਤੇ ਮੂੰਹ ਤੋਂ ਤਾਂ ਸੇਵਾਦਾਰ ਕਹਿੰਦੇ ਹਾਂ, ਕਈ ਵਾਰੀ ਅੰਦਰ ਸਾਡੇ ਬਹੁਤ ਐਸੀ ਵਡਿਆਈਆਂ ਆ ਜਾਂਦੀਆਂ ਨੇ ਜਿਹਦੇ ਨਾਲ ਅਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ। ਉਹ ਸਮੁੰਦਰ ਉੱਪਰ ਜਾਣਾ ਸੀ, ਜਿਹੜਾ ਧੁੱਪ ਦੀ ਤਪਸ਼ ਜਿਹੜੀ ਉਹਨਾਂ ਨੇ ਕਹੀ, ਉਹ ਸਾਡੇ ਉਹਨਾਂ ਕਰਮਾਂ ਦੀ ਤਪਸ਼ ਹੁੰਦੀ। ਥੱਲੇ ਆਉਣਾ ਕੀ ਸੀ ਕਿ ਥੱਲੇ ਜਿਹੜਾ ਆ ਚਿੱਕੜ ਹੀ ਚਿੱਕੜੇ। ਜਦੋਂ ਮਨ ਦਾ ਖਿਆਲ ਜਾਂ ਉਹ ਜਿਹੜੀ ਸੁਰਤੀ ਜਿਹੜੀ ਥੱਲੇ ਨੂੰ ਆਉਂਦੀ ਹੈ, ਥੱਲੇ ਵਿਸ਼ੇ ਵਿਕਾਰਾਂ ਵੱਲ ਆਉਂਦੀ ਹੈ, ਤੇ ਤਾਂ ਵੀ ਇਹ ਡੁੱਬ ਕੇ ਉਹ 'ਚ ਮਰ ਜਾਂਦੀ ਹੈ। ਉਹਨਾਂ ਦਾ ਵਿਸ਼ੇ ਵਿਕਾਰਾਂ ਇੰਨਾ ਪਾਰ ਕੇ ਫਿਰ ਇਹ ਉੱਡ ਨਹੀਂ ਸਕਦਾ। ਇਸ ਕਰਕੇ ਸਤਿਗੁਰੂ ਸਾਡਾ ਇੱਕ ਨਿਰਧਾਰਿਤ ਕਰਦੇ ਨੇ ਸਾਡੀ ਉਚਾਈ ਕਿ ਬਈ ਐਸ ਉਚਾਈ 'ਚ ਅਸੀਂ ਉੱਠਣਾ। ਸਾਨੂੰ ਇੱਕ ਦਾਇਰਾ ਬਣਾ ਦਿੰਦੇ ਨੇ। ਇੱਕ ਸਤਸੰਗ ਸਤਿਗੁਰਾਂ ਨੇ ਫਰਮਾਇਆ, ਭਜਨ ਕਰ ਮਗਨ ਰਹੋ ਮਨ ਮੇਂ। ਹੁਣ ਕਿਹਾ ਕਿ ਭਜਨ ਕਰਨਾ ਹੈ ਪਰ ਮਗਨਾਈ ਰੱਖਣੀ ਹੈ। ਇਹ ਨਹੀਂ ਕਿ ਤੁਸੀਂ ਭਜਨ ਲਿਆਏ ਜਾਂ ਕੋਈ ਕਿਸੇ ਨੇ ਕਿਤੋਂ ਨਾਮ ਲਿਆਏ, ਕਿਸੇ ਨੇ ਅੰਮ੍ਰਿਤ ਛਕਿਆ ਤੇ ਹੁਣ ਅਸੀਂ ਦੂਜਿਆਂ ਨੂੰ ਅਸੀਂ ਦਿਖਾਉਣਾ ਹੈ। ਕੋਈ ਚਿੰਨ੍ਹ ਪਾ ਕੇ ਕਿਸ ਤਰ੍ਹਾਂ ਦੇ ਲੋਕਾਂ ਨੂੰ ਦਿਖਾਉਣਾ ਸ਼ੁਰੂ ਕਰਨਾ ਕਿ ਅਸੀਂ ਬੜੇ ਗੁਰੂ ਵਾਲੇ ਹਾਂ, ਅਸੀਂ ਇਸ ਤਰ੍ਹਾਂ। ਕਿਸੇ ਨੂੰ ਕੀ ਹੈ? ਉਹਦਾ ਸਾਨੂੰ ਆਪਣੇ ਆਪ ਨੂੰ ਫਾਇਦਾ ਹੈ। ਉਹਦੀ ਮਗਨਾਈ ਰੱਖਣੀ ਹੈ। ਜਿਹੜਾ ਸਤਿਗੁਰਾਂ ਦੇ ਬਚਨ ਨੇ ਉਹਦੇ ਉੱਤੇ ਚੱਲ ਕੇ ਜਿਹੜੀ ਦਿਆ ਮਿਲਦੀ ਹੈ ਉਹਨੂੰ ਹਜਮ ਕਰਨਾ ਹੈ, ਲੋਕਾਂ ਨੂੰ ਨਹੀਂ ਦੱਸਦੇ ਫਿਰਨਾ। ਇਸ ਲਈ ਜੋ ਸਤਿਗੁਰੂ ਫਰਮਾਨ ਨੇ ਕਿ ਰਾਖ ਪਿਤਾ ਪ੍ਰਭ ਮੇਰੇ, ਇਹ ਹੋਇਆ ਕਿ ਮੋਹੇ ਨਿਰਗੁਣ ਸਭ ਗੁਣ ਤੇਰੇ। ਕਹਿੰਦੇ ਮੇਰੇ ਵਿੱਚ ਸਤਿਗੁਰੂ ਜੀ ਕੋਈ ਗੁਣ ਨਹੀਂ ਹੈ, ਸਾਰੇ ਗੁਣ ਤੁਹਾਡੇ ਪਾਸ ਨੇ। ਤੁਸੀਂ ਦਇਆ ਕਰੋਗੇ, ਬਖਸ਼ਿਸ਼ ਕਰੋਗੇ ਤੇ ਫਿਰ ਹੀ ਮੈਂ ਤੁਹਾਡੇ ਰਸਤੇ ਤੇ ਚੱਲ ਸਕਦਾ। ਤੁਸੀਂ ਮੈਨੂੰ ਗੁਣ ਦੇਵੋਗੇ ਫਿਰ ਹੀ ਮੈਂ ਕੋਈ ਚੰਗੇ ਕਰਮ ਕਰ ਸਕਦਾ। ਪਰ ਇਹਦਾ ਮਤਲਬ ਇਹ ਨਹੀਂ ਕਿ ਸਤਿਗੁਰ ਸਾਨੂੰ ਤੇ ਦਇਆ ਕਰਦੇ ਨੇ, ਕਿਰਪਾ ਕਰਦੇ ਨੇ। ਜਿਸ ਤਰ੍ਹਾਂ ਹੁਣੇ ਦੱਸਿਆ ਹੈ ਕਿ ਪਿਓ ਨੇ ਦੱਸ ਦਿੱਤਾ ਹੈ ਸਾਨੂੰ ਕਿ ਰਸਤਾ ਕੀ ਹੈ। ਜੇ ਅਸੀਂ ਉਸ ਰਸਤੇ ਤੇ ਚੱਲਾਂਗੇ ਤੇ ਫਿਰ ਸਾਨੂੰ ਕੋਈ ਮੁਸ਼ਕਿਲ ਨਹੀਂ। ਪਰ ਜੇ ਸਾਨੂੰ ਪਤਾ ਹੀ ਨਹੀਂ ਲੱਗਦਾ, ਹੁਣ ਅਸੀਂ ਕਹਿ ਤਾਂ ਰਹੇ ਹਾਂ ਕਿ ਸਾਡੇ ਪਿਤਾ ਨੇ ਸਤਿਗੁਰ, ਉਹਨਾਂ ਨੇ ਸਾਨੂੰ ਜਨਮ ਦਿੱਤਾ, ਉਹੀ ਸਾਨੂੰ ਪਾਲ ਪੋਸ ਰਹੇ ਨੇ, ਲੇਕਿਨ ਆਪਣੇ ਆਪ ਨੂੰ ਅਸੀਂ ਭੁੱਲੀ ਬੈਠੇ ਹਾਂ ਤੇ ਫਿਰ ਵੀ ਨਹੀਂ ਗੱਲ ਬਣਨੀ। ਭੁੱਲ ਕੇ ਹੀ ਅਸੀਂ ਕਰਮ ਇਹੋ ਜਿਹੇ ਕਰਦੇ ਹਾਂ। ਸਤਿਗੁਰਾਂ ਨੇ ਕਈ ਸਾਸਤਰਾਂ 'ਚ ਬਚਨ ਫਰਮਾਇਆ ਸੀ ਕਿ ਬੱਲੇ ਦਾ ਬੱਲਿਆ ਨਹੀਂ ਤੇ ਮੱਥੇ ਫੁੱਲੀ ਤੇ ਜ਼ਰੂਰ ਚਾਹੀਦੀ ਹੈ। ਕਿ ਜੇ ਅਸੀਂ ਬਿਲਕੁਲ ਨਹੀਂ ਉਹਨਾਂ ਵਰਗੇ ਤੇ ਕੁਝ ਨਾ ਕੁਝ ਤੇ ਸਾਡੇ 'ਚ ਥੋੜ੍ਹਾ ਬਹੁਤਾ ਗੁਣ ਹੋਵੇ। ਸਤਿਗੁਰੂ ਸਾਡੇ 'ਚ ਜੇ ਕਹਿੰਦੇ ਹਾਂ ਕਿ ਬਹੁਤ ਦਿਆਲ ਨੇ, ਬਹੁਤ ਹੀ ਸ਼ੀਤਲ ਨੇ, ਤੇ ਸਾਡੇ ਅੰਦਰ ਭਾਂਬੜ ਮੱਚਦੇ ਪਏ ਨੇ ਬਿਲਕੁਲ ਹੀ ਅਸੀਂ ਉਸ ਚੀਜ਼ ਦਾ, ਤੇ ਅਸੀਂ ਕਿਸ ਤਰ੍ਹਾਂ ਅਸੀਂ ਬੱਚੇ ਕਹਿ ਸਕਦੇ ਹਾਂ? ਬੱਚਿਆਂ ਨੂੰ ਦੇਖ ਕੇ ਲੋਕੀ ਕਹਿ ਦਿੰਦੇ ਨੇ ਕਿ ਬਈ ਇਹ ਆਪਣੇ ਪਿਓ ਤੇ ਗਿਆ, ਇਹਦਾ ਨੱਕ ਉਹਦੇ ਵਰਗਾ, ਇਹਦੀਆਂ ਅੱਖਾਂ ਉਹਦੇ ਵਰਗੀਆਂ, ਇਹਦਾ ਮੱਥਾ ਉਹਦੇ ਵਰਗਾ ਹੈ। ਇਸ ਕਰਕੇ ਅਸੀਂ ਆਪਣੇ ਆਪ ਨੂੰ ਪਛਾਣਨਾ ਹੈ, ਕਿਉਂਕਿ ਇਸ ਦੁਨੀਆ ਦੇ ਵਿੱਚ ਆ ਕੇ ਅਸੀਂ ਭੁੱਲ ਗਏ ਉਸ ਚੀਜ਼ ਨੂੰ। ਇੱਥੇ ਜਿੱਥੋਂ ਤੱਕ ਵੀ ਨਜ਼ਰ ਜਾ ਰਹੀ ਹੈ ਇਹ ਸਾਰੀ ਮਾਇਆ ਹੈ, ਕੋਈ ਵੀ ਚੀਜ਼ ਨਾਲ ਚੱਲਣ ਵਾਲੀ ਨਹੀਂ ਹੈ।
इस तरह एक शेर सी, शेरनी ने अपना बच्चा जिहड़ा सी अपने कोल बैठे तो शिकार वास्ते भुख लगी, शिकार करने वास्ते चली गई। छोटा जिहा बच्चा सी उत्थे जंगल दे विच, ते वो आया भेडां चारदा के डरिया, ते उन्हें देखा कि शेर का बच्चा कल्ला उहदे सामने कि शायद पता नहीं कदों का इत्थे पिया, किते भुखा ना मर जाए किस तरह, तो वो कहते उन्होंने चुक के लै गया। भेडां दे नाल ही उन्होंने उन्होंने पालना शुरू कर दिता। रोज़ उन्होंने भेडां का दुध पिलाउणा ते उन्होंने पालना शुरू कर दिता। उत्थे ही पलदा रहा वो बच्चा, वड्डा हो गया, हुण बन तां शेर गया वो, पर भेडां दे विच रहा सी जिद्दां भेडां वो करदियां सी मैं उस तरह ही उन्हें करना। है शेर का बच्चा सी, पर उत्थे आण के वो अपने आप को भी भेड़ ही समझण लग पिया। एक दिन जंगल दे विच शेर आया, उन्हें कदे वेख्या भेडां नूं, उत्थे जदों लागे आया उन्हें देखा कि विच शेर का बच्चा, तो यह की करदा पिया भेडां दे विच। बड़ा हैरान होया कि ये किस तरह हो सकता है। चलो आया उहदे कोल, उहनूं आण के कहण लगा कि बई तू इत्थे की करदा पिया? कहंदा क्यों, मेरा परिवार है, मैं इहदे नाल ही रहना, मैं इत्थे। वो कहंदा तू शेर है, पर वो मन्ने ना, कहंदा नहीं मैं जो ये है वही मैं हाँ। उन्होंने लै गया नाल लागे कोई नदी के लागे, उत्थे जाके उन्होंने कहण लगा कि इहदे विच वेख, पानी दे विच अपनी शक्ल वेख ते मेरी शक्ल वेख, ते उन्हां भेडां दी शक्ल वेख। जदों देखिया भेडां दी शक्ल वेखी, फिर बाद च अपनी देखी, फिर शेर दी वेखी लागे, यकीन आ गया, कहण लगा कि वाकई कोई गल तां है। शेर उन्होंने कहण लगा कि तैनूं तो भुल ही गया सब कुछ ही। कहंदा जिस तरह मैं करांगा उस तरह कर, ते आवाज़ ही इन्हां वर्गी हो गई है। जिधर नूं भजदियां ने भेडां उधर नूं तूं भज पैना, जिथे वो खलोंदियां उत्थे खलो जाना, वो घाह खांदियां तूं भी घाह खाई जाना। जदों शेर ने एक बारी पानी दे विच वेख्या इस तरह वेख के, उन्होंने कहण लगा कि मैं हुण गरजदा, तूं इस जिस तरह मैं करांगा उस तरह कर। उन्हें जदों गरजना शुरू किया, उस तरह एक बारी दो बारी करदे, तीसरी बारी उहदी आवाज़ उस तरह। जदों उन्हें पूरी मारी भवक, तो जिन्हें विचे भेडां विच जिहड़ा गडरिया होई सी, जिहड़ा पाली सी उन्हां दा, वो भी नालों नाल ही भज गए सारे जने, कोई भी नहीं उत्थे खलोता। इस तरह असीं भी अपना जिहड़ा असल रूप है उन्होंने असीं भुल गए। वो भेडां किहड़ियां ने, जिहड़े साडियां इंद्रियां जिहड़ियां, पाली कौन है? वो मन जिहड़ा इनू सानू चलाउंदा पिया है। जिद्दां जिद्दां वो चलाउंदा उस तरह ही चलदे पे हैं, जिस तरह विषय विकारां दे नाल असीं उस तरह ही। तो जदों सानू सतगुरु मिलते हैं, सानू पता चलता है कि नहीं साडा रूप कोई हो रहा, असीं मन नहीं है, मन कुछ हो रहा, सुरत कुछ हो रही। जदों पता चलता है तो फिर जिस सतगुरां दे बचन ते जदों चलना शुरू होंदा, जदों ये गर्जना शुरू होंदा है, फिर विषय विकार सारे ही जिहड़े दूर हो जाते हैं। कोई भी फिर इनू कोई रोक किसी तरह का इनू डेग नहीं सकता थले। पर जदों तक इन्हां दे वास आ उदों तक इहदा कोई भी बचाव नहीं है। तो सतगुर दया करते हैं, किरपा करते हैं। असी भरोसा करिए, मैं बार बार यही बेनती करता रहना है, असी विश्वास करिए जो वचन फरमाउंदे ने। हाँ अज सानू नहीं पता चल रहा, असी साडी उत्थों तक पहुँच नहीं है, पर सतगुर दया करनगे पता चलेगा जरूर। हाँ जी। राख पिता प्रभ मेरे, मोहि निर्गुण सब गुण तेरे, पंच बिखादी एक गरीबा, राखो राखन हारे। हम सतगुरां दे चरनां दे विच अर्ज कर रहे सिख, मारने पंच बिखादी एक गरीबा, राखो राखन हारे। ये पंजे जिहड़े दुष्ट ने, जिहड़े झगड़ालू ने, मेरे दुश्मन जिहड़े ने,
ਕਹਿ ਫਰਮਾ ਰਹੇ ਨੇ ਕਿ ਪੰਜ ਵਿਖਾਦੀ ਏਕ ਗਰੀਬਾ। ਕਹਿੰਦੇ ਇਹ ਸਤਿਗੁਰੂ ਜੀ ਪੰਜ ਨੇ ਔਰ ਹੈ ਵੀ ਬੜੇ ਝਗੜਾਲੂ ਨੇ, ਹੈ ਵੀ ਬਹੁਤ ਤਾਕਤਵਰ ਨੇ, ਤੇ ਮੈਂ ਇੱਕ ਇਕੱਲਾ ਹੀ ਗਰੀਬ। ਪੰਜ ਵਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ। ਸਤਿਗੁਰੂ ਜੀ ਮੈਂ ਕਿੱਦਾਂ ਇਹਨਾਂ ਨਾਲ ਲੜਾਂ? ਇਹ ਪੰਜ ਚੋਰ ਮੇਰੇ ਪੇਸ਼ ਪਏ ਨੇ, ਮੇਰੀ ਪੇਸ਼ ਨਹੀਂ ਜਾਣ ਦਿੰਦੇ। ਤੁਸੀਂ ਦਇਆ ਕਰੋ, ਤੁਸੀਂ ਕਿਰਪਾ ਕਰੋ, ਤੁਸੀਂ ਬਲਵਾਨ ਹੋ, ਤੁਸੀਂ ਮਿਹਰਬਾਨ ਹੋ, ਤੁਸੀਂ ਮੇਰੀ ਰਕਸ਼ਾ ਕਰੋ ਇਹਨਾਂ ਤੋਂ। ਜੇ ਤੁਸੀਂ ਕਹਿੰਦੇ ਨਾ ਤੂੰ ਨਾ ਫੜਦਾ ਬਾਂਹ ਅਸਾਂ ਰੁਲ ਜਾਣਾ ਸੀ। ਸਤਿਗੁਰ ਦਇਆ ਕਿਰਪਾ ਨਾ ਕਰਨ, ਇੱਥੇ ਬੜੇ ਬੜੇ ਜਤੀ ਸਤੀ ਬਹੁਤ ਬਹੁਤ ਜਪ ਤਪ ਕਰਨ ਵਾਲੇ ਵੀ ਜਿਹੜੇ ਸੀ ਉਹ ਵੀ ਢਹਿ ਗਏ। ਇੱਥੇ ਕੋਈ ਮਾਣ ਨਹੀਂ ਕਿਸੇ, ਨਾ ਪੜ੍ਹਾਈ ਦਾ, ਨਾ ਕਿਸੇ ਬਲ ਦਾ, ਨਾ ਕੋਈ ਮਾਇਆ ਦਾ। ਬੜੇ ਬੜੇ ਬਲਵਾਨ ਜਿਹੜੇ ਨੇ ਉਹ ਇੱਥੇ ਆਣ ਕੇ ਹਾਰ ਜਾਂਦੇ ਨੇ। ਮੈਂ ਕਿ ਕਾਮੀ ਕ੍ਰੋਧੀ ਮਸਕਰਾ ਇਨਸੇ ਭਗਤ ਨਾ ਹੋਏ, ਭਗਤ ਕਰੇ ਕੋਈ ਸੂਰਮਾ ਜਾਤ ਕਰਨ ਵਰਨ ਕੋ ਲੁਕੋਏ। ਬੜੇ ਬੜੇ ਜਿਹੜੇ ਸੂਰਮੇ ਨੇ ਇਹ ਮਨ ਕੋਲੋਂ ਹਾਰ ਜਾਂਦੇ ਨੇ। ਬਾਹਰ ਭਾਵੇਂ ਦੋ ਦੋ ਬੰਦਿਆਂ ਨਾਲ, ਚਾਰ ਚਾਰ ਨਾਲ, ਦਸਾਂ ਦਸਾਂ ਨਾਲ ਭਿੜ ਜਾਣਾ, ਅੱਗੇ ਲਾ ਲੈਣ ਉਹਨਾਂ ਨੂੰ, ਪਰ ਜਦੋਂ ਮਨ ਆਪਣੀ ਖੇਡ ਖੇਡਦਾ ਹੈ ਫਿਰ ਪੇਸ਼ ਨਹੀਂ ਜਾਂਦੀ ਕੋਈ ਵੀ। ਤੇ ਮਨ ਨੂੰ ਵਸ ਕਰਨ ਵਾਸਤੇ ਸਤਿਗੁਰ ਹੀ ਸਹਾਇਤਾ ਕਰਦੇ ਨੇ। ਤੇ ਪੂਰਨ ਕਿਰਪਾ ਵੀ ਉਦੋਂ ਬਾਹਰਲੇ ਤੌਰ ਤੇ ਨਹੀਂ ਕਿ ਕਿਸੇ ਤਰ੍ਹਾਂ ਕੋਈ ਬਾਹਰੋਂ ਕੋਈ ਸਾਡਾ ਬੜੇ ਕੰਮ ਹੋ ਗਏ ਜਾਂ ਬੜੀਆਂ ਕੋਠੀਆਂ ਕਾਰਾਂ ਚੱਲ ਪਈਆਂ, ਬੜਾ ਸਾਡੇ ਕੋਲ ਪੈਸਾ ਆ ਗਿਆ ਤੇ ਸਾਡੇ ਤੇ ਕਿਰਪਾ ਹੋ ਗਈ। ਉਹਨੇ ਫਰਮਾਇਆ ਕਿ ਮਨ ਵਸ ਆਵੇ ਨਾਨਕਾ ਤਾਂ ਪੂਰਨ ਕਿਰਪਾ ਜਾਣ। ਜਦੋਂ ਮਨ ਵਸ ਚਾਹੇਗਾ ਫਿਰ ਕਿਰਪਾ ਹੋਏਗੀ। ਮੈਂ ਕਈ ਵਾਰੀ ਦੱਸਦਾ ਕਿ ਬੜੇ ਬੜੇ ਦੁੱਖ ਹੁੰਦੇ ਨੇ ਸੰਸਾਰ ਦੇ ਵਿੱਚ, ਲੇਕਿਨ ਦੁਨੀਆ ਦੇ ਉੱਤੇ ਕਿਸੇ ਵੀ ਸੰਤ ਮਹਾਤਮਾ ਕੋਲ ਚਲੇ ਜਾ ਕੇ ਦੇਖ ਲਓ, ਸੰਗਤ ਦੇ ਵਿੱਚ ਸਾਰੇ ਦੁਖੀ ਨਹੀਂ ਤੇ ਸਾਰੇ ਸੁਖੀ ਨਹੀਂ। ਬੜੇ ਐਸੇ ਸੇਵਕ ਸੇਵਾਦਾਰ ਹੁੰਦੇ ਨੇ ਜਿਹੜੇ ਉਹ ਕਹਿੰਦੇ ਨੇ, ਆਪਣੀ ਦੱਸਦੇ ਨੇ ਆਪਣੀ ਹੱਡਬੀਤੀ ਕਿ ਅਸੀਂ ਜਦੋਂ ਆਏ ਸਾਡੇ ਬੜੇ ਕਸ਼ਟ ਸੀ, ਮੇਰੇ ਬੜੀ ਇਸ ਤਰ੍ਹਾਂ ਘਰ ਦੇ ਵਿੱਚ ਤੰਗੀ ਸੀ, ਮੇਰਾ ਸਰੀਰ ਬੜਾ ਕੁਸ਼ਟੀ ਸੀ, ਮੇਰੇ ਤੇ ਕੇਸ ਬੜੇ ਸੀ, ਮੇਰਾ ਦੁਨੀਆ ਦੇ ਵਿੱਚ ਆਹ ਹਾਲ ਸੀ, ਪਰ ਜਿਉਂ ਜਿਉਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮੈਂ ਚੱਲਿਆ ਮੇਰੇ ਤੇ ਦਇਆ ਕਿਰਪਾ ਹੋਈ। ਪਰ ਦਇਆ ਕਿਰਪਾ ਇਹ ਨਹੀਂ ਕਿ ਸਤਿਗੁਰ ਕੋਈ ਮੰਤਰ ਮਾਰ ਦਿੰਦੇ ਨੇ। ਹੌਲੀ ਹੌਲੀ ਕਰਦਿਆਂ ਕਰਦਿਆਂ ਕਰਦਿਆਂ, ਕਿਉਂਕਿ ਜਿੰਨੇ ਵੀ ਇੱਥੇ ਗੁਨਾਹ ਹੁੰਦੇ ਨੇ ਸਭ ਕੁਛ ਇਹਦੇ ਮਨ ਕਰਕੇ ਹੁੰਦੇ ਨੇ। ਇਹ ਮਨ ਜਿਹੜਾ ਹੈ ਇਹਨੂੰ ਕੋਈ ਨਾ ਕੋਈ ਐਸੇ ਕਰਮ ਕਰਵਾਉਂਦਾ ਹੈ ਤੇ ਕਰਮ ਤੋਂ ਕੋਈ ਬਚ ਨਹੀਂ ਸਕਦਾ। ਸਤਿਗੁਰ ਦਇਆ ਕਰਦੇ ਕਰਕੇ ਇਹਦੇ ਕਰਮਾਂ ਨੂੰ ਬਦਲ ਦਿੰਦੇ ਨੇ। ਜਿਹੜੇ ਤੇ ਸਿੱਖ ਸਤਿਗੁਰਾਂ ਦੇ ਵਚਨਾਂ ਤੇ ਚੱਲਣਾ ਸ਼ੁਰੂ ਹੋ ਜਾਂਦੇ ਨੇ, ਹੌਲੀ ਹੌਲੀ ਕਰਦਿਆਂ 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 ਉਹਨਾਂ ਦੇ ਕਰਮ ਬਦਲਣੇ ਸ਼ੁਰੂ ਹੁੰਦੇ ਨੇ ਔਰ ਸੁੱਖ ਮਿਲਣਾ ਪ੍ਰਾਪਤ ਹੋ ਜਾਂਦਾ ਹੈ। ਲੇਕਿਨ ਜਿਹੜੇ ਉਹ ਰਹਿੰਦੇ ਉੱਥੇ ਨੇ ਕਿ ਸਭ ਕੁਛ ਕਰਦਿਆਂ, ਸਤਸੰਗ ਵੀ ਸੁਣਿਆ, ਨਾਮ ਵੀ ਲਿਆ, ਸਭ ਕੁਛ ਕੀਤਾ, ਪਰ ਆਪਣਾ ਜਿਸ ਤਰ੍ਹਾਂ ਕਹਿੰਦੇ ਆ ਕਿ ਪਰਨਾਲਾ ਉੱਥੇ ਦਾ ਉੱਥੇ, ਉਹਨਾਂ ਦਾ ਉਹ ਰਸਤਾ ਉੱਥੇ ਹੀ ਰਹਿੰਦਾ। ਉਹ ਸਾਰੀ ਉਮਰ ਹੀ ਦੁਖੀ, ਉਹ ਹਰ ਵੇਲੇ ਇਹੋ ਹੀ ਕਹਿੰਦੇ ਰਹਿੰਦੇ ਨੇ, ਮੇਰਾ ਨਹੀਂ ਕੁਛ ਬਣਿਆ, ਮੇਰਾ ਨਹੀਂ ਕੁਛ ਬਣਿਆ। ਇਸ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਵੀ ਜ਼ਰੂਰ ਕਰਨੀ ਹੈ, ਪਰ ਉਹਨਾਂ ਦੇ ਬਚਨਾਂ ਨੂੰ ਸਮਝਣਾ ਹੈ। ਜੇ ਅਸੀਂ ਇਹੋ ਹੀ ਸਾਰੀ ਉਮਰ ਇਹੋ ਵਹਿਮ 'ਚ ਬੈਠੇ ਰਹੀਏ ਕਿ ਨਹੀਂ ਵੀ ਗੁਰੂ ਆਏਗਾ, ਮੰਤਰ ਮਾਰੇਗਾ, ਕੋਈ ਇਸ ਤਰ੍ਹਾਂ ਦੀ ਕੋਈ ਘੁਮਾਏਗਾ ਡੰਡੀ ਤੇ ਸਾਡੇ ਦੁੱਖ ਦੂਰ ਹੋ ਜਾਣਗੇ, ਐਵੇਂ ਹੋ ਜਾਏਗਾ, ਤੇ ਸਾਡਾ ਵਹਿਮ ਹੈ। ਨਾ ਪਿੱਛੇ ਕਦੀ ਹੋਇਆ ਹੈ, ਨਾ ਹੁਣ, ਨਾ ਅੱਗੇ ਹੋਏਗਾ ਕਦੀ। ਉਹ ਕਿਰਪਾ ਕਰਦੇ ਨੇ ਸਾਨੂੰ ਕਈ ਵਾਰੀ ਤੋਰਨ ਵਾਸਤੇ, ਕਈ ਐਸੇ ਮੁੱਝੇ ਕਰਦੇ ਨੇ ਜ਼ਰੂਰ। ਜਦੋਂ ਸਾਨੂੰ ਪਤਾ ਹੀ ਨਹੀਂ ਹੁੰਦਾ ਉਸ ਚੀਜ਼ ਦਾ, ਬਿਲਕੁਲ ਮਨ ਵਿੱਚ ਵਿਸ਼ਵਾਸ ਨਹੀਂ ਕਰਦਾ, ਤੇ ਉਹ ਦਇਆ ਕਰਦੇ ਨੇ। ਜਿਸ ਤਰ੍ਹਾਂ ਮੈਂ ਕਈ ਵਾਰੀ ਦੱਸਿਆ ਹੈ ਕਿ ਬੱਚੇ ਸਕੂਲ 'ਚ ਜਾਂਦੇ ਨੇ, ਛੋਟੀਆਂ ਜਿਹੜੀਆਂ ਕਲਾਸਾਂ ਜਿਹੜੀਆਂ ਹੁੰਦੀਆਂ ਨੇ, ਪਲੇਵੈਨ ਸਕੂਲ ਜਿਸ ਤਰ੍ਹਾਂ, ਤੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਉਹਦੇ ਵਿੱਚ ਜਦੋਂ ਬੱਚੇ ਜਾਂਦੇ ਨੇ ਤੇ ਬੱਚਿਆਂ ਨੂੰ ਕੋਈ ਕਿਤਾਬਾਂ ਨਹੀਂ, ਕੋਈ ਕੁਛ ਨਹੀਂ, ਉੱਥੇ ਉਹਨਾਂ ਨੂੰ ਅਲੱਗ-ਅਲੱਗ ਖੇਡਾਂ ਕਰਾਈਆਂ ਜਾਂਦੀਆਂ ਨੇ, ਟੌਫੀਆਂ ਦਿੱਤੀਆਂ ਜਾਂਦੀਆਂ, ਚੌਕਲੇਟਾਂ ਦਿੱਤੀਆਂ ਜਾਂਦੀਆਂ ਨੇ, ਸਮਾਂ ਵੀ ਥੋੜ੍ਹਾ ਹੀ ਉੱਥੇ ਰਹਿਣਾ ਹੁੰਦਾ ਹੈ। ਬੱਚੇ ਬੜੇ ਖੁਸ਼, ਪਹਿਲਾਂ ਆਉਂਦਿਆਂ ਰੋਂਦੇ ਨੇ, ਫਿਰ ਬੜੇ ਖੁਸ਼ ਹੁੰਦੇ ਨੇ ਕਿ ਬਈ ਇੱਥੇ ਟੌਫੀਆਂ ਚੌਕਲੇਟਾਂ ਮਿਲਦੀਆਂ ਨੇ, ਖੇਡਣ ਨੂੰ ਸਮਾਨ ਮਿਲਦਾ ਹੈ। ਫਿਰ ਜਦੋਂ ਕਲਾਸਾਂ ਵੱਧਦੀਆਂ ਨੇ ਅੱਗੇ, ਤੇ ਜਦੋਂ ਸਾਡੇ ਹੱਥ 'ਚ ਕਿਤਾਬਾਂ ਆਉਂਦੀਆਂ ਨੇ ਤੇ ਟੀਚਰ ਦੇ ਹੱਥ 'ਚ ਵੇਖਦੇ ਆ ਡੰਡਾ, ਹੁਣ ਕੰਮ ਨਹੀਂ ਆਉਂਦਾ ਤੇ ਡੰਡੇ ਪੈਂਦੇ ਨੇ, ਫਿਰ ਉਹ ਸਕੂਲੋਂ ਭੱਜਣਾ ਸ਼ੁਰੂ ਕਰਦੇ ਨੇ। ਪਰ
ਜੇ ਸਾਨੂੰ ਉਹ ਕਿਤਾਬਾਂ ਦੇਣਗੇ ਨਾ ਤੇ ਫਿਰ ਸਕੂਲਾਂ ਦਾ ਮਤਲਬ ਕੀ ਹੈ? ਫਿਰ ਸਾਨੂੰ ਖੇਡਾਂ ਵਾਸਤੇ ਤੇ ਖੇਡਾਂ ਤੇ ਘਰ ਵੀ ਖੇਡੀਆਂ ਜਾਂਦੀਆਂ ਨੇ। ਸਕੂਲ ਤੇ ਅਸੀਂ ਪੜ੍ਹਨ ਵਾਸਤੇ ਜਾ ਰਹੇ ਹਾਂ। ਤੇ ਆਪਣੇ ਮਨ ਦੇ ਵਿੱਚ ਵਿਸ਼ਵਾਸ ਭਰੋਸਾ ਰੱਖਣਾ ਚਾਹੀਦਾ ਹੈ ਕਿ ਜਦੋਂ ਅਸੀਂ ਸਤਿਗੁਰਾਂ ਦੇ ਪਾਸ ਆਏ, ਜਦੋਂ ਅਸੀਂ ਉਹਨਾਂ ਦੀ ਸੰਗਤ ਦੇ ਵਿੱਚ ਆਏ, ਜਦੋਂ ਅਸੀਂ ਨਾਮ ਲਿਆ, ਜਦੋਂ ਅਸੀਂ ਕੋਈ ਬੇਨਤੀ ਕੀਤੀ, ਉਹ ਉਸ ਚੀਜ਼ ਨੂੰ ਯਾਦ ਕਰੀਏ ਕਿ ਅਸੀਂ ਕੀ ਸੋਚ ਕੇ ਆਏ ਸੀ। ਜੇ ਤੇ ਇੱਕ ਸੰਸਾਰੀ ਕਾਰਨ ਨੂੰ ਹੀ ਲੈ ਕੇ ਆਏ ਸੀ ਤੇ ਫਿਰ ਨਹੀਂ। ਕਿਉਂਕਿ ਸਤਿਗੁਰਾਂ ਨੇ ਬੜਾ ਹੀ ਖੁੱਲ੍ਹਾ ਨਿਰਣਾ ਕੀਤਾ। ਗੁਰੂਆਂ ਨੇ ਫਰਮਾਇਆ ਕਿ ਬਈ ਕੋਈ ਅਸਲੀ ਜੋ ਸਮਾਨ ਹੈ, ਅਸਲੀ ਮਾਲ ਜਿਹੜਾ ਹੈ, ਉਹ ਵੀ ਕੋਈ ਲਵੇ ਤੇ ਉਹਨੂੰ ਝੁੰਗਾ ਵੀ ਮਿਲਦਾ ਹੈ। ਕਿਸੇ ਵੀ ਦੁਕਾਨ ਤੇ ਅਸੀਂ ਚਲੇ ਜਾਈਏ, ਅਸੀਂ ਦੇਖੀਏ ਇਸ ਦੁਕਾਨ ਦੇ ਉੱਤੇ ਜਾ ਕੇ ਸੌਦਾ ਸਮਾਨ ਕੋਈ ਲਈਏ ਨਾ ਕੁਛ ਵੀ, ਤੇ ਉਹਨੂੰ ਕਹੀਏ ਝੁੰਗਾ ਦੇ ਦੇ, ਉਹ ਕੀ ਝੁੰਗਾ ਦੇਵੇਗਾ ਸਾਨੂੰ? ਜੇ ਕੋਈ ਖੰਡ ਕਿਲੋ ਲਈਏ ਤੇ ਕੋਈ 2 ਟੋਫੀਆਂ ਦੇ ਵੀ ਦੇਵੇਗਾ ਨਾਲ। ਕੋਈ ਘਰ ਦਾ ਸਮਾਨ ਲਿਆ ਵਾ ਤੇ ਕੋਈ ਹੋਰ ਵੱਡੀ ਚੀਜ਼ ਵੀ ਦੇ ਦੇਗਾ। ਜਿੰਨਾ ਜਿੰਨਾ ਅਸੀਂ ਸਮਾਨ ਲੈਂਦੇ ਹਾਂ ਉਸ ਹਿਸਾਬ ਨਾਲ ਸਾਨੂੰ ਓਨਾ ਹੀ ਵੱਡਾ ਝੁੰਗਾ ਵੀ ਮਿਲਦਾ ਹੈ। ਇਸੇ ਤਰ੍ਹਾਂ ਹੀ ਜੇ ਅਸੀਂ ਸਿਰਫ ਭਗਤੀ ਦੇ ਮਾਰਗ ਤੇ ਆਏ ਹੀ ਸੰਸਾਰੀ ਕੰਮਾਂ ਕਰਕੇ ਆ ਤੇ ਸਤਿਗੁਰ ਦਇਆ ਕਰਦੇ ਨੇ ਨਹੀਂ ਕਿ ਕਿਰਪਾ ਕਰਦੇ ਵੀ ਹੈ। ਕਈ ਵਾਰੀ ਗੁਰਮਤਿ ਦੇ ਬੱਚੇ ਐਸੇ ਨੇ, ਉਹ ਕਈ ਵਾਰੀ ਆਣ ਕੇ ਦੱਸਦੇ ਨੇ, ਕਹਿੰਦੇ ਮੈਂ ਜੀ ਪਹਿਲਾਂ ਉਸ ਟਾਈਮ ਤੇ ਆਇਆ ਸੀ, ਮੇਰੀ ਤੇ ਬੇਨਤੀ ਆਉਂਦੇ ਮਹਾਰਾਜ ਨੇ ਸੁਣ ਲਈ ਸੀ, ਮੇਰਾ ਤਾਂ ਕੰਮ ਹੋ ਗਿਆ ਸੀ, ਹੁਣ ਮੈਨੂੰ ਇੰਨੀ ਦੇਰ ਹੋ ਗਈ। ਮੈਂ ਉਹਨਾਂ ਨੂੰ ਦੱਸਦਾ ਹਾਂ ਕਿ ਜਦੋਂ ਪਹਿਲਾਂ ਕੰਮ ਹੋ ਗਿਆ ਸੀ ਉਸ ਤੋਂ ਬਾਅਦ ਕੀ ਕੀਤਾ ਸੀ? ਕੀ ਉਸ ਮਾਰਗ ਤੇ ਚੱਲੇ ਸਾਂ ਅਸੀਂ? ਇੱਦਾਂ ਤਾਂ ਸਾਰੀ ਦੁਨੀਆ ਹੀ ਮਤਲਬੀ ਹੈ। ਹਰ ਇੱਕ ਬੰਦਾ ਹੀ ਕਹਿੰਦਾ ਕਿ ਬਸ ਕਿ ਮੇਰਾ ਹੀ ਉਹ ਜਿਹੜਾ ਹੋ ਜਾਵੇ। ਸਤਿਗੁਰ ਦਇਆ ਕਰਦੇ ਨੇ। ਕੋਈ ਵੀ ਐਸਾ ਕੰਮ ਨਹੀਂ ਹੈਗਾ, ਕੋਈ ਚੀਜ਼ ਐਸੀ ਨਹੀਂ ਹੈਗੀ ਜਿਹੜੀ ਨਹੀਂ ਹੋ ਸਕਦੀ। ਮੈਂ ਸਤਿਗੁਰੂ ਦੇ ਮਾਨ ਤੇ ਇਹ ਗੱਲ ਕਈ ਵਾਰੀ ਕਹੀ ਹੈ, ਮੈਂ ਗੁਰਮਤਿ ਸੰਗਤ 'ਚ ਦੇਖਿਆ ਹੈ। ਬੜੇ ਬੜੇ ਐਸੇ ਮੋਝੇ ਦੇਖੇ ਨੇ ਕਿ ਜਿਹੜੇ ਜੇ ਦੁਨੀਆ ਵਾਲਿਆਂ ਨੂੰ ਦੱਸੀਏ ਤੇ ਉਹ ਵਿਸ਼ਵਾਸ ਹੀ ਨਹੀਂ ਕਰਨਗੇ, ਭਰੋਸਾ ਹੀ ਨਹੀਂ ਕਰਨਗੇ ਕਿ ਇੱਦਾਂ ਕਦੀ ਹੋ ਸਕਦਾ। ਪਰ ਅਸੀਂ ਸਾਰੇ ਇੱਕ ਦੂਜੇ ਨੂੰ ਜਾਣਦੇ ਹਾਂ, ਦੇਖਦੇ ਹਾਂ, ਸਾਡੇ ਹਰ ਇੱਕ ਦੇ ਨਾਲ ਕੋਈ ਨਾ ਕੋਈ ਸਾਖੀ ਜੁੜੀ ਹੈ ਕਿ ਸਤਿਗੁਰ ਕਿਰਪਾ ਕਰਦੇ ਨੇ, ਦਇਆ ਕਰਦੇ ਨੇ। ਪਰ ਇਹ ਨਹੀਂ ਕਿ ਅਸੀਂ ਆਪਣੇ ਮਨ ਦੀ ਹਾਲਤ ਬਿਲਕੁਲ ਹੀ ਉੱਥੇ ਜਿਹੜਾ ਢੀਠ ਬਣ ਕੇ ਉੱਥੇ ਬਣੇ ਰਹੀਏ, ਫਿਰ ਨਹੀਂ। ਤੇ ਸਤਿਗੁਰ ਕਿਰਪਾ ਕਰਦੇ ਨੇ, ਪਿਆਰ ਵੀ ਕਰਦੇ ਨੇ। ਜਿਸ ਤਰ੍ਹਾਂ ਪਿਤਾ ਦੀ ਇਹ ਗੱਲ ਕਹਿੰਦੇ ਕਿ ਰਾਖ ਪਿਤਾ ਪ੍ਰਭ ਮੇਰੇ, ਵੀ ਜੇ ਉਹਨੂੰ ਪਿਤਾ ਕਹਿੰਦੇ ਆ, ਜੇ ਅਸੀਂ ਕਹਿੰਦੇ ਹਾਂ ਤੇ ਪਿਤਾ ਪਿਆਰ ਵੀ ਕਰਦਾ ਹੈ। ਪਿਤਾ ਫਿਰ ਜਦੋਂ ਨਹੀਂ ਕਿਸੇ ਗੱਲੋਂ ਫਿਰ ਝਿੜਕਦਾ ਵੀ ਹੈ। ਜਿਸ ਤਰ੍ਹਾਂ ਵੀ ਆ, ਉਹਨੇ ਇਹਦਾ ਭਲੇ ਵਾਸਤੇ ਜੋ ਕਰਨਾ ਉਹਨੇ ਕਰਨਾ ਹੈ। ਉਹਨੇ ਜਿਸ ਤਰੀਕੇ ਨਾਲ ਵੀ ਇਹਦਾ ਸਬਰਦਾ ਹੋਏਗਾ ਉਹਨੇ ਸਵਾਰਨਾ ਹੈ। ਹਾਂਜੀ। ਪੰਚ ਬੇਖਾਦੀ ਏਕ ਗਰੀਬਾ, ਰਾਖੋ ਰਾਖਨ ਹਾਰੇ। ਕਹਿੰਦੇ ਨੇ ਸਤਿਗੁਰ ਜੀ ਮੇਰੀ ਪੇਸ਼ ਨਹੀਂ ਜਾਂਦੀ ਇਹਨਾਂ ਪੰਜਾਂ ਦੇ ਅੱਗੇ, ਤੁਸੀਂ ਦਇਆ ਕਰੋਗੇ, ਕਿਰਪਾ ਕਰੋਗੇ ਤੇ ਫਿਰ ਮੈਂ ਰਹਿ ਸਕਦਾ, ਫਿਰ ਮੈਂ ਇੱਥੇ ਕਾਮਯਾਬ ਹੋਵਾਂਗਾ। ਜੇ ਤੁਸੀਂ ਕਿਰਪਾ ਨਹੀਂ ਕਰੋਗੇ, ਤੁਸੀਂ ਹੱਥ ਮੇਰਾ ਨਹੀਂ ਫੜੋਗੇ, ਫਿਰ ਮੇਰਾ ਕੋਈ ਵਿਚਾਰ ਨਹੀਂ। ਹਾਂਜੀ ਅੱਗੇ। ਖੇਦ ਕਰੇ ਔਰ ਬਹੁਤ ਸੰਤਾਵੇ, ਆਇਓ ਸ਼ਰਨ ਤੁਹਾਰੇ। ਹੁਣ ਫਰਮਾਉਂਦੇ ਨੇ ਕਿ ਇਹ ਜਿਹੜੇ ਚੋਰ ਨੇ ਮੈਨੂੰ 24 ਘੰਟੇ ਲੁੱਟਦੇ ਨੇ। ਇੱਕ ਚੋਰ ਘਰ ਦੇ ਵਿੱਚ ਵੜ ਜੇ, ਜੇ ਇੱਕ ਸਾਡੇ ਮਗਰ ਕੋਈ ਲੱਗਾ ਹੋਵੇ ਕੋਈ ਚੋਰ, ਤੇ ਉਹ ਨਹੀਂ ਪੇਸ਼ ਜਾਣ ਦਿੰਦਾ। ਜਿੱਥੇ 5 ਚੋਰ ਲੱਗੇ ਨੇ ਪਿੱਛੇ, ਇਹ ਕੋਈ ਘੱਟ ਕਰਨਗੇ ਇਹਨੂੰ? ਕਹਿੰਦੇ ਕਿ ਖੇਦ ਕਰੇ ਔਰ ਬਹੁਤ ਸੰਤਾਵੇ। ਕਹਿੰਦੇ ਬਹੁਤ ਹੀ ਮੈਨੂੰ ਇਹ ਤੰਗ ਕਰਦੇ ਨੇ, ਬਹੁਤ ਮੈਨੂੰ ਸਤਾਉਂਦੇ ਨੇ। ਕਹਿੰਦੇ ਆਇਓ ਸ਼ਰਨ ਤੁਮਾਰੇ, ਬਹੁਤ ਹੀ ਮੈਂ ਦੁਖੀ ਹੋਇਆ ਇਹਨਾਂ ਦੇ ਹੱਥਾਂ ਤੋਂ। ਕਾਮ ਤੋਂ ਬਚਦਾ ਵਾਂ, ਕ੍ਰੋਧ ਖਿੱਚ ਕੇ ਲੈ ਜਾਂਦਾ ਹੈ। ਕ੍ਰੋਧ ਤੋਂ ਬਚਦਾ, ਲੋਭ ਆ ਜਾਂਦਾ ਹੈ ਮਨ 'ਚ, ਲੋਭ ਤੋਂ ਛੁਟਕਾਰਾ ਕਰਦਾ ਹੈ। ਮੋਹ ਮੇਰੀਆਂ ਜਿਹੜੀਆਂ ਖਿੱਚ ਕੇ ਤਾਰੋ ਤਾਰ ਕਰ ਦਿੰਦਾ ਹੈ, ਮੇਰੀ ਪੇਸ਼ ਨਹੀਂ ਜਾਣ ਦਿੰਦਾ। ਇੱਕ ਚੀਜ਼ ਨੂੰ ਤੋਂ ਹਟਦਾ ਹੈ, ਦੂਜੀ ਚੀਜ਼ ਜਿਹੜੀ ਹੈ ਇਹ ਪਾਸੇ ਨੂੰ ਲੈ ਜਾਂਦਾ ਮੈਨੂੰ। ਕਹਿੰਦਾ ਜਿੰਨਾ ਹੀ ਮੇਰੀ ਪੇਸ਼ ਜਾ ਰਹੀ, ਕੋਈ ਨਾ ਕੋਈ ਚੀਜ਼ ਮੈਨੂੰ ਡਬੋਈ ਜਾ ਰਹੀ ਹੈ, ਇਸ ਕਰਕੇ ਮੈਂ ਤੁਹਾਡੀ ਸ਼ਰਨ 'ਚ ਆ ਗਿਆ। ਤੁਸੀਂ ਦਇਆ ਕਰੋ, ਤੁਸੀਂ ਕਿਰਪਾ ਕਰੋਗੇ ਤੇ ਫਿਰ ਇਹਨਾਂ ਤੋਂ ਮੈਂ ਕਿਹੜਾ ਛੁਡਾ ਸਕਦਾ ਹੈ। ਹਾਂਜੀ। ਖੇਦ ਕਰੇ ਔਰ ਬਹੁਤ ਸੰਤਾਵੇ, ਆਇਓ
सरन तोहारे कर कर हार्यो अनक बहु पाती छोड़े कतहूँ नाही। कहते सतगुरु जी मैं अनेक ही यतन कीते ने, कहते कर कर हारियो अनेक बहु भांति। कहते कोई एक यतन नहीं किया मैं। ਅਸੀਂ ਵੀ ਆਪਣੇ ਵੱਲ ਦੇਖਦੇ ਹਾਂ ਕਿ ਜਦੋਂ ਇੰਨੀ ਕੀ ਕੋਸ਼ਿਸ਼ ਨਹੀਂ ਕਰਦਾ, ਗੁਰਮਤਿ ਨੇ ਫਰਮਾਇਆ ਸੀ ਕੋਈ ਸਿੱਖ ਨਹੀਂ ਚਾਹੁੰਦਾ ਕਿ ਮੈਂ ਗੁਰੂ ਦੀ ਗੋਦ 'ਚੋਂ ਥੱਲੇ ਡਿੱਗ ਪਾਵਾਂ, ਕੋਈ ਸਿੱਖ ਨਹੀਂ ਚਾਹੁੰਦਾ ਕਿ ਮੈਂ ਗੁਰੂ ਦਾ ਬਚਨ ਨਾ ਮੰਨਾਂ, ਪਰ ਇਹ ਮਨ ਹੈ ਐਸੇ ਐਸੇ ਛੜਯੰਤਰ ਕਰਦਾ ਹੈ, ਵਧੋ ਵਧੀ ਇਹਨੂੰ ਥੱਲੇ ਸੁੱਟ ਦਿੰਦਾ ਹੈ। ਜੇ ਥੋੜ੍ਹੀ ਦੇਰ ਕਦੇ ਮਨ ਨਾਲ ਤੁਰਦਾ ਵੀ ਹੈ ਕਿਸੇ ਪਾਸੋਂ ਤਾਂ ਕੋਈ ਨਾ ਕੋਈ ਐਸਾ ਕੋਈ ਸਾਨੂੰ ਐਸੀ ਫਿਲਮ ਦਿਖਾਉਂਦਾ ਹੈ ਕਿ ਮਨ ਜਿਹੜਾ ਫਿਰ ਉਹਦੇ ਪਿੱਛੇ ਲੱਗ ਕੇ ਤੁਰਦਾ ਹੈ। ਕਈ ਵਾਰੀ ਬੈਠੇ ਹੁੰਦੇ ਹਾਂ, ਸਤਸੰਗ ਸੁਣ ਰਹੇ ਹਾਂ, ਸਿਮਰਨ 'ਤੇ ਬੈਠੇ ਹਾਂ, ਜਾਂ ਵੈਸੇ ਮਨ ਦੀ ਹਾਲਤ ਬੜੀ ਅੱਛੀ ਹੁੰਦੀ ਹੈ। ਕਾਲ ਕੋ ਕਈ ਤਰ੍ਹਾਂ ਦੇ ਸੂਤਰ ਨੇ, ਬੈਠੇ ਹੁੰਦੇ ਹਾਂ, ਕੋਈ ਬਾਹਰੋਂ ਹੀ ਆਣ ਕੇ ਕੋਈ ਐਸਾ ਵਿੱਚ ਅੜਿੱਕਾ ਮਾਰਦਾ ਹੈ ਕਿ ਜਿਸ ਤਰ੍ਹਾਂ ਇਹਦੀ ਸਾਰੀ ਜਿਹੜੀ ਇਕਾਗਰਤਾ ਭੰਗ ਕਰ ਦਿੰਦਾ ਹੈ। ਮੈਨੂੰ ਯਾਦ ਹੈ ਪਿੱਛੇ ਆਪਣਾ ਇੱਕ ਵਾਰੀ ਕੋਈ ਸੰਗਤ ਆਈ, ਗੁਰੂ ਮਹਾਰਾਜ ਦੇ ਕੋਈ ਬੱਚੇ ਸੀ ਸੰਗਰੂਰ ਤੋਂ, ਕਹਿਣ ਲੱਗੇ ਕਿ ਦੱਸਿਆ ਉਹਨਾਂ ਨੇ, ਕਹਿੰਦੇ ਮਹਾਰਾਜ ਬੜਾ ਵਧੀਆ ਹੁੰਦਾ ਹੈ, ਕਈ ਵਾਰੀ ਇਸ ਤਰ੍ਹਾਂ ਮਨ ਬੜਾ ਜੁੜਿਆ ਹੁੰਦਾ ਹੈ, ਬੜੀ ਦਇਆ ਹੁੰਦੀ ਹੈ, ਬੜੀ ਖੁਸ਼ੀ ਖੁਸ਼ੀ ਦਿਨ ਬੀਤ ਰਹੇ ਹੁੰਦੇ ਨੇ, ਕੋਈ ਕਮੀ ਨਹੀਂ ਕਿਸੇ ਚੀਜ਼ ਦੀ। ਸਤਿਗੁਰਾਂ ਨੇ ਕਿਸ ਚੀਜ਼ ਦੀ ਕਮੀ ਰੱਖੀ ਹੈ? ਮੈਂ ਕਈ ਵਾਰੀ ਦੱਸਿਆ ਗੁਰਮਤਿ ਨੇ ਵਚਨ ਫਰਮਾਏ ਸੀ ਕਿ ਕੋਈ ਬਾਂਹ ਖੜੀ ਕਰਕੇ ਦੱਸੇ ਕਿ ਜਿਹੜਾ ਕੋਈ ਸਤਿਗੁਰਾਂ ਦੀ ਸੰਗਤ 'ਚ ਕੋਈ ਭੁੱਖਾ ਸੌਂਦਾ ਹੈ, ਜਿਹਦੇ ਕੋਲ ਕੱਪੜਾ ਨਹੀਂ ਹੈਗਾ, ਜਿਹਦੇ ਕੋਲ ਛੱਤ ਨਹੀਂ ਹੈਗੀ, ਜਿਹਦੇ ਕੋਲ ਕੋਈ ਐਸੀ ਚੀਜ਼ ਦੀ ਕਮੀ ਹੈ, ਜਿੱਦਾਂ ਮਰਜ਼ੀ ਹੈ ਸਤਿਗੁਰ ਨੇ ਬਖਸ਼ਿਆ ਪਿਆ ਹੈ। ਹੋਰ ਵੀ ਜੋ ਮਨ 'ਚ ਆਪਣੇ ਰੱਖਦਾ ਉਹ ਵੀ ਸਤਿਗੁਰ ਦਿਆ ਕਰਦੇ ਨੇ, ਕੋਈ ਐਸੀ ਗੱਲ ਨਹੀਂ ਹੈਗੀ। ਪਰ ਜੇ ਐਵੇਂ ਹੀ ਜਿਸ ਤਰ੍ਹਾਂ ਕਹਿੰਦੇ ਆ ਕਿ ਬਹੁਤਾ ਮੂੰਹ ਅੱਡੀਏ ਤੇ ਫਿਰ ਮੱਖੀਆਂ ਹੀ ਪੈਂਦੀਆਂ ਨੇ। ਉਹਨਾਂ ਨੇ ਦੱਸਿਆ, ਕਹਿਣ ਲੱਗੇ ਕਿ ਮਹਾਰਾਜ ਬੜੀ ਦਇਆ ਸਤਿਗੁਰਾਂ ਦੀ, ਕਿੱਥੇ ਅਸੀਂ ਪਹੁੰਚ ਗਏ ਹਾਂ। ਅੱਜ ਦੁਕਾਨਾਂ ਬਹੁਤ ਵੱਡੀਆਂ ਨੇ, ਇੰਨੇ ਨੇ 20-25 ਸੇਲਮੈਨ ਕੰਮ ਕਰ ਰਹੇ ਨੇ, ਜਾਇਦਾਦ ਕੋਲ ਹੈ, ਪੈਸੇ ਕੋਲ ਹੈ, ਤੰਦਰੁਸਤੀਆਂ ਕੋਲ ਹੈ, ਸਭ ਕੁਛ ਹੀ ਬੜਾ ਵਧੀਆ ਹੁੰਦਾ ਹੈ। ਪਰ ਕਹਿੰਦੇ ਫਿਰ ਵੀ ਕਿਸੇ ਵੇਲੇ ਇਸ ਤਰ੍ਹਾਂ ਹੋ ਜਾਂਦਾ ਹੈ। ਆਪ ਵੀ ਉਹਨਾਂ ਨੇ ਗੱਲ ਦੱਸੀ, ਕਹਿੰਦੇ ਕਿਸੇ ਵੇਲੇ ਘਰ ਬੈਠੇ ਹੋਈਦਾ ਹੈ, ਬੜਾ ਵਧੀਆ ਸਤਿਗੁਰਾਂ ਸਤਸੰਗ ਸੁਣ ਕੇ ਬੈਠੇ ਹੁੰਦੇ ਆ। ਕਈ ਵਾਰੀ ਕਹਿੰਦੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਹੋਇਆ ਵਾ ਸਾਡੇ ਨਾਲ, ਬਚਨ ਆਏ, ਕੋਈ ਬੜੇ ਵਧੀਆ ਮਨ ਨੂੰ ਐ ਲੱਗੇ, ਮਨ ਜੁੜ ਗਿਆ, ਜਿਹੜੀਆਂ ਨਿੱਕੀਆਂ ਮੋਟੀਆਂ ਚਿੰਤਾ ਸੀ ਉਹ ਵੀ ਛੱਡ ਦਿੱਤੀਆਂ ਕਿ ਠੀਕ ਹੈ ਚਲੋ ਕੋਈ ਗੱਲ ਨਹੀਂ, ਸਭ ਕੁਛ ਕਹਿੰਦੇ ਉਹਦੇ ਵਿੱਚ ਚੱਲ ਰਹੇ ਹੁੰਦੇ ਆ। ਤੇ ਅਜੇ ਇੱਕ ਅੱਧਾ ਦਿਨ ਹੀ ਲੰਘਦਾ ਹੈ ਤੇ ਕੋਈ ਯਾਰ ਦੋਸਤ ਆ ਜਾਂਦਾ ਹੈ, ਕਹਿੰਦੇ ਆ ਕੇ ਤੇ ਕੀ ਕਹੇਗਾ ਕਿ ਯਾਰ ਇੱਕ ਨਾ ਤੇਰੇ ਫਾਇਦੇ ਵਾਲਾ ਸੌਦਾ ਹੈ ਇੱਕ। ਉਹ ਕਹਿੰਦਾ ਕਿ ਕਿਹੜਾ ਮੇਰੇ ਫਾਇਦੇ ਵਾਲਾ? ਕਹਿੰਦਾ ਬਈ ਆ ਤੇਰੇ ਲਾਗੇ ਤੁਹਾਨੂੰ ਪਤਾ ਨਹੀਂ ਹੋਣਾ, ਮੈਂ ਕੰਮ ਕਰਦਾ ਪ੍ਰੋਪਰਟੀ ਡੀਲਰ ਦਾ, ਜਾਂ ਮੈਨੂੰ ਪਤਾ ਹੈ ਇਸ ਚੀਜ਼ ਦਾ। ਉਹ ਬੰਦਾ ਇੱਕ ਆ, ਉਹਦੀ ਪ੍ਰੋਪਰਟੀ ਆ 1 ਕਰੋੜ ਰੁਪਏ ਦੀ, 1 ਕਰੋੜ ਰੁਪਏ ਦੀ ਪ੍ਰੋਪਰਟੀ ਆ ਤੇ 60 ਲੱਖ 'ਚ ਮਿਲਦੀ ਪਈ ਹੈ ਸਾਨੂੰ, ਉਹਨੂੰ ਲੋੜ ਬੜੀ ਆ, ਦੇਖ ਲੈ ਜੇ ਤੂੰ ਲੈ ਸਕਦਾ ਤੇ ਲੈ ਲਾ। ਉਹ ਕਹਿੰਦਾ ਕਿ ਚੰਗੇ ਭਲੇ ਬੈਠੇ ਹੁੰਦੇ ਆ, ਸਭ ਕੁਛ ਕੋਲ ਹੁੰਦਾ ਆ, ਪਲਾਟ ਅੱਗੇ ਵੀ ਬੜੇ ਹੈਗੇ ਨੇ, ਜਾਇਦਾਦ ਅੱਗੇ ਵੀ ਬੜੀ ਹੈਗੀ ਹੈ, ਪੈਸੇ ਵੀ ਕੋਲ ਹੁੰਦੇ ਨੇ, ਪਰ ਹੁਣ ਉਹ ਚੀਜ਼ ਕੀ ਹੈ, ਜਿੰਨੇ ਦਾ ਜੇ ਸਾਡੇ ਕੋਲ 40 ਲੱਖ ਹੈ ਤੇ ਉਹਨੇ ਕਹਿ ਦੇਣਾ ਹੈ ਕਿ ਕਰੋੜ ਦੀ ਪ੍ਰੋਪਰਟੀ 60 ਲੱਖ 'ਚ ਮਿਲਦੀ, ਵੀ ਹੁਣ 20 ਲੱਖ ਦਾ ਇੰਤਜ਼ਾਮ ਕਰਨਾ ਪੈਣਾ। ਕਹਿੰਦਾ ਮਨ ਫਿਰ ਲੱਗ ਜਾਂਦਾ ਹਿਸਾਬਾਂ ਧਾਬਾਂ 'ਚ ਉਸੇ 'ਚ ਹੀ। ਕਹਿੰਦਾ ਫਿਰ ਰੋਜ਼ ਗਿਣਤੀਆਂ ਮਿਣਤੀਆਂ, ਅੱਜ ਇੰਨੇ ਹੋ ਗਏ, ਇੱਧਰੋਂ ਫੜ ਲੈਂਦੇ ਆ, ਉਹ ਫੜ ਲੈਂਦੇ ਆ। ਕਹਿੰਦਾ ਉਹ ਜਿਹੜਾ ਸਤਿਗੁਰਾਂ ਦਾ ਦਇਆ ਕਿਰਪਾ ਜਿਹੜਾ ਪਿਆਰ ਮਿਲਿਆ ਹੁੰਦਾ ਹੈ, ਜੋ ਵੀ ਚੀਜ਼ ਹੈ ਉਹ ਛੁੱਟ ਜਾਂਦੀ ਹੈ। ਕਹਿੰਦਾ ਉਹ ਪਲਾਟ ਲੈ ਕੇ ਉਹ ਵੀ ਰੱਖ ਲਈਦਾ ਕੋਲ। ਹੁਣ ਉਹਨਾਂ ਨਾਲ ਸੁੱਖ ਨਹੀਂ ਹੋ ਰਿਹਾ ਕੋਈ ਵੀ। ਫਿਰ ਕੋਈ ਹੁੰਦਾ ਹੈ, ਫਿਰ ਅੱਗੇ ਕੋਈ ਨਾ ਕੋਈ ਐਸੀ ਚਾਲ ਚੱਲ ਪੈਂਦੀ ਹੈ। ਮਤਲਬ ਇਹਨੇ ਮਨ ਨੇ ਕੋਈ ਨਾ ਕੋਈ ਚਾਲ ਚਲਾ ਕੇ ਰੱਖਣੀ ਹੈ। ਇੱਕ ਜਿਹੜਾ ਗੁਰੂ ਦਾ ਸਿੱਖ ਹੈ ਉਹੀ ਚੋਂ ਬਚੇਗਾ, ਕਿਉਂਕਿ ਸਤਿਗੁਰ ਐਸਾ ਸਾਨੂੰ ਢੰਗ ਦੱਸ ਦਿੰਦੇ ਨੇ ਜੀਣ ਦਾ। ਤੈਨੂੰ ਸੁਣਿਆ ਕਿ ਕਰ ਕਰ ਹਾਰਿਓ ਅਨੇਕ ਬਹੁ ਭਾਂਤੀ, ਛੋੜੇ ਕਤੂ ਨਾਈ। ਮੈਂ ਬੜੀ ਇਹ ਤੋਂ ਬਚਣ ਦੀ ਕੋਸ਼ਿਸ਼ ਕਰਦਾ ਵਾਂ, ਅਲੱਗ ਅਲੱਗ ਤਰ੍ਹਾਂ ਦੇ ਕਰਮ ਕਰਦਾ ਹਾਂ, ਹਰ ਤਰ੍ਹਾਂ ਕੋਸ਼ਿਸ਼ ਕਰਦਾ ਹਾਂ, ਪਰ ਇਹ ਛੱਡਦੇ ਨਹੀਂ ਹੈ ਮੈਨੂੰ, ਮੇਰਾ ਖਹਿੜਾ ਨਹੀਂ ਛੱਡਦੇ। ਹਾਂਜੀ। ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋੜੇ
कतहु नाही। एक बात सुन ताकी ओटा, साध संग मिट जाही। ਕਹਿੰਦੇ ਇੱਕ ਗੱਲ ਜਿਹੜੀ ਸੀ, ਇੱਕੋ ਚੀਜ਼ ਨੇ ਮੈਨੂੰ ਮੇਰਾ ਬਚਾਅ ਕੀਤਾ, ਜਿਹਨੇ ਮੈਨੂੰ ਧੀਰਜ ਦਿੱਤਾ। ਕਹਿੰਦੇ ਏਕ ਬਾਤ ਸੁਣ ਤਾਂ ਕੀ ਔਟਾ, ਸਾਧ ਸੰਗ ਮਿਟ ਜਾਈ। ਕਹਿੰਦੇ ਮੈਂ ਇਹ ਗੱਲ ਸੁਣੀ ਏ, ਇਹ ਗੱਲ ਮੈਨੂੰ ਪਤਾ ਲੱਗੀ ਕਿ ਬਈ ਸੰਤਾਂ ਦੇ ਸੰਗ ਦੇ ਵਿੱਚ ਆਣ ਕੇ ਇਹ ਜਿਹੜੇ ਪੰਜੇ ਚੋਰ ਜਿਹੜੇ ਖਹਿੜਾ ਛੱਡ ਜਾਂਦੇ ਨੇ, ਜਿਹੜੇ ਤੁਹਾਡੀ ਔਟ ਲੈ ਲੈਂਦੇ ਨੇ, ਜਿਹੜੇ ਤੁਹਾਡੇ ਉਸ ਰਸਤੇ ਤੇ ਚੱਲ ਪੈਂਦੇ ਨੇ, ਤੁਹਾਡੇ ਬਚਨਾਂ ਦੀ ਔਟ ਲੈ ਲੈਂਦੇ ਨੇ। ਕਹਿੰਦੇ ਉਹਨਾਂ ਦਾ ਇੱਕ ਜਿਹੜੇ ਆ ਦੂਤ ਜਿਹੜੇ ਖਹਿੜਾ ਛੱਡ ਦਿੰਦੇ ਨੇ। ਬੜੇ ਬੜੇ, ਜਿਸ ਤਰ੍ਹਾਂ ਦੱਸਿਆ ਕਿ ਵੱਡੇ ਵੱਡੇ ਰਿਸ਼ੀ ਮੁਨੀ, ਬੜੇ ਬੜੇ ਜਿਹੜੇ ਬਲਵਾਨ ਸੀ, ਉਹਨਾਂ ਦੀ ਪੇਸ਼ ਨਹੀਂ ਗਈ। ਪਰ ਜਿਹੜੇ ਸਤਿਗੁਰਾਂ ਦੇ ਰਸਤੇ ਤੇ ਆ ਗਏ, ਜਿਨ੍ਹਾਂ ਨੇ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ, ਉਹਨਾਂ ਦੀ ਸ਼ਰਨ ਦੇ ਵਿੱਚ ਆ ਗਏ, ਆਪਣਾ ਬਲ ਹਾਰ ਗਏ ਕਿ ਮਹਾਰਾਜ ਜੀ ਮੇਰੀ ਪੇਸ਼ ਨਹੀਂ ਜਾਂਦੀ, ਹੁਣ ਮੈਂ ਤੁਹਾਡੇ ਹਵਾਲੇ, ਜਿੱਦਾਂ ਤੁਸੀਂ ਕਹੋਗੇ ਮੈਂ ਉੱਦਾਂ ਚੱਲਾਂਗਾ। ਬੜਾ ਛੋਟੇ ਛੋਟੇ ਉਪਾਅ ਦੇ ਨਾਲ ਹੀ ਇਹ ਮਨ ਜਿਹੜਾ ਸੀ ਉਹਨਾਂ ਨੇ ਧੀਰਜ ਫੜ ਲਿਆ। ਨਹੀਂ ਤਾਂ ਅਸੀਂ ਦੇਖਦੇ ਹਾਂ ਲੋਕੀ ਘਰ-ਬਾਰ ਛੱਡ ਕੇ ਪਹਾੜਾਂ 'ਚ ਚਲੇ ਜਾਂਦੇ ਨੇ, ਜੰਗਲਾਂ 'ਚ ਚਲੇ ਜਾਂਦੇ ਨੇ, ਧੂਣੀਆਂ ਤਪਾਉਂਦੇ ਨੇ, ਕਈ ਕੁਛ ਕਰਦੇ ਨੇ, ਨੰਗੇ ਰਹਿਣਾ ਸ਼ੁਰੂ ਕਰ ਦਿੰਦੇ ਆ, ਭੁੱਖੇ ਰਹਿਣਾ ਸ਼ੁਰੂ ਕਰ ਦਿੰਦੇ ਆ, ਵਰਤ ਰੱਖਦੇ ਨੇ ਜਿਹੜੇ ਵੱਡੇ, ਪਰ ਨਹੀਂ, ਮਨ ਨਹੀਂ ਪੇਸ਼ ਜਾਣ ਦਿੰਦਾ। ਇਸ ਤਰ੍ਹਾਂ ਕਰੀ ਉਸ ਕਹਿੰਦੇ ਸੁਥਰਾ ਜੀ, ਉਹ ਕਿਸੇ ਦੀ ਸੁਣਿਆ ਮਹਾਤਮਾ ਦੀ ਕਿ ਬੜੀ ਉਹਨਾਂ ਮਤਲਬ ਉੱਚੇ ਨੇ, ਬੜੀ ਉਹਨਾਂ ਦੇ ਅੰਦਰ ਸ਼ਾਂਤੀ ਏ, ਬਹੁਤ ਕਿਰਪਾਲੂ ਨੇ, ਬੜੀ ਦਇਆ ਕਰਦੇ ਨੇ, ਤੇ ਚਲੇ ਗਏ ਉਹਨਾਂ ਕੋਲ। ਮਹਾਤਮਾ ਬੈਠੇ ਸੀ ਸੰਗਤ ਦੇ ਵਿੱਚ, ਕਹਿਣ ਲੱਗੇ ਮਹਾਤਮਾ ਜੀ ਮੈਂ ਆਇਆ ਬੜੀ ਦੂਰੋਂ, ਤੇ ਬਈ ਇਸ ਤਰ੍ਹਾਂ ਕਿਉਂਕਿ ਮੈਂ ਪਹਿਲਾਂ ਵੀ ਇੱਕ ਦਿਨ ਦੱਸਿਆ ਸੀ ਕਿ ਪਹਿਲੇ ਜ਼ਮਾਨਿਆਂ ਦੇ ਵਿੱਚ ਇਹ ਮਾਚਿਸ, ਲਾਈਟਰ ਜਾਂ ਜੋ ਵੀ ਚੀਜ਼ਾਂ ਨਹੀਂ ਸੀ ਹੁੰਦੀਆਂ, ਤੇ ਉਹ ਅੱਗ ਜਿਹੜੀ ਸੀ ਰੱਖ ਲੈਂਦੇ ਹੁੰਦੇ ਸੀ ਕਿਸੇ ਨਾ ਕਿਸੇ ਚੀਜ਼ ਦੇ ਵਿੱਚੋਂ, ਜਿਸ ਤਰ੍ਹਾਂ ਸਵਾਹ ਸੂਹ 'ਚ ਦੱਬ ਕੇ ਉਹ ਅੱਗ ਰੱਖ ਲੈਂਦੇ ਹੁੰਦੇ ਸੀ, ਤੇ ਫਿਰ ਉਸੇ ਅੱਗ ਨੂੰ ਫਿਰ ਦੁਬਾਰਾ ਫੂਕ ਫਾਕ ਮਾਰ ਕੇ ਤੇ ਉਹਨੂੰ ਕਰ ਲੈਣਾ। ਤੇ ਉੱਥੇ ਆ ਗਏ ਸੁਥਰਾ ਜੀ, ਧਿਆਨ ਕੇ ਕਹਿਣ ਲੱਗੇ ਮਹਾਤਮਾ ਜੀ ਅੱਗ ਹੈਗੀ, ਅੱਗ ਥੋੜੀ। ਮਹਾਤਮਾ ਜੀ ਕਹਿਣ ਲੱਗੇ ਨਹੀਂ ਪੁੱਤਰ, ਨਹੀਂ ਬੇਟੇ, ਮੇਰੇ ਕੋਲ ਅੱਗ ਨਹੀਂ ਹੈਗੀ। ਫਿਰ ਥੋੜੀ ਦੇਰ ਬੈਠੇ ਸੰਗਤ ਦੇ ਵਿੱਚ, ਫਿਰ ਥੋੜੀ ਦੇਰ ਬਾਅਦ ਕਹਿਣ ਲੱਗੇ ਮਹਾਤਮਾ ਜੀ ਅੱਗ ਹੈਗੀ, ਅੱਗ। ਉਹ ਕਹਿੰਦੇ ਬੇਟੇ ਮੈਂ ਆਖਿਆ ਨਾ ਜੀ, ਨਹੀਂ ਨਹੀਂ ਮੇਰੇ ਕੋਲ ਨਹੀਂ ਹੈਗੀ ਅੱਗ। ਫਿਰ ਥੋੜੀ ਦੇਰ ਬੈਠੇ, ਫਿਰ ਹੌਲੀ ਜਿਹੀ ਕਹਿਣ ਲੱਗੇ ਲਾਗੇ ਜਾ ਕੇ ਮਹਾਤਮਾ ਜੀ ਅੱਗ ਹੈਗੀ ਤੁਹਾਡੇ ਕੋਲ ਅੱਗ? ਉਹ ਕਹਿੰਦੇ ਬੇਟੇ ਮੈਂ ਤੁਹਾਨੂੰ ਕਿਹਾ ਨਾ ਮੇਰੇ ਕੋਲ ਅੱਗ ਨਹੀਂ ਹੈਗੀ। 3 ਵਾਰੀ 4 ਵਾਰੀ 5 ਵਾਰੀ ਇਸ ਤਰ੍ਹਾਂ ਕੀਤਾ। ਫਿਰ ਉਹ ਥੋੜੀ ਦੇਰ ਬੈਠੇ ਹੀ, ਫਿਰ ਹੌਲੀ ਜਿਹੀ ਕਹਿਣ ਲੱਗੇ ਜਾ ਕੇ, ਕਹਿੰਦੇ ਮਹਾਰਾਜ ਇੱਕ ਮਾੜੀ ਜਿਹੀ ਗੱਲ ਪੁੱਛਣੀ ਸੀ ਤੁਹਾਨੂੰ। ਕਹਿੰਦੇ ਕੀ? ਕਹਿੰਦੇ ਅੱਗ ਹੈਗੀ ਹੈ। ਉਹ ਫੜ ਕੇ ਚੁੰਮਟਾ ਮਗਰ ਦੌੜ ਪਿਓ। ਕਹਿੰਦਾ ਮਹਾਰਾਜ ਲੱਗ ਗਿਆ ਪਤਾ, ਲੱਗ ਗਿਆ ਪਤਾ, ਤੁਸੀਂ ਐਵੇਂ ਨਾ ਕਰੀ ਜਾਂਦੇ, ਮੈਨੂੰ ਹੁਣ ਪਤਾ ਲੱਗ ਗਿਆ ਹੈਗੀ ਅੱਗ ਹੈਗੀ। ਕਹਿੰਦੇ ਇਹੋ ਹੀ ਦੇਖਣੀ ਸੀ ਮੈਂ, ਇਹੋ ਹੀ ਅੱਗ ਜਿਹੜੀ। ਇਸੇ ਤਰ੍ਹਾਂ ਹੀ ਸਾਡੇ ਅੰਦਰ ਵੀ ਉਹ ਜਿਹੜੀ ਕਿਤੇ ਨਾ ਕਿਤੇ ਦੱਬੀ ਬੈਠੀ ਹੈ। ਜਿਉਂ ਜਿਉਂ ਹਵਾ ਲੱਗਦੀ ਹੈ ਇਹਨੂੰ, ਫਿਰ ਜਿੰਨੀ ਜਿੰਨੀ ਉਹ ਦੂਰ ਬੈਠ ਪਈ ਉਨੀ ਉਨੀ ਜਿਹੜੀ ਮਚਣੀ ਸ਼ੁਰੂ ਹੋ ਜਾਂਦੀ ਹੈ। ਮਹਾਤਮਾ ਵੀ ਕਹਿਣ ਲੱਗੇ ਕਿ ਹਾਂ ਬਈ ਮੈਨੂੰ ਨਹੀਂ ਸੀ ਪਤਾ ਇਸ ਦਾ, ਪਰ ਹੁਣ ਪਤਾ ਚੱਲ ਗਿਆ, ਹੁਣ ਮੈਂ ਕੋਸ਼ਿਸ਼ ਕਰਾਂਗਾ। ਤੇ ਸਤਿਗੁਰ ਸਾਨੂੰ ਜਾਂਚ ਦੱਸਦੇ ਨੇ। ਧੋਖਾ ਨਹੀਂ ਖਾਂਦਾ ਗੁਰੂ ਦਾ ਸਿੱਖ ਕਿਸੇ ਪਾਸੋਂ ਵੀ। ਪਤਾ ਲੱਗ ਜਾਂਦਾ ਇਹਨੂੰ ਕਿ ਜਿਹੜੇ ਉਪਾਅ ਜਿਹੜੇ ਸਤਿਗੁਰੂ ਦੱਸਦੇ ਨੇ, ਫਿਰ ਉਹਨਾਂ 'ਚ ਕਰਦਾ, ਉਹਨਾਂ ਦੇ ਬਚਨਾਂ 'ਚ ਰਹਿੰਦਾ ਹੈ। ਔਰ ਇਹ ਨਹੀਂ ਕਿ ਕੋਈ ਪਹਾੜਾਂ 'ਤੇ ਜਾ ਕੇ ਜਾਂ ਕਿਸੇ ਤਰ੍ਹਾਂ ਕੋਈ ਭੁੱਖੇ ਰਹਿ ਕੇ ਇਹਨੇ ਮਨ ਨੇ ਇਹ ਕਿਤੇ ਵੱਸ 'ਚ ਆਉਣਾ ਹੈ। ਘਰ 'ਚ ਰਹਿ ਕੇ ਗ੍ਰਸਥੀ ਜੀਵਨ ਬਤੀਤ ਕਰਦਿਆਂ, ਦੁਕਾਨਾਂ ਕਰਦਿਆਂ, ਨੌਕਰੀਆਂ ਕਰਦਿਆਂ, ਸਭ ਕੁਛ ਕਰਦਿਆਂ ਕਰਾਉਂਦਿਆਂ ਵੀ ਸਤਿਗੁਰੂ ਕਿਰਪਾ ਕਰਦੇ ਨੇ। ਤੈਨੂੰ ਸੁਣਾਇਆ ਕਿ ਏਕ ਬਾਤ ਸੁਣ ਤਾਂ ਕੀ ਔਟਾ, ਸਾਧ ਸੰਗਤ ਮਿਟ ਜਾਈ। ਕਿ ਸਤਿਗੁਰੂ ਜੀ ਇੱਕ ਬਾਤ ਮੈਨੂੰ ਪਤਾ ਚੱਲੀ ਕਿ ਸਾਧੂਆਂ ਦੇ ਸੰਗ ਦੇ ਵਿੱਚ ਆਣ ਕੇ, ਸੰਤਾਂ ਦੀ ਉਹ ਸੰਗਤ ਕਰਕੇ, ਉਹਨਾਂ ਦੇ ਬਚਨਾਂ ਦੇ ਵਿੱਚ ਆ ਕੇ ਇਹ ਜਿਹੜੀ ਹੈ ਇਹ ਵਸ ਆ ਜਾਂਦੇ ਨੇ। ਹੋਰ ਇਹਨੂੰ ਵਸ ਕਰਨ ਦਾ ਕੋਈ ਯਤਨ ਨਹੀਂ ਹੈਗਾ। ਹਾਂਜੀ।
एक बात सुन ताकी ओटा, साध संग मिट जाही, कर कृपा संत मिले मोहे, तिन ते धीरज पाया, हाँ जी। संति मंत दियो मोहे निरभो, गुर का शब्द कमाया। ਇਹ ਜਿਹੜੀ ਸਤਿਗੁਰਾਂ ਦੀ ਦਇਆ ਕਿਰਪਾ ਹੁੰਦੀ ਹੈ, ਜਦੋਂ ਅਸੀਂ ਸੰਗਤ 'ਚ ਆਉਂਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਹੈ, ਸੰਤਾਂ ਨਾਲ ਮਿਲ ਕੇ ਸੰਗਤ ਦੇ ਵਿੱਚ ਬੈਠ ਕੇ ਉਹਨਾਂ ਦੇ ਬਚਨਾਂ ਨੂੰ ਕਮਾ ਕੇ ਫਰਮਾਇਆ ਕਿ ਕਰ ਕਿਰਪਾ ਸੰਤ ਮੇਰੇ ਮੋਹੇ। ਇਹ ਕੋਈ ਸਾਡੀ ਕੋਈ ਵਡਿਆਈ ਨਹੀਂ, ਕੋਈ ਸਾਡੀ ਕੋਈ ਚੀਜ਼ ਨਹੀਂ ਹੈ, ਇਹ ਸਤਿਗੁਰਾਂ ਨੇ ਕਿਰਪਾ ਕੀਤੀ। ਕਿਉਂਕਿ ਜਿਹੜਾ ਅੰਨਾ ਬੰਦਾ ਆ ਕਦੀ ਉਸ ਸਜਾਖੇ ਨੂੰ ਨਹੀਂ ਫੜ ਸਕਦਾ, ਸਜਾਖੇ ਨੂੰ ਨਹੀਂ ਲੱਭ ਸਕਦਾ। कहते कि सरकार की महफिल को सरकार सजाते हैं, आते हैं वही जिन्हें सरकार बुलाते हैं। मैं मदीने जाऊं मेरी औकात नहीं है, सरकार बुला ले तो कोई बड़ी बात नहीं है। ਅਸੀਂ ਉਹਨਾਂ ਦੇ ਕੋਲ ਜਾਈਏ, ਸਾਡੇ ਕੋਲ ਕਿਹੜਾ ਗੁਣ ਹੈਗਾ, ਕਿਹੜੀਆਂ ਸਾਡੇ ਕੋਲ ਅੱਖਾਂ ਕਿ ਅਸੀਂ ਉਹਨਾਂ ਨੂੰ ਲੱਭ ਸਕੀਏ। ਉਹ ਦਇਆ ਕਿਰਪਾ ਕਰਕੇ ਆਪ ਹੀ ਸਾਨੂੰ ਬੁਲਾਉਂਦੇ ਨੇ, ਆਪ ਹੀ ਸਾਨੂੰ ਸੱਦਦੇ ਨੇ, ਆਪ ਹੀ ਸਾਡੇ ਨਾਲ ਆਉਂਦੇ ਨੇ, ਆਪ ਹੀ ਆਣ ਕੇ ਸਾਨੂੰ ਬਿਠਾਉਂਦੇ ਨੇ। ਜੋ ਕਿਰਪਾ ਨਾ ਕਰਨ, ਦਇਆ ਨਾ ਕਰਨ, ਤੇ ਕੋਈ ਉਹਨਾਂ ਨੂੰ ਲੱਭ ਨਹੀਂ ਸਕਦਾ। ਤਾਂ ਹੋਇਆ ਕਿ ਕਰ ਕਿਰਪਾ ਸੰਤ ਮੇਰੇ ਮੋਹੇ, ਕਿ ਉਹਨਾਂ ਨੇ ਮੇਰੇ ਤੇ ਕਿਰਪਾ ਕੀਤੀ, ਦਇਆ ਕੀਤੀ ਕਿ ਮੈਨੂੰ ਆਪਣੇ ਨਾਲ ਉਹਨਾਂ ਨੇ ਮਿਲਾ ਲਿਆ। ਫਿਰ ਉਹਨੇ ਕਿਹਾ ਕਿ ਤਿੰਨ ਤੇ ਧੀਰਜ ਪਾਇਆ। ਫਿਰ ਮੇਰੇ ਮਨ ਨੂੰ ਧੀਰਜ ਹੋਇਆ ਕਿ ਬਈ ਜੇ ਸਤਿਗੁਰਾਂ ਨੇ ਦਇਆ ਕੀਤੀ ਹੈ, ਮੈਨੂੰ ਆਪਣੇ ਕੋਲ ਲੈ ਆਂਦਾ ਹੈ, ਜੇ ਮੈਨੂੰ ਉਹਨਾਂ ਨੇ ਆਪਣਾ ਬਣਾ ਲਿਆ ਹੈ तो फिर दया जरूर करनगे। मैं हम रुलते फिरते कोई बात ना पूछता, जो रुलते फिरते उदों कोई सानू कोई पुछदा नहीं, साडे लागे नहीं खलोंदा। तो बई जे सतगुरां ने दया कीती है, सानू मिले ने, सानू उन्होंने अपना बना लिया है, तो फिर मन धीर जाता कि हाँ भी उन्होंने बचना सुन के, क्योंकि सतगुरु एक मेहरबान ने, वही बख्शणहार ने। मैं कल भी बाहर उत्थे बैठे हुए गल कर रहे थे ना कि गुरु महाराज ने फरमाया कि बई जिन्ना मान करोगे मैं उन्ना ही भरांगा। कोई ये नहीं कि किसी तरह की कोई बाहर की कोई तपस्या की गल की, तप की गल की, बड़े साफ सुथरे की गल की, वो आउंदे ही मैलिਆਂ ਨੂੰ ਧੋਣ वास्ते ने। साबन बनया कदे वास्ते है? वो साडे वास्ते ही आउंदे ने। साडियां जे मैलां तो वो जे वो गुरेज करनगे तो साडियां मैलां कदी लथ नहीं सकदियां। पर ये चीज़ हैगी है कि असीं भी जिस तरह पिछे भी चौथे पातशाह दे जिहदे वचन आए सी कि उन्हां विश्वास हो जाए, भरोसा बन जाए, वो असीं सिख बन जाइए उन्हां दे पहलां। जिहड़ा सिख होएगा उहदियां मैलां सारियां ला दिंदे ने, उहदे कर्म बदल के रख दिंदे ने। पर जिहड़ा उस रस्ते आउंदा नहीं, जिहड़ा उन्हां दा बणिया ही नहीं, उहदे नाल उहदे किस तरह कर्मां दे विच दखल दे सकदे आ। जिहड़ा उन्हां दा बन गया उन्हां कोल फिर राइट हुंदा है, वो कर्म बदल दिंदे ने। पर जिस तरह हुणे दस्सिया कि साबण, जिस तरह कोई कपड़े धोंदा है तो कपड़े धोंदा है तो उहदे कोल साबण हुंदा, साबण लाउंदा है। असीं कई वारी कहंदे आ ना, सानू आ फलानी चीज़ का दुख, फलानी चीज़ का कष्ट, फलानी चीज़ का, जे सतगुरां दी वो रमज नूं समझ आईए, जो उन्हां दे बचनां ते चल पईए तो बई कोई चीज़ नहीं हुंदी। फिर ये मार क्यों पैंदी है? क्योंकि असी अपने आप को जो कहने उन्हें हवाले किया, जो उन्होंने सीखिया, तो फिर उन्होंने लाज पैंदी है इस चीज़ की। फिर उन्होंने जिस तरह भी आ इनू करना है साफ। जिस तरह असी कपड़े धोने या बीबियां कपड़े धोंदियां ने तो पहला की करदियां ने, साबण लाउंदियां ने।
ਸਾਬਣ ਨਾਲ ਮੈਲ ਜਿਹੜੀ ਉਗੜਦੀ ਹੈ ਲੱਥਦੀ ਹੈ, ਪਰ ਜੇ ਸਾਬਣ ਨਾਲ ਨਾ ਲੱਥੇ, ਸਾਬਣ ਲਾਇਆ ਹੋਵੇ, ਫਿਰ ਕੀ ਹੁੰਦਾ ਦੁਬਾਰਾ? ਫਿਰ ਥਾਪੀ ਹੁੰਦੀ ਹੈ। ਥਾਪੀ ਨਾਲ ਫਿਰ ਜੇ ਨਹੀਂ ਸਾਬਣ ਨਾਲ ਨਿਕਲਦੀ, ਫਿਰ ਥਾਪੀ ਨਾਲ ਉਹ ਨਿਕਲਦੀ ਹੈ ਮਾਰ, ਕਿਉਂਕਿ ਉਹਨਾਂ ਨੇ ਮੈਲ ਕੱਢਣੀ। ਇਸ ਤਰ੍ਹਾਂ ਇਹਨੇ ਲਿਬੜੇ ਤਿਬੜੇ ਨੇ ਤਾਂ ਉੱਥੇ ਜਾਣਾ ਨਹੀਂ ਆਪਣੇ ਘਰ। ਉਹ ਫਿਰ ਆਪਣੇ ਤਰੀਕੇ ਦੇ ਨਾਲ ਇਹਨੂੰ ਚਲਾਉਂਦੇ ਨੇ। ਫਿਰ ਸਾਨੂੰ ਦੁੱਖ ਲੱਗਦਾ, ਫਿਰ ਸਾਨੂੰ ਮਹਿਸੂਸ ਹੁੰਦਾ ਹੈ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ, ਆਹ ਕਿਉਂ ਹੋ ਰਿਹਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਆਹ ਇੱਦਾਂ ਹੈ। ਪਰ ਇਸ ਤਰ੍ਹਾਂ ਨਹੀਂ ਕਦੀ ਵੀ। ਸਤਿਗੁਰ ਦਇਆ ਕਿਰਪਾ ਕਰਦੇ ਨੇ, ਸ਼ੁਰੂ ਤੋਂ ਸਾਨੂੰ ਇੱਕ ਵਾਰਨਿੰਗ ਦਿੰਦੇ ਨੇ, ਚਲਾਉਂਦੇ ਨੇ। ਤੈਨੂੰ ਸੁਣਾਇਆ ਕਿ ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਆਇਆ। ਅੱਗੇ ਹੋਣਾ ਕਿ ਸੰਤੀ ਮੰਤ ਦਿਓ ਮੋਹੇ ਨਿਰਭਉ, ਗੁਰੂ ਕਾ ਸ਼ਬਦ ਕਮਾਇਆ। ਇਸ ਗੱਲ ਤੇ ਧੀਰਜ ਆਇਆ, ਮਨ ਸੰਤ ਮਿਲੇ ਤੇ ਉਹਨਾਂ ਨੇ ਫਿਰ ਉਹ ਜਿਹੜਾ ਮੰਤਰ ਦਿੱਤਾ, ਕਿਹੜਾ ਐਸਾ ਮੰਤਰ ਦਿੱਤਾ ਜਿਹਨੇ ਮੇਰੇ ਮਨ ਦੇ ਵਿੱਚੋਂ ਹਰ ਕੋਈ ਭੈ ਕੱਢ ਦਿੱਤੇ, ਹਰ ਕੋਈ ਡਰ ਕੱਢ ਦਿੱਤੇ, ਨਿਰਭਉ ਕਰ ਦਿੱਤਾ। ਬੜੀਆਂ ਦੁਨੀਆ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਜਿੱਥੋਂ ਅਸੀਂ ਡਰਦੇ ਹਾਂ। ਮੈਂ ਕਈ ਵਾਰੀ ਦੱਸਿਆ ਹੈ ਕਿ ਰੋਜ਼ ਸਾਡੇ ਸਮਾਜ 'ਚ ਕੁਛ ਨਾ ਕੁਛ ਐਸੀਆਂ ਚੀਜ਼ਾਂ ਹੁੰਦੀਆਂ ਨੇ। ਆ ਪਿੱਛੇ ਬਿਮਾਰੀ ਚੱਲ ਰਹੀ, ਜਿਹੜੀ ਮਹਾਂਮਾਰੀ ਕਹਿੰਦੇ ਕਰੋਨਾ ਆ ਗਈ, ਤੇ ਬਈ ਸਾਰੇ ਸੰਸਾਰ ਦੇ ਵਿੱਚ ਅਲੱਗ ਤਰ੍ਹਾਂ ਦਾ ਇੱਕ ਮਾਹੌਲ ਬਣਿਆ ਪਿਆ। ਪਰ ਜਿਹੜਾ ਗੁਰੂ ਦੀ ਗੋਦ ਦੇ ਵਿੱਚ ਹੈ, ਗੁਰੂ ਦੇ ਬਚਨਾਂ ਦੇ ਉੱਤੇ ਹੈ, ਗੁਰੂ ਦੇ ਬਚਨ ਨੂੰ ਸਮਝ ਲਿਆ ਹੈ, ਉਹਨੂੰ ਕਾਹਦਾ ਉਸ ਚੀਜ਼ ਦਾ ਡਰ ਹੈ? ਉਹ ਆਪਣਾ ਫਰਜ਼ ਕਰਦਾ ਹੈ, ਜੋ ਗੁਰੂ ਦਾ ਹੁਕਮ ਹੈ ਉਹਨੂੰ ਪੂਰਾ ਚੱਲਦਾ ਉਹਦੇ ਉੱਤੇ। ਪਰ ਰੋਜ਼ ਰੋਜ਼ ਮਰਦਾ ਨਹੀਂ ਹੈਗਾ ਜਿਸ ਤਰ੍ਹਾਂ ਦੁਨੀਆ ਮਰਦੀ ਹੈ। ਉਹ ਕੰਮ ਵੀ ਕਰਦਾ ਹੈ, ਦੁਕਾਨਾਂ ਤੇ ਵੀ ਜਾਂਦਾ ਹੈ, ਨੌਕਰੀਆਂ ਤੇ ਵੀ ਜਾਂਦਾ ਹੈ, ਘਰ 'ਚ ਵੀ ਆਪਣੇ ਕੰਮ ਕਰਦਾ ਹੈ, ਭਜਨ ਸਿਮਰਨ ਵੀ ਕਰਦਾ ਹੈ, ਸ਼ਬਦ ਵੀ ਸੁਣਦਾ ਹੈ, ਸਭ ਕੁਛ ਕਰਦਾ ਹੈ ਜੋ ਉਹਦੀ ਰੂਟੀਨ ਹੈ। ਕਿਉਂਕਿ ਜਿਹੜਾ ਜਦੋਂ ਸੱਚਾਈ ਦਾ ਪਤਾ ਲੱਗ ਗਿਆ ਕਿ ਜੋ ਹੋਣਾ, ਕਹਿੰਦੇ ਹੋਗਾ ਵਹੀ ਜੋ ਰਾਮ ਰਚ ਰਾਖਾ, ਕਿਉਂ ਕਰ ਤਰਕ ਬੜਾਵੇ ਸਾਕਾ। ਕਾਹਦੇ ਵਾਸਤੇ ਅਸੀਂ ਟੈਨਸ਼ਨਾਂ ਲਈ ਜਾਂਦੇ ਹਾਂ? ਜੋ ਹੋਣਾ ਹੈ ਹੋਣਾ ਹੈ, ਜੋ ਨਹੀਂ ਹੋਣਾ ਉਹ ਨਹੀਂ ਹੋਣਾ। ਸਤਿਗੁਰ ਐਸੀ ਦਇਆ ਕਰਦੇ ਨੇ। ਪਰ ਜਿਸ ਤਰ੍ਹਾਂ ਨੇ ਕਿਹਾ, ਸੰਤੀ ਮੰਤ ਦਿਓ ਮੋਹੇ ਨਿਰਭਉ, ਗੁਰ ਕਾ ਸ਼ਬਦ ਕਮਾਇਆ। ਇਹ ਭੈ ਕਿਹਦੇ ਦੂਰ ਹੁੰਦੇ ਨੇ? ਜਿਹਨੇ ਸ਼ਬਦ ਕਮਾਇਆ ਹੋਵੇ, ਗੁਰੂ ਦਾ ਸ਼ਬਦ। ਲੈਣ ਨਾਲ ਨਹੀਂ ਕਿ ਡਾਕਟਰ ਕੋਲ ਦਵਾਈ ਲਿਆ ਕੇ ਰੱਖ ਲਈਏ, ਘਰ ਰੱਖ ਲਈਏ ਤੇ ਹੁਣ ਸਾਡੀ ਬਿਮਾਰੀ ਦੂਰ ਹੋ ਜਾਏਗੀ। ਅਸੀਂ ਨਾਮ ਲੈ ਲਿਆ ਹੈ, ਹੁਣ ਸਾਨੂੰ ਕੋਈ ਦੁੱਖ ਨਹੀਂ ਆਏਗਾ। ਹੁਣ ਨਾਮ ਲੈ ਲਿਆ ਹੈ, ਹੁਣ ਸਾਡਾ ਮਨ ਘਬਰਾਏਗਾ ਨਹੀਂ। ਨਹੀਂ, ਇਸ ਤਰ੍ਹਾਂ ਨਹੀਂ। ਅਸੀਂ ਦੇਖਦੇ ਹੁਣੇ ਪਹਿਲਾਂ ਜਿਸ ਤਰ੍ਹਾਂ ਦੱਸਿਆ ਹੈ ਕਿ ਸਾਰੇ ਸੰਸਾਰ ਦੀ ਹਾਲਤ ਦੇਖੀਏ। ਬੜੇ ਲੋਕਾਂ ਨੇ, ਕੋਈ ਮਾਤਾ ਤੇ ਜਾਂਦਾ ਹੈ, ਕੋਈ ਕਿਤੇ ਡੇਰੇ ਜਾਂਦਾ ਹੈ, ਕੋਈ ਗੁਰਦੁਆਰੇ ਜਾਂਦਾ ਹੈ, ਕੋਈ ਮੰਦਿਰ ਜਾਂਦਾ ਹੈ, ਪਰ ਨਹੀਂ, ਸਾਰੇ ਹੀ ਦੁਖੀ ਨੇ, ਕਿਉਂਕਿ ਆਪਣੇ ਆਪਣੇ ਸਤਿਗੁਰਾਂ ਦਾ ਬਚਨ ਨੂੰ ਕਮਾਇਆ ਵੀ ਨਹੀਂ। ਅਸੀਂ ਸੁਣੀ ਜਾਂਦੇ ਹਾਂ, ਸੁਣਾਈ ਜਾਂਦੇ ਹਾਂ, ਪਰ ਕਮਾਉਂਦੇ ਨਹੀਂ ਉਸ ਬਚਨ ਨੂੰ। ਜਦੋਂ ਤੱਕ ਅਸੀਂ ਉੱਤੇ ਆਪ ਚੱਲਦੇ ਨਹੀਂ ਹਾਂ, ਉਦੋਂ ਤੱਕ ਉਹ ਨਿਰਭਉ ਵਾਲੀ ਜਿਹੜੀ ਸਥਿਤੀ ਨਹੀਂ ਆਏਗੀ। ਇਹਦਾ ਮਨ ਡਰਦਾ ਹੀ ਰਹੇਗਾ, ਕਦੀ ਕਿਸੇ ਚੀਜ਼ ਤੋਂ ਡਰੇਗਾ, ਕਦੀ ਕਿਸੇ ਗੱਲ ਤੋਂ ਡਰੇਗਾ। ਕਿਉਂਕਿ ਦੁਨੀਆ 'ਚ ਤੇ ਜੋ ਦੇਖੋ ਉਤਾਰ ਚੜਾਵ ਬਣੇ ਨੇ, અને ਉਹ ਨਹੀਂ ਮਿਟਿਆ। ਅੱਜ ਸੂਰਜ ਗ੍ਰਹਿਣ ਲੱਗ ਗਿਆ, ਅੱਜ ਬੜੀਆਂ ਖਬਰਾਂ ਚੱਲ ਰਹੀਆਂ ਕਿ ਇਸ ਤਰ੍ਹਾਂ ਹੋ ਗਿਆ, ਉਸ ਤਰ੍ਹਾਂ ਹੋ ਜਾਇਆ, ਇਸ ਤਰ੍ਹਾਂ ਹੋ ਜਾਣਾ, ਉਸ ਤਰ੍ਹਾਂ ਹੋ ਜਾਣਾ ਹੈ। ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ। ਪਰ ਥੋੜੇ ਦਿਨ ਪਹਿਲਾਂ ਵੀ ਸਤਸੰਗ ਦੇ ਵਿੱਚ ਇਹੋ ਹੀ ਭਜਨ ਆਏ ਸੀ ਕਿ ਅਨੇਕ ਉਪਾਉ ਕੀਏ ਗੁਰੂ ਕਾਰਨ। ਕਹਿੰਦੇ ਸਾਡੇ ਕਾਰਨਾਂ ਕਰਕੇ ਉਹ ਗੱਲ ਨਹੀਂ ਬਣਨੀ, ਸਾਡੇ ਕਰਨ ਕਰਕੇ ਉਹਨਾਂ ਚੀਜ਼ਾਂ ਨਹੀਂ। ਜੋ ਗੁਰੂ ਕਹਿੰਦਾ ਉਹ ਕਰਨਾ ਹੈ। ਇਹ ਗੁਰੂ ਕੀ ਕਾਰ ਕਮਾ, ਜੋ ਗੁਰੂ ਕਹਿੰਦਾ ਉਹ ਅਸੀਂ ਕਰਦੇ ਨਹੀਂ। ਹੋਰ ਦੁਨੀਆ ਦੇ ਅਨੇਕਾਂ ਯਤਨ ਅਸੀਂ ਕਰੀ ਜਾਂਦੇ ਹਾਂ, ਜੋ ਸੁਣੇ ਸੁਣਾਏ ਅਸੀਂ ਕਰੀ ਜਾਂਦੇ ਹਾਂ, ਉਹਦਾ ਕੀ ਫਾਇਦਾ ਹੋਏਗਾ ਸਾਨੂੰ? ਜੋ ਗੁਰੂ ਕਹਿੰਦਾ ਉਹ ਕਰ। ਕਿਸੇ ਚੀਜ਼ ਦੀ ਕੋਈ ਡਰ ਨਹੀਂ, ਕਿਸੇ ਚੀਜ਼ ਦੀ ਕੋਈ ਸਾਨੂੰ। ਮੈਂ ਕਈ ਵਾਰੀ ਦੱਸਿਆ, ਗੁਰਮੇ ਨੇ ਸਾਨੂੰ ਉਹ ਦਇਆ ਕਰਕੇ ਕਿੰਨੇ ਵਹਿਮਾਂ ਭਰਮਾਂ ਚੋਂ ਬਾਹਰ ਕੱਢਿਆ। ਬੜੇ ਲੋਕ ਨੇ ਜਿਹੜੇ ਵਹਿਮਾਂ 'ਚ ਫਸੇ ਨੇ। ਹੋਏਗਾ ਕੋਈ ਨਾ ਕੋਈ ਹੋਣਗੀਆਂ ਵੀ ਚੀਜ਼ਾਂ, ਪਰ ਗੁਰਮਾਈ ਮੈਨੂੰ ਯਾਦ ਹੈ, ਮੈਨੂੰ ਆਪਣੇ ਆਪ ਨੂੰ ਯਾਦ ਹੈ, ਇੱਕ ਵਾਰੀ ਗੁਰਮਾਈ ਦੇ ਨਾਲ ਕਿਤੇ ਜਾ ਰਹੇ ਸੀ, ਕੋਈ ਐਸੇ ਰਸਤੇ 'ਚ ਕੋਈ ਚੀਜ਼ ਦੇਖ ਕੇ ਤੇ ਮੇਰੇ ਦਿਮਾਗ 'ਚ ਆਇਆ। ਮੈਂ ਗੁਰਮਾਈ ਨੂੰ ਪੁੱਛਿਆ ਕਿ ਗੁਰੂ ਮਹਾਰਾਜ ਜੀ, ਇਹ ਜਿਹੜੇ ਭੂਤ ਪ੍ਰੇਤ ਹੁੰਦੇ ਨੇ? ਗੁਰਮਾਈ ਕਹਿਣ ਲੱਗੇ ਕਿ ਹਾਂ ਬੇਟੇ,
ਜੋ ਦੁਨੀਆ 'ਚ ਨਾਮ ਹੈਗਾ ਹੈ ਕਿਸੇ ਚੀਜ਼ ਦਾ, ਉਹ ਹੈਗੀ ਹੈ। ਫਿਰ ਗੁਰੂ ਮਹਾਰਾਜ ਨਾਲ ਹੀ ਫਰਮਾ ਦਿੱਤਾ ਕਿ ਗੁਰੂ ਮਹਾਰਾਜ ਜੀ ਦੇ ਬੱਚਿਆਂ ਵਾਸਤੇ ਨਹੀਂ ਹੁੰਦੇ। ਮੈਂ ਕਿਹਾ ਕਿ ਇਹ ਕੀ ਗੱਲ ਹੋਈ, ਨਾਲੇ ਹੁੰਦੇ ਆ ਨਾਲੇ ਗੁਰੂ ਮਹਾਰਾਜ ਬੱਚਿਆਂ ਵਾਸਤੇ ਨਹੀਂ ਹੁੰਦੇ, ਇਹ ਕਿਸ ਤਰ੍ਹਾਂ ਹੋ ਸਕਦਾ। ਲੇਕਿਨ ਸਤਿਗੁਰਾਂ ਦੀ ਦਇਆ ਨਾਲ ਸਮਝ ਲੱਗੀ ਕਿ ਗੁਰੂ ਮਹਾਰਾਜ ਜੀ ਦੇ ਬੱਚੇ ਕੌਣ ਨੇ। ਜਿਹੜੀ ਉਹਨਾਂ ਦੀ ਰਹਿਤ ਮਰਿਆਦਾ 'ਚ ਚੱਲ ਰਹੇ ਨੇ। ਹੁਣ ਕਿਹਾ ਕਿ ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਜਿਹੜੇ ਰਹਿ ਨਹੀਂ ਰਹਿ ਰਹੇ ਨੇ ਉਹ ਸਿੱਖ ਨੇ। ਕੋਈ ਇਹ ਨਹੀਂ ਕਿ ਕਿਸੇ ਤਰ੍ਹਾਂ ਦਾ ਕੋਈ ਬਾਹਰਲੀ ਸੰਬੰਧ ਬਣ ਗਿਆ, ਜਾਂ ਕਿਸੇ ਤਰ੍ਹਾਂ ਕੋਈ ਅਸੀਂ ਬਾਹਰੋਂ ਕੋਈ ਨਾਮਦਾਨ ਲੈ ਲਿਆ, ਮੰਤਰ ਲੈ ਲਿਆ, ਕਿਸੇ ਤਰ੍ਹਾਂ ਕੋਈ ਸੰਬੰਧ ਬਾਹਰਲਾ ਬਣ ਗਿਆ ਤੇ ਅਸੀਂ ਉਹਨਾਂ ਦੇ ਬੱਚੇ ਬਣ ਗਏ। ਹੁਣ ਸਾਫ਼ ਹੀ ਫਰਮਾਤਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਰਹਿਣੀ ਦੇ ਵਿੱਚ ਰਹਿਣਾ। ਤੇ ਗੁਰੂ ਮਹਾਰਾਜ ਨੇ ਫਰਮਾਇਆ ਕਿ ਬਈ ਹਾਂ, ਗੁਰੂ ਮਹਾਰਾਜ ਦੇ ਬੱਚਿਆਂ ਵਾਸਤੇ ਕੋਈ ਚੀਜ਼ ਨਹੀਂ ਹੁੰਦੀ। ਲੇਕਿਨ ਕਈ ਗੁਰੂ ਮਹਾਰਾਜ ਦੇ ਬੱਚੇ ਵੀ ਤਾਂ ਕਰਦੇ ਨੇ, ਗੁਰੂ ਤੇ ਮਾਣ ਨਹੀਂ। ਜੋ ਸੰਸਾਰੀ ਕੰਮ ਨੇ ਉਹ ਪੂਰੇ ਕਰਦੇ ਨੇ, ਕਹਿੰਦੇ ਅਸੀਂ ਇਹੋ ਹੀ ਹਾਂ ਕਿ ਅਸੀਂ ਗੁਰੂ ਮਹਾਰਾਜ ਜੀ ਦੇ ਬੱਚੇ ਹਾਂ। ਕਹਿੰਦੇ ਗੁਰੂ ਮਹਾਰਾਜ ਦੇ ਬੱਚੇ ਹਾਂ, ਵਰਤ ਵੀ ਰੱਖਦੇ ਹਾਂ, ਪੂਜਾ ਪਾਠ ਵੀ ਉਸੇ ਤਰ੍ਹਾਂ ਹੀ, ਜਿਸ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਦਾ ਜੋ ਸਾਨੂੰ ਸੰਸਾਰ 'ਚ ਜਿਸ ਤਰ੍ਹਾਂ ਲੋਕੀ ਕਰਦੇ ਨੇ ਉਸੇ ਤਰੀਕੇ ਨਾਲ ਅਸੀਂ ਕਰਦੇ ਹਾਂ। ਇੱਕ ਕਾਹਦੇ ਨਾਲ ਕਰਦੇ ਹਾਂ? ਇੱਕ ਤੇ ਰੂਟੀਨ 'ਚ ਅਸੀਂ ਕਰਨਾ ਹੈ, ਇੱਕ ਅਸੀਂ ਡਰਦੇ ਹੀ ਕਰੀ ਜਾਂਦੇ ਹਾਂ। ਉਹ ਡਰ ਕਿਹਦਾ ਹੈ? ਕਿਤੇ ਮੇਰਾ ਮਾੜਾ ਨਾ ਹੋ ਜਾਏ, ਕਿਤੇ ਆ ਨਾ ਹੋ ਜਾਵੇ। ਇਹਦੇ ਮਤਲਬ ਕਿ ਸਾਨੂੰ ਆਊਟ ਨਹੀਂ ਹੈ। ਜਿਹੜਾ ਪਿੱਛੇ ਸਤਿਗੁਰਾਂ ਦਾ ਬਚਨ ਆਇਆ ਨਾ ਕਿ ਜਿਹੜੀ ਉਹਨਾਂ ਦੀ ਆਊਟ ਨੇ ਕਿਹਾ ਕਿ ਇੱਕ ਬਾਤ ਸੁਣ ਤਾਂ ਕਿ ਆਊਟਾ ਸਾਧ ਸਿੰਘ ਮਿਟ ਜਾਏ, ਕਿ ਉਹ ਆਊਟ ਜਿਹੜੀ ਹੈ ਸੱਚੀ ਹੋਵੇ। ਫਿਰ ਇੱਕ ਵਾਰੀ ਮੀਰਾ ਬਾਈ ਦਾ ਦੱਸਿਆ ਸੀ ਕਿ ਮੀਰਾ ਬਾਈ ਜੀ ਆਪਣੀ ਉਸ ਮੰਡਲੀ ਦੇ ਨਾਲ ਕਿਤੇ ਗਏ, ਕਿਸੇ ਸ਼ਹਿਰ ਦੇ ਵਿੱਚ ਕਿਤੇ, ਉੱਥੇ ਕੋਈ ਮਾਤਾ ਦਾ ਮੰਦਿਰ ਸੀ। ਜਿਹੜੇ ਨਾਲ ਦੇ ਸੀ ਉਹ ਮਾਤਾ ਨੂੰ ਮੰਨਦੇ ਸੀ, ਤੇ ਮੀਰਾ ਬਾਈ ਜੀ ਵੀ ਉੱਥੇ ਚਲੇ ਗਏ। ਤੇ ਜਿਸ ਤਰ੍ਹਾਂ ਸਾਰੇ ਜਣੇ ਰਸਤੇ 'ਚ ਗੱਲਾਂ ਕਰਦੇ ਜਾਣ, ਇਹ ਮੰਦਿਰ ਬੜਾ ਇਸ ਤਰ੍ਹਾਂ ਦਾ ਹੈ, ਇੱਥੇ ਜਿਹੜਾ ਸੁਖੀ ਉਹੀ ਚੀਜ਼ ਮਿਲ ਜਾਂਦੀ ਹੈ। ਭਾਵਨਾ ਜਿਹੜਾ ਮੱਥਾ ਟੇਕੇ ਉਹਨੂੰ ਕੁਛ ਨਾ ਕੁਛ ਮਾਤਾ ਦੇ ਦਿੰਦੀ ਹੈ। ਸਾਰੇ ਇੱਕ ਦੂਜੇ ਨੂੰ ਕਹਿਣ ਤੂੰ ਵੀ ਮੰਗ ਲਾ, ਤੂੰ ਵੀ ਮੰਗ ਲਾ, ਤੂੰ ਵੀ ਮੰਗ ਲਾ ਕੁਛ, ਤੂੰ ਵੀ ਮੱਥਾ ਟੇਕ ਲਾ। ਹੁਣ ਮੱਥਾ ਥੋੜ੍ਹਾ ਟੇਕ ਰਹੇ ਨੇ ਉਹਦੇ, ਮੱਥਾ ਟੇਕਣਾ ਤਾਂ ਕੁਛ ਹੋਰ ਹੁੰਦਾ ਵਾ ਤੇ ਮੰਗਣਾ ਕੁਝ ਹੋਰ ਹੁੰਦਾ। ਹੁਣ ਜਦੋਂ ਮੀਰਾ ਬਾਈ ਨੂੰ ਕਿਹਾ ਕਿ ਬਈ ਤੂੰ ਵੀ ਇੱਥੇ ਮੱਥਾ ਟੇਕ ਲੈ, ਤੇ ਉਹਨਾਂ ਨੇ ਇਨਕਾਰ ਕਰ ਦਿੱਤਾ। ਦੂਸਰੇ ਸ਼ਰਧਾਲੂ ਕਹਿਣ ਲੱਗੇ ਅਸੀਂ ਤੇ ਤੇਰੇ ਬਾਰੇ ਬੜਾ ਸੁਣਿਆ ਹੈ ਕਿ ਤੂੰ ਗੁਰੂ ਵਾਲੀ ਹੈ, ਤੂੰ ਬੜੀ ਇਸ ਤਰ੍ਹਾਂ ਸਿੱਖ ਹੈ, ਤੇ ਤੂੰ ਨਰਾਦਰ ਕਰਦੀ ਪਈ ਮਾਤਾ ਦਾ। ਉਹ ਕਹਿੰਦੇ ਮੈਂ ਨਰਾਦਰ ਨਹੀਂ ਕਰ ਰਹੀ, ਤੇ ਮੈਨੂੰ ਮੱਥਾ ਟੇਕਣ ਤੋਂ ਕੋਈ ਇਨਕਾਰ ਵੀ ਨਹੀਂ ਹੈਗਾ ਕੋਈ। ਤੁਸੀਂ ਇੱਕ ਵਾਰੀ ਕਹਿ ਰਹੇ ਹੋ ਮੈਂ 10 ਵਾਰੀ ਟੇਕਾਂਗੀ, ਪਰ ਜਿਹੜੀ ਦੂਸਰੀ ਗੱਲ ਤੁਸੀਂ ਕਹਿ ਰਹੇ ਹੋ ਨਾ ਕਿ ਮੱਥਾ ਟੇਕ ਲਾ ਕੁਛ ਮਿਲ ਜਾਏਗਾ, ਕਹਿੰਦੇ ਉਹ ਮੈਨੂੰ ਮਨਜ਼ੂਰ ਨਹੀਂ ਹੈਗੀ। ਮੈਂ ਨਹੀਂ ਕੁਛ ਲੈਣਾ ਇਹਦੇ ਕੋਲੋਂ, ਜੇ ਲੈਣ ਕਰਕੇ ਜੇ ਸੌਦਾ ਕਰਨਾ ਹੈ ਫਿਰ ਨਹੀਂ ਮੈਂ ਕਰਨਾ ਹੈਗਾ। ਇਹ ਆਊਟ ਹੈ ਆਪ ਇੱਕ ਦੇ ਸਹਾਰੇ। ਥਾਂ ਥਾਂ ਤੇ ਸਾਡੇ ਮੱਥੇ ਟੇਕਦੇ ਨੇ, ਥਾਂ ਥਾਂ ਤੇ ਅਸੀਂ ਸਹਾਰੇ ਬਣਾਏ ਨੇ, ਕਿਸ ਤਰ੍ਹਾਂ ਗੱਲ ਬਣੇਗੀ। ਆਮ ਅਸੀਂ ਕਹਾਵਤ ਸੁਣਦੇ ਹਾਂ ਇੱਕ ਬੇੜੀ 'ਚ ਪੈਰ ਰੱਖਣਾ ਹੈ। ਲੋਕਾਂ ਦਾ ਇੱਕ ਜਾਂ ਦੋ ਛੱਡ ਕੇ ਕਈ ਬੇੜੀਆਂ ਬਣਾਈਆਂ ਨੇ, ਕਿਸੇ 'ਚ ਲੱਤਾਂ, ਕਿਸੇ 'ਚ ਪੈਰ, ਕਿਸੇ 'ਚ ਹੱਥ, ਤੇ ਉਹ ਕਿੱਦਾਂ ਬਚਾਅ ਹੋਏਗਾ। ਉਹ ਜਿਹੜੀ ਸਥਿਤੀ ਨਹੀਂ ਬਣੇਗੀ, ਇਹਦੇ ਮਨ 'ਚ ਭੈ ਨਹੀਂ ਖਤਮ ਹੋਣਗੇ, ਡਰ ਬਣਿਆ ਹੀ ਰਹੇਗਾ। ਇੱਕ ਡਰ ਨਿਕਲੇਗਾ ਦੂਜਾ ਡਰ ਆਏਗਾ, ਦੂਜਾ ਡਰ ਨਿਕਲੇਗਾ ਤੀਸਰਾ ਡਰ ਆਏਗਾ, ਡਰ ਇਹਦੇ ਅੰਦਰ ਵਸੇ ਹੀ ਰਹਿਣਗੇ। ਪਰ ਜਦੋਂ ਇਹ ਸਤਿਗੁਰਾਂ ਦੇ ਬਚਨ ਤੇ ਆ ਗਿਆ, ਜਿਹੜਾ ਉਹਨਾਂ ਨੇ ਕਿਹਾ ਕਿ ਸੰਤੀ ਮੰਤ ਦਿਓ ਮੋਹੇ ਨਿਰਭਉ ਗੁਰੂ ਕਾ ਸ਼ਬਦ ਕਮਾਇਆ, ਜਿਹੜਾ ਗੁਰੂ ਨੇ ਸ਼ਬਦ ਦਿੱਤਾ ਉਹਨੂੰ ਕਮਾਉਣਾ ਹੈ, ਰੱਖਣ ਵਾਸਤੇ ਨਹੀਂ ਦਿੱਤਾ। ਜੋ ਬਚਨ ਸਾਨੂੰ ਰੋਜ਼ ਹੁੰਦੇ ਨੇ ਅਸੀਂ ਉਹਨਾਂ ਨੂੰ ਕਮਾਉਣਾ ਹੈ, ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਧਾਰਨ ਕਰਨਾ ਹੈ। ਮੈਂ ਕਈ ਵਾਰੀ ਦੱਸਿਆ ਕੀ ਕਰਾਂਗੇ, ਕੀ ਅਸੀਂ ਉਹਨੇ ਕਿਹਾ ਕਿ ਜਿਸ ਠਾਕੁਰ ਸੇ ਨਾਹੀ ਚਾਰਾ ਤਿਸ ਕੋ ਕਰ ਸਦ ਨਮਸਕਾਰਾ। ਅਸੀਂ ਰੋਈ ਜਾਈਏ, ਅਸੀਂ ਰੁੱਸੀ ਜਾਈਏ, ਅਸੀਂ ਨਾ ਬੁਲਾਈਏ, ਅਸੀਂ ਉਹਦਾ ਭਜਨ ਸਿਮਰਨ ਨਾ ਕਰੀਏ, ਅਸੀਂ ਉਹਨਾਂ ਦੇ ਉਸ ਰਸਤੇ ਤੇ ਨਾ ਚੱਲੀਏ, ਉਹਨਾਂ ਦਾ ਕੀ ਵਿਗੜੇਗਾ। ਲੋੜ ਸਾਨੂੰ ਹੈ, ਅਸੀਂ ਉਸ ਰਸਤੇ ਤੇ ਚੱਲਣਾ ਹੈ। ਗੁਰੂ ਮਹਾਰਾਜ ਫਰਮਾਉਂਦੇ
ਹੁੰਦੇ ਸੀ ਕਿ ਸੰਤ ਆਪਣੇ ਉਹ ਸੁਰਤਾਂ ਵਾਸਤੇ ਹੀ ਆਉਂਦੇ ਨੇ, ਜਿਹੜੇ ਚੋਂ ਨਿਕਲਣਾ ਚਾਹੁੰਦੇ ਨੇ ਉਹਨਾਂ ਨੂੰ ਕੱਢ ਲੈਂਦੇ ਨੇ, ਜਿਹੜੇ ਨਹੀਂ ਨਿਕਲਣਾ ਚਾਹੁੰਦੇ ਉਹਨਾਂ ਨੂੰ ਨਹੀਂ ਕੁਛ ਵੀ। ਇਸ ਕਰਕੇ ਸਤਿਗੁਰਾਂ ਦੇ ਜੋ ਬਚਨ, ਜੋ ਸਾਨੂੰ ਉਹਨਾਂ ਨੇ ਸ਼ਬਦ ਦਿੰਦੇ ਨੇ, ਜੋ ਬਚਨ ਲਗਾਉਂਦੇ ਨੇ, ਉਹ 'ਤੇ ਚੱਲੀਏ। ਅਸੀਂ ਥੋੜ੍ਹਾ ਹੀ ਚੱਲੀਏ, ਚੱਲਣ ਦੀ ਕੋਸ਼ਿਸ਼ ਤਾਂ ਕਰੀਏ। ਜੇ ਦੁਨੀਆ ਵੱਲ ਵੇਖ ਕੇ ਦੁਨੀਆ ਰੋੜੇ ਪਈ, ਅਸੀਂ ਵੀ ਰੋੜੇ ਪੈ ਜਾਂਦੇ ਹਾਂ। ਮੈਂ ਕਈ ਵਾਰੀ ਦੱਸਿਆ ਕਿ ਅਸੀਂ ਇਹ ਪਹਿਲਾਂ ਮਨ ਦਾ ਇੱਕ ਬਣਾਈਏ ਕਿ ਸਾਡਾ ਗੁਰੂ ਹੈ ਕੌਣ ਹੈ। ਪਹਿਲਾਂ ਇੰਨਾ ਪਤਾ ਤਾਂ ਲੱਗ ਜੇ, ਇੰਨਾ ਹੀ ਨਹੀਂ ਸਾਨੂੰ ਪਤਾ ਅਜੇ ਤੱਕ। ਗੁਰੂ ਕਹਿੰਦੇ ਆ, ਪਰ ਚੱਲਣਾ ਤਾਂ ਹੁੰਦਾ ਗੁਰੂ ਦੇ ਦਿਖਾਏ ਰਸਤੇ 'ਤੇ, ਜਿੱਧਰ ਗੁਰੂ ਕਹਿੰਦਾ, ਪਰ ਚੱਲਦੇ ਅਸੀਂ ਹੋਰ ਕਿਸੇ ਰਸਤਿਆਂ 'ਤੇ। ਉੱਥੋਂ ਹੀ ਪਤਾ ਚੱਲ ਜਾਂਦਾ ਕਿ ਅਸੀਂ ਝੂਠੇ ਹਾਂ। ਹਰ ਵੇਲੇ ਸਤਿਗੁਰਾਂ ਦੀ ਮੂਰਤ ਅੰਦਰ ਰੱਖੀ, ਕਿਸੇ ਚੀਜ਼ ਦੀ ਲੋੜ ਹੀ ਨਹੀਂ ਸਾਨੂੰ। ਜਿਹੜਾ ਗੁਰਮੇਂ ਨੇ ਬਚਨ ਫਰਮਾਇਆ ਕਿ ਜਿੰਨਾ ਮਾਣ ਕਰੋਗੇ ਮੈਂ ਓਨਾ ਹੀ ਭਰਾਂਗਾ, ਉਹ ਕਿਹਦੇ ਵਾਸਤੇ ਸੀ? ਜਿਹੜੇ 10 ਪਾਤਸ਼ਾਹਾਂ ਨੇ ਜਿਹੜੇ ਕੋਈ ਵਚਨ, ਜਾਂ 10ਵੇਂ ਪਾਤਸ਼ਾਹ ਨੇ ਜਿਹੜੇ ਵਚਨ ਕੀਤੇ, ਉਹ ਕਿਹਦੇ ਵਾਸਤੇ ਸੀ? ਸਿੱਖ ਵਾਸਤੇ ਸੀ। ਅਗਰ ਕਿ ਜਬ ਤੱਕ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਧਾਰੇ ਵਿਪਰਨ ਕੀ ਰੀਤ, ਤਉ ਨਹੀਂ ਕਰੂੰ ਇਸਕੀ ਪ੍ਰਤੀਤ। ਉਹਨਾਂ ਨੇ ਖਾਲਸਾ ਬਣਾਇਆ, ਪਰ ਖਾਲਸ ਦੇ ਗੁਣ ਵੀ ਦੱਸੇ ਨੇ ਉਹਨਾਂ ਨੇ ਬਾਣੀ ਦੇ ਵਿੱਚ। ਖਾਲਸਾ ਇਹ ਨਹੀਂ ਕਿ ਕੋਈ ਬਾਹਰੋਂ ਕੋਈ ਕਿਸੇ ਤਰ੍ਹਾਂ ਦਾ ਕੋਈ ਕੇਸ ਵਧਾਉਣ ਨਾਲ ਜਾਂ ਕੋਈ ਬਾਹਰ ਦੀ ਵੇਸ਼ਭੂਸ਼ਾ ਨਾਲ ਕੀ ਖਾਲਸਾ ਬਣ ਗਿਆ। ਖਾਲਸਾ ਦੀ ਸਾਰੀ ਪਰਿਭਾਸ਼ਾ ਉਹਨਾਂ ਨੇ ਗੁਰੂ ਗ੍ਰੰਥਾਂ ਦੇ ਵਿੱਚ, ਉਹਨਾਂ ਸਾਰੇ ਉਸ ਬਚਨਾਂ ਦੇ ਵਿੱਚ ਦੱਸੀ ਹੈ ਕਿ ਖਾਲਸਾ ਕਿਹਨੂੰ ਕਹਿੰਦੇ ਨੇ। ਤੇ ਉਹਨੂੰ ਕਿਹਾ ਕਿ ਜਬ ਤੱਕ ਖਾਲਸਾ ਨਹੀਂ ਨਿਆਰਾ, ਨਿਆਰਾ ਕਿੱਦਾਂ ਰਹਿਣਾ ਹੈ? ਨਹਾ ਧੋ ਕੇ, ਬਾਹਰੋਂ ਨਹੀਂ। ਉਹਨਾਂ ਦੀ ਰਹਿਤ ਮਰਿਆਦਾ ਵਿੱਚ ਨਿਆਰੇ ਰਹਿਣਾ। ਜਬ ਤੱਕ ਖਾਲਸਾ ਰਹੇ ਨਿਆਰਾ, ਤਬ ਲਗ ਤੇਜ। ਸ਼ਾਇਦ ਸਾਰੀ ਦੁਨੀਆ ਕਵੇ ਗਿਆ ਗਿਆ ਗਿਆ, ਇਹ ਨਹੀਂ ਜਾਂਦਾ। ਫਿਰ ਜੋ ਮਰਜ਼ੀ ਹੋਵੇ ਬਾਹਰਲੇ, ਜੋ ਮਰਜ਼ੀ ਸੂਰਜ ਚੰਦਰਮਾ ਤਾਰੇ ਜੋ ਮਰਜ਼ੀ ਬਦਲਦੇ ਰਹਿਣ, ਆਪਣੀ ਦਿਸ਼ਾ ਬਦਲਦੇ ਰਹਿਣ, ਇਹਦੀ ਉਹ ਜਿਹੜੀ ਅਵਸਥਾ ਨਹੀਂ ਬਦਲੇਗੀ, ਕਿਉਂਕਿ ਇਹ ਗੁਰੂ ਦੇ ਆਸਰੇ ਹੈ। ਹੁਣ ਕਿਹਾ ਮਾਈ ਸਤ ਸਤ ਸਤ, ਹਰ ਸਤ ਸਤ ਸਾਦਾ, ਬਚਨ ਪੂਰੇ ਜੋ ਗੁਰੂ ਕਹਿਓ ਮੈਂ ਸ਼ੀਕ ਗਾਠੜੀ ਪਾਦਾ। ਕਿਉਂਕਿ ਜੋ ਸਤਿਗੁਰਾਂ ਦੇ ਬਚਨ ਨੇ ਉਹ ਪੱਲੇ ਘੁੱਟ ਕੇ ਬੰਨੇ ਪਏ ਨੇ। ਉਹ ਜੋ ਉਹਨਾਂ ਨੇ ਦੱਸਿਆ ਕਿ ਹਰ ਇੱਕ ਚੀਜ਼, ਸਮੁੰਦਰ, ਸੂਰਜ, ਚੰਦਰਮਾ, ਨਦੀਆਂ, ਪਹਾੜ, ਸਾਰੇ ਉਹਨਾਂ ਨੇ ਕਿਹਾ ਕਿ ਜਿਹੜੇ ਨੇ ਇਹ ਢਹਿ ਜਾਣਗੇ, ਪਰ ਜਿਹੜਾ ਗੁਰੂ ਦਾ ਵਚਨ ਹੈ ਉਹ ਨਹੀਂ ਢਹੇਗਾ। ਪਰ ਇੰਨਾ ਮਾਣ ਸਤਿਗੁਰੂ ਦਇਆ ਕਿਰਪਾ ਕਰਨ, ਜਿਸ ਤਰ੍ਹਾਂ ਪਿੱਛੇ ਵਚਨ ਆਏ ਨੇ ਕਿ ਰਾਖ ਪਿਤਾ ਪ੍ਰਭ ਮੇਰੇ, ਸਤਿਗੁਰੂ ਦਇਆ ਕਰਨ ਫੇਰ ਹੀ ਗੱਲ ਬਣਦੀ ਹੈ। ਪਰ ਸਿੱਖ ਵੀ ਆਪਣੀਆਂ ਚਤਰਾਈਆਂ ਛੱਡ ਕੇ, ਆਪਣੇ ਮਾਣ ਵਡਿਆਈਆਂ ਛੱਡ ਕੇ, ਹੰਕਾਰ ਛੱਡ ਕੇ ਵਚਨ ਕਰੇਗਾ, ਉਹ ਅਰਜ਼ ਕਰੇਗਾ, ਤੇ ਫਿਰ ਹੀ ਸਤਿਗੁਰ ਦਇਆ ਕਰਨਗੇ। ਹਾਂਜੀ। ਸੰਤੀ ਮੰਤ ਦਿਓ ਮੋਹਿ ਨਿਰਭਉ, ਗੁਰ ਕਾ ਸ਼ਬਦ ਕਮਾਇਆ, ਜੀਤ ਲਏ ਓਏ ਮਹਾ ਬੇਖਾਦੀ, ਸਹਿਜ ਸਹੇਲੀ ਪਾਣੀ, ਕਹੋ ਨਾਨਕ ਮਨ ਪਿਆ ਪਰਗਾਸਾ, ਪਾਇਆ ਪਦ ਨਿਰਵਾਣੀ। ਰਾਧਾ ਸੁਮੀ ਜੀ, ਰਾਧਾ ਸੁਮੀ। ਹੁਣ ਜਿਸ ਤਰ੍ਹਾਂ ਸਤਿਗੁਰਾਂ ਦੇ ਬਚਨ ਆਏ ਕਿ ਸੰਤੀ ਮੰਤ ਦਿਓ ਮੋਹਿ ਨਿਰਭਉ, ਗੁਰੂ ਕਾ ਸ਼ਬਦ ਕਮਾਇਆ, ਇਸੇ ਤਰ੍ਹਾਂ ਕਿ ਫਰਮਾਇਆ ਜੀਤ ਲਏ ਓਏ ਮਹਾ ਬਿਖਾਦੀ, ਸਹਿਜ ਸੁਹੇਲੀ ਬਾਣੀ। ਇਹ ਜਿਹੜੇ 5 ਚੋਰ ਸੀ, ਕਹਿੰਦੇ ਜੀਤ ਲਏ ਮੋਏ ਮਹਾ ਵਿਖਾਦੀ, ਜਿਹੜੇ ਮਹਾ ਉਤਪਾਤੀ ਸੀ, ਮਹਾ ਝਗੜਾਲੂ ਸੀ। ਨਾਲ ਮਹਾ ਸ਼ਬਦ ਆ ਰਿਹਾ ਕਿ ਬਹੁਤ ਥੋੜੇ ਨਹੀਂ ਕਿਤੇ। ਇੱਕ ਤੇ ਬੰਦਾ ਕਹਿੰਦੇ ਨੇ ਲੜਾਕਾ ਹੈ, ਕਹਿੰਦੇ ਤਾਂ ਮਹਾ ਲੜਾਕਾ ਹੈ।
ਇਸੇ ਤਰ੍ਹਾਂ ਹੀ ਉਹ ਜਿਹੜੇ ਮਹਾਂ ਵਿਖਾਦੀ ਜਿਹੜੇ ਸਾਨੂੰ ਕਿਤੇ ਚੈਨ ਇੱਕ ਮਿੰਟ ਨਹੀਂ ਲੈਣ ਦਿੰਦੇ, ਉਹ ਸਿੱਖ ਕਹਿ ਰਿਹਾ ਕਿ ਜੀਤ ਲਏ ਮੋਏ, ਜੀਤ ਲਏ ਉਹ ਮਹਾਂ ਵਿਖਾਦੀ ਸਹਿਜ ਸੁਹੇਲੀ ਬਾਣੀ। ਕਾਹਦੇ ਨਾਲ ਜਿੱਤ ਲਏ? ਸਹਿਜ ਦੇ ਮਾਰਗ ਦੇ ਵਿੱਚ ਆਣ ਕੇ ਸਤਿਗੁਰਾਂ ਦੇ ਬਚਨਾਂ ਤੇ ਚੱਲ ਕੇ। ਸਤਿਗੁਰ ਸਾਨੂੰ ਇਹ ਨਹੀਂ ਕਹਿੰਦੇ ਕਿ ਘਰ-ਬਾਰ ਛੱਡ ਦਈਏ। ਕੋਈ ਜਿਸ ਤਰ੍ਹਾਂ ਮੈਨੂੰ ਯਾਦ ਹੈ ਅੱਜ ਵੀ ਕਈ ਬੱਚਿਆਂ ਦੇ ਕਈ ਇਸ ਤਰ੍ਹਾਂ ਦੇ ਮੈਸੇਜ ਮਿਲ ਰਹੇ ਸੀ ਕਿ ਅੱਜ ਮਹਾਰਾਜ ਜੀ ਲੱਗਾ ਹੈ ਗ੍ਰਹਿਣ, ਰੋਟੀ ਖਾਈਏ ਕਿ ਨਾ ਖਾਈਏ, ਨਹਾਉਣਾ ਕਿੰਨੇ ਵਜੇ ਅੱਜ। ਮੈਂ ਉਹਨਾਂ ਦੱਸਿਆ, ਮੈਂ ਗੁਰੂ ਮਹਾਰਾਜ ਦੇ ਦਰਬਾਰ 'ਚ ਤੇ ਚੱਲ ਲਿਆ ਸਭ ਕੁਛ, ਰੋਟੀਆਂ ਵੀ ਖਾ ਰਹੇ ਨੇ ਜਿਹੜੇ ਉੱਠਣ ਅੱਠਣ ਨਾਲ ਵੀ। ਕਈ ਤਾਂ ਕਹਿ ਰਹੇ ਸੀ ਕਿ ਸਵੇਰੇ ਨਹੀਂ ਇੰਨੇ ਵਜੇ ਗ੍ਰਹਿਣ ਲੱਗ ਜਾਣਾ, ਉਸ ਤੋਂ ਪਹਿਲਾਂ ਪਹਿਲਾਂ ਉੱਠ ਕੇ ਇੱਦਾਂ ਕਰਨਾ। ਮੈਂ ਕਿਹਾ ਆਪਣੇ ਡੇਰੇ ਕਈ ਐਸੇ ਹੈਗੇ ਨੇ ਅਜੇ ਤੱਕ ਸੁੱਤੇ ਹੋਣੇ ਆ ਕਈ। ਮੈਂ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਗ੍ਰਹਿਣ ਕੁਛ ਵੀ। ਉਹ ਠੀਕ ਹੈ, ਇੱਕ ਜੋ ਘਟਨਾ ਹੈ ਜਾਂ ਜੋ ਚੀਜ਼ਾਂ ਹੈਗੀਆਂ ਨੇ ਉਹ ਆਪਣੇ ਹਿਸਾਬ ਨਾਲ ਚੱਲ ਰਹੀਆਂ ਨੇ। ਸਾਡੇ ਲਾਇਆ ਗ੍ਰਹਿਣ ਨਹੀਂ ਲੱਗਾ, ਸਾਡੇ ਲਾਇਆ ਲੱਥਿਆਂ ਲੱਥ ਨਹੀਂ ਜਾਣਾ। ਉਹ ਜਿਹੜਾ ਸਤਿਗੁਰ ਜਿਹੜਾ ਸਭ ਕੁਛ ਕਰ ਰਿਹਾ ਹੈ ਉਹਦੇ ਹੱਥ 'ਚ ਜੋ ਕਰ ਰਿਹਾ ਜੇ ਉਹਦੇ ਕੀਤੇ ਸਭ ਕੁਛ ਹੋ ਰਿਹਾ, ਤੇ ਸਾਡਾ ਕੁਝ ਵੱਖਰਾ ਹੋਏਗਾ। ਉਹਦੇ ਸਾਡੇ ਯਤਨ ਜਿਹੜੇ ਨੇ, ਅਸੀਂ ਆਪਣੇ ਮਨ ਦੇ ਆਖੇ ਲੱਗ ਕੇ ਜਾਂ ਕਹੇ ਕਵਾਏ ਸੁਣੇ ਸੁਣਾਏ ਯਤਨ ਨਹੀਂ ਕਰਨੇ। ਜੋ ਗੁਰੂ ਦੇ ਬਚਨ ਨੇ, ਜੋ ਸਤਿਗੁਰਾਂ ਦੇ ਬਚਨ ਨੇ, ਜੋ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ, ਉਹਨਾਂ ਦੇ ਉੱਤੇ ਅਸੀਂ ਚੱਲਣਾ ਹੈ। ਸਾਨੂੰ ਨਹੀਂ ਕਿਸੇ ਚੀਜ਼ ਦੀ ਲੋੜ ਹੈਗੀ ਉਸ ਚੀਜ਼ ਦੀ। ਇਸ ਕਰਕੇ ਉਹਨੇ ਕਿਹਾ ਕਿ ਜੀਤ ਲਏ ਉਹ ਮਹਾਂ ਵਿਖਾਦੀ ਸਹਿਜ ਸੁਹੇਲੀ ਬਾਣੀ। ਸਹਿਜ ਨਾਲ ਹੀ ਸਭ ਕੁਝ ਜਿੱਤ ਲਿਆ। ਕਈ ਗੁਰਮੇ ਦੇ ਬੱਚੇ ਆ ਉਹ ਦੱਸਦੇ ਹੁੰਦੇ ਆ ਕਿ ਪਹਿਲਾਂ ਅਸੀਂ ਬੜੇ ਵਹਿਮ ਕਰਦੇ ਹੁੰਦੇ ਸੀ। ਕੋਈ ਕਹਿੰਦਾ ਸੀ ਇਸ ਦਿਨ ਨਹਾਉਣਾ ਨਹੀਂ, ਇਸ ਦਿਨ ਕੱਪੜੇ ਨਹੀਂ ਧੋਣੇ, ਇਸ ਦਿਨ ਆਹ ਚੀਜ਼ ਨਹੀਂ ਖਾਣੀ, ਉਹ ਨਹੀਂ ਖਾਣੀ। ਛਟਾ ਛੁੱਟ ਗਈਆਂ। ਤੇ ਛੁੱਟ ਕਿੱਦਾਂ ਗਈਆਂ? ਕੋਈ ਬੜਾ ਜ਼ੋਰ ਲਾਇਆ ਉਹਨਾਂ ਨੇ ਕਿ ਜਾਂ ਬੜੀ ਭਗਤੀ ਕੀਤੀ? ਸਹਿਜ ਹੀ ਉਸ ਬਚਨਾਂ ਦੇ ਵਿੱਚ ਆਣ ਕੇ। ਯਾਦ ਹੈ ਜੀ ਇਹਦੇ ਗੌਰਵ ਦੇ ਪਾਪਾ ਉਦੋਂ ਕਹਿਣ ਲੱਗੇ ਫਰੀਦਾਬਾਦ, ਕਹਿੰਦੇ ਮਹਾਰਾਜ ਮੈਨੂੰ ਨਾ ਥੋੜ੍ਹੀ ਜਿਹੀ ਆਦਤ ਹੈ ਕਿ ਬੇਟੇ ਜਦੋਂ ਕਹਿਣ ਲੱਗੇ ਅਖਬਾਰ ਆਉਂਦੀ ਹੈ ਨਾ ਸਭ ਤੋਂ ਪਹਿਲਾਂ ਮੈਂ ਰਾਸ਼ੀ ਵੇਖਦਾ ਕਿ ਰਾਸ਼ੀ ਕੀ ਕਹਿੰਦੀ ਅੱਜ ਦੀ। ਚਲੋ ਹੁੰਦਾ ਕਈ ਵਾਰੀ, ਮੈਂ ਨਹੀਂ ਕਹਿੰਦਾ ਕਿ ਆਪਣਾ ਬਣਾ, ਪਰ ਫਿਰ ਵੀ ਚਲੋ ਕਿਤੇ ਨਾ ਕਿਤੇ ਜਿੰਨਾ ਵੀ ਇਹ ਜੁੜਿਆ ਹੈ ਓਨਾ ਹੀ ਇਹਦਾ ਬਚਾਅ ਹੈ। ਉਹ ਕਹਿਣ ਲੱਗੇ ਕਹਿੰਦੇ ਕਿ ਰਾਸ਼ੀ ਪਹਿਲਾਂ ਵੇਖਦਾ ਹੈ, ਤੇ ਕਹਿੰਦੇ ਕਿ ਜਿਸ ਦਿਨ ਤੇ ਰਾਸ਼ੀ 'ਚ ਲਿਖਿਆ ਹੋਵੇ ਨਾ ਕਿ ਅੱਜ ਬੜਾ ਵੱਡਾ ਫਾਇਦਾ ਹੋਏਗਾ, ਅੱਜ ਮਨ 'ਚ ਉਤਸ਼ਾਹ ਰਹੇਗਾ, ਅੱਜ ਸਾਰੇ ਕਾਰਜ ਤੁਹਾਡੇ ਮਨ ਦੇ ਮੁਤਾਬਕ ਹੋਣਗੇ, ਤੇ ਕਹਿੰਦੇ ਬੜੇ ਖੁਸ਼ ਹੋਈਦਾ ਕਿ ਕਿਆ ਬਾਤ ਹੈ, ਅੱਜ ਰਾਸ਼ੀ ਬੜੀ ਵਧੀਆ। ਤੇ ਕਹਿੰਦੇ ਜਿਸ ਦਿਨ ਕਿਤੇ ਆ ਜਾਣਾ ਅੱਜ ਸਿਤਾਰੇ ਟੇਢੇ ਨੇ ਤੁਹਾਡੇ, ਅੱਜ ਕੋਈ ਨੁਕਸਾਨ ਹੋ ਸਕਦਾ ਹੈ, ਅੱਜ ਕੁਛ ਬਚਾਓ ਕਰੋ, ਤੇ ਕਹਿੰਦੇ ਫਿਰ ਕਹਿੰਦਾ ਲੈ ਗੁਰੂ ਮਹਾਰਾਜ ਜੀ ਸਾਡੇ ਨਾਲ ਨੇ, ਫਿਰ ਰਾਸ਼ੀ ਕੀ ਕਰੇਗੀ। ਉਦੋਂ ਗੁਰੂ ਮਹਾਰਾਜ ਜੀ ਨਾਲ। ਤੇ ਜੇ ਅਸੀਂ ਉਦਾਂ ਹੀ ਗੁਰੂ ਮਹਾਰਾਜ ਜੀ ਨੂੰ ਨਾਲ ਹੀ ਰੱਖੀਏ ਤੇ ਫਿਰ ਕੀ ਲੋੜ ਸਿਤਾਰੇ ਵੇਖਦੇ ਹਨ। ਇਹ ਸਭ ਕੁਛ ਸਾਡੇ ਚ ਹੈ ਨਹੀਂ, ਸਾਡੇ ਕਿਆ ਕੁਛ ਨਹੀਂ ਹੁੰਦਾ, ਬਾਕੀ ਚਲੋ ਫਿਰ ਵੀ ਜਿੰਨਾ ਜਿੰਨਾ ਮਾਣ ਹੈ ਉਹਨਾਂ ਨੇ ਸਾਡੀ ਉਹ ਦਇਆ ਸਤਿਗੁਰਾਂ ਦੀ ਹੁੰਦੀ ਹੈ। ਇਸ ਕਰਕੇ ਜੋ ਸਤਿਗੁਰਾਂ ਦੇ ਬਚਨ ਆ ਰਹੇ ਨੇ ਕਿ ਜੀਤ ਲਏ ਉਹ ਮਹਾਂ ਵਿਖਾਦੀ ਸਹਿਜ ਸੁਹੇਲੀ। ਸਤਿਗੁਰਾਂ ਦੇ ਬਚਨਾਂ ਦੇ ਵਿੱਚ ਸਹਿਜ ਹੀ ਇਹਨਾਂ ਤੇ ਉਹ ਜਿਹੜੀ ਜਿੱਤ ਪ੍ਰਾਪਤ ਹੋ ਜਾਂਦੀ ਹੈ। ਜਿਹੜੇ ਰਿਸ਼ੀ ਮੁਨੀ ਬੜੇ ਬੜੇ ਤਪੀ ਤਪੇਸ਼ਵਰ ਜਿਹੜੇ ਉਹਨਾਂ ਤੋਂ ਨਹੀਂ ਜਿੱਤ ਪ੍ਰਾਪਤ ਕਰ ਸਕੇ, ਤੇ ਅਸੀਂ ਘਬਰਾਈਏ ਨਾ ਉਹਨਾਂ ਚੀਜ਼ਾਂ ਤੋਂ। ਕਈ ਵਾਰੀ ਅਸੀਂ ਘਬਰਾ ਜਾਂਦੇ ਹਾਂ, ਉਹ ਗੱਲ ਨਹੀਂ ਬਣਨੀ। ਬੜੀ ਵਾਰੀ ਉੱਠਣ ਦੀ ਕੋਸ਼ਿਸ਼ ਕੀਤੀ ਫਿਰ ਡਿੱਗ ਪੈਂਦੇ ਹਾਂ, ਬੜੀ ਵਾਰੀ ਕੋਸ਼ਿਸ਼ ਕੀਤੀ ਫਿਰ ਨਹੀਂ ਵਚਨ ਮੰਨਿਆ ਜਾਂਦਾ। ਬਈ ਸਹਿਜ ਦੇ ਵਿੱਚ ਲੱਗੇ ਰਹੀਏ। ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਫਰਮਾਇਆ ਸਹਿਜ ਦੇ ਵਿੱਚ, ਕੋਈ ਜ਼ੋਰ ਲਾ ਕੇ ਨਹੀਂ ਕਿ ਬੜਾ ਅਸੀਂ ਕਿ ਕਿਸੇ ਤਰ੍ਹਾਂ ਸਾਡੇ ਬਲ ਦੇ ਨਾਲ ਕੰਮ ਹੋਣਾ ਹੈ। ਜਦੋਂ ਵੀ ਹੋਣਾ ਸਹਿਜ ਦੇ ਵਿੱਚ ਹੀ ਹੋਣਾ ਹੈ। ਸਹਿਜ ਹੀ ਉਹਨਾਂ ਦੇ ਬਚਨ ਮੰਨਦਿਆਂ, ਕੋਈ ਬਚਨ ਵੀ ਸਹਿਜ ਜਿਹੜੇ, ਕੋਈ ਇਹ ਨਹੀਂ ਕਿ ਜਿਸ ਤਰ੍ਹਾਂ ਕਿਹਾ ਕਿ ਗੁਰੂ ਕੀ ਮੂਰਤ ਮਨ ਮੇ ਧਿਆਨ, ਗੁਰੂ ਕੇ ਸ਼ਬਦ ਮੰਤਰ ਮਨ ਮਾਨ। ਗੁਰੂ ਕੇ ਸ਼ਬਦ ਸਾਰੇ ਹੀ ਮੰਤਰ ਮੰਤਰ ਵਾਂਗੂ ਸਾਰੇ। ਇਹ ਨਹੀਂ ਕਿ ਆਹ ਵਚਨ ਬੜਾ ਵੱਡਾ ਹੈ ਤੇ ਆਹ ਵਚਨ ਛੋਟਾ ਹੈ, ਆਹ ਤੇ ਮੈਨੂੰ ਉੱਥੇ ਫਲਾਣੀ ਜਗ੍ਹਾ ਤੇ ਵੈਸੇ ਹੀ ਕਿਹਾ ਸੀ। ਇਸ ਤਰ੍ਹਾਂ ਜੋ ਵੀ ਵਚਨ ਲੱਗਾ ਹੈ, ਜਿਹੜੀ ਵੀ ਉਹਦੀ ਰਮਜ ਸਮਝੀਏ ਤੇ ਉਹਨੂੰ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ। ਸਾਰੇ ਵਚਨ ਸਾਡੇ ਵਾਸਤੇ। ਹਾਂਜੀ, ਅੱਗੇ ਕੀ ਹੋਇਆ ਉਹਨਾਂ ਨੇ? ਜੀਤ ਲਏ ਓਏ ਮਹਾਂ ਵਿਖਾਦੀ ਸਹਿਜ ਸੁਹੇਲੀ ਬਾਣੀ। ਕਹੋ ਨਾਨਕ ਮਨ ਭਇਆ ਪਰ
ਪਾਇਆ ਪਦ ਨਿਰਵਾਣੀ। ਆਉਂਦੇ ਨੇ ਸਹਿਜ ਦੇ ਵਿੱਚ ਹੀ, ਉਹ ਸਹਿਜ ਦੇ ਵਿੱਚ ਹੀ ਉਹ ਜਿਹੜੀ ਪਦਵੀ ਮਿਲ ਗਈ, ਉਹ ਜਿਹੜਾ ਪਦ ਮਿਲ ਗਿਆ ਕਿ ਕਿਹੜਾ ਨਿਰਵਾਣੀ ਪਦ, ਜਿੱਥੇ ਮੁਕਤੀ ਹੋ ਗਈ। ਉਹ ਕੋਈ ਇਸੇ ਤਰ੍ਹਾਂ ਨਹੀਂ, ਕੋਈ ਮੈਂ ਇਸ ਤਰ੍ਹਾਂ ਪਹਿਲਾਂ ਦੱਸਿਆ ਕਿ ਕੋਈ ਜ਼ੋਰ ਲਾਇਆ ਨਹੀਂ ਕਿਸੇ ਤਰ੍ਹਾਂ, ਕਹਿ ਕਹੋ ਨਾਨਕ ਮਨ ਭਇਆ ਪਰਗਾਸਾ। ਜਦੋਂ ਸਤਿਗੁਰਾਂ ਦੇ ਵਚਨਾਂ ਦੇ ਉੱਤੇ ਚੱਲੇ ਤੇ ਅੰਧਕਾਰ ਮਿਟ ਗਿਆ, ਅੰਦਰ ਪ੍ਰਕਾਸ਼ ਹੋ ਗਿਆ, ਤੇ ਫਿਰ ਉਹ ਜਿਹੜੇ ਸਤਿਗੁਰਾਂ ਨੇ ਵਚਨ ਫਰਮਾਏ ਉਹ ਵੀ ਸਾਹਮਣੇ ਦਿਸਣੇ ਹੋ ਗਏ, ਸ਼ੁਰੂ ਹੋ ਗਏ। ਪਰ ਜੇ ਅੰਧਕਾਰ ਦੇ ਵਿੱਚ ਕੋਈ ਚੀਜ਼ ਸਾਨੂੰ ਕੋਈ ਕਿਸੇ ਵੇਲੇ ਕੋਈ ਪੁੱਛੇ, ਅਸੀਂ ਕਿਸੇ ਨੂੰ ਕਹੀਏ ਕਿ ਫਲਾਣੀ ਚੀਜ਼ ਕਿੱਥੇ ਪਈ ਹੈ, ਉਹ ਕਹਿੰਦਾ ਅੰਦਰ ਪਈ ਹੈ। ਅੰਦਰ ਹਨੇਰਾ ਹੋਵੇ, ਉਹ ਸਾਨੂੰ ਦਿਖਦੀ ਨਹੀਂ, ਅਸੀਂ ਕਹਿੰਦੇ ਸਾਨੂੰ ਲੱਭਦੀ ਨਹੀਂ ਪਈ। ਪਈ ਅੰਦਰ ਹੀ ਹੁੰਦੀ ਹੈ ਚੀਜ਼, ਕਦੇ ਬਾਹਰ ਨਹੀਂ ਹੈਗੀ ਉਹ। ਪਰ ਲੱਭੇਗੀ ਕਦੋਂ? ਜਦੋਂ ਅੰਦਰ ਲਾਈਟ ਜਗੇਗੀ। ਤੇ ਉਹ ਕਿਸ ਤਰ੍ਹਾਂ ਜਗਣੀ ਹੈ? ਸਤਿਗੁਰਾਂ ਦੇ ਬਚਨਾਂ ਤੇ ਚੱਲ ਕੇ ਸਹਿਜ ਦੇ ਵਿੱਚ। ਫਰਮਾਇਆ ਕਿ ਕਹੋ ਨਾਨਕ ਮਨ ਭਇਆ ਪਰਗਾਸਾ, ਪਾਇਆ ਪਦ ਨਿਰਵਾਣੇ। ਤੇ ਸਤਿਗੁਰਾਂ ਦੀ ਦਇਆ ਕਿਰਪਾ ਦੇ ਨਾਲ ਸਹਿਜ ਨਾਲ ਹੀ ਉਹ ਅੰਦਰ ਜਿਹੜਾ ਉਹਨਾਂ ਦੇ ਬਚਨਾਂ ਤੇ ਚੱਲ ਕੇ ਪ੍ਰਕਾਸ਼ ਹੋ ਗਿਆ, ਔਰ ਉਹ ਜਿਹੜਾ ਸੀ ਮੁਕਤੀ ਪਦ ਦੀ ਪ੍ਰਾਪਤੀ ਕਰ ਲਈ। ਹੁਣ ਕੋਈ ਡਰ ਨਹੀਂ ਰਿਹਾ ਅੰਦਰ, ਹੁਣ ਕੋਈ ਭੱਜ ਦੌੜ ਨਹੀਂ ਰਹੀ। ਹੁਣ ਸੁੱਖ ਦੁੱਖ ਜਿਹੜਾ ਵਾ ਕਿਸੇ ਦੇ ਹੱਥ 'ਚ ਨਹੀਂ, ਮੇਰੇ ਸਤਿਗੁਰਾਂ ਦੇ ਹੱਥ 'ਚ ਆ। ਉਹਨਾਂ ਨੇ ਉਹ ਡੋਰ ਮੈਨੂੰ ਦੱਸ ਦਿੱਤੀ ਹੈ ਕਿਸ ਤਰ੍ਹਾਂ। ਹਮੇਸ਼ਾ ਹੀ ਉਹ ਜਿਹੜਾ ਮਨ ਦੇ ਵਿੱਚ ਮੇਰੇ ਪ੍ਰਕਾਸ਼ ਬਣਿਆ ਰਹਿੰਦਾ ਹੈ, ਮੈਨੂੰ ਕਿਸੇ ਚੀਜ਼ ਤੋਂ ਡਰ ਨਹੀਂ ਲੱਗਦਾ। ਕਿਉਂਕਿ ਡਰ ਲੱਗਦਾ ਹੈ, ਛੋਟੇ ਛੋਟੇ ਬੱਚੇ ਤਾਂ ਕਈ ਵੱਡਿਆਂ ਨੂੰ ਵੀ ਜਦੋਂ ਅੰਧੇਰਾ ਹੁੰਦਾ ਬਿਲਕੁਲ ਐਂ ਹੁੰਦਾ ਹੈ ਤੇ ਉਦੋਂ ਡਰ ਲੱਗਦਾ। ਕੋਈ ਛੋਟੀ ਜਿਹੀ ਕੋਈ ਰੱਸੀ ਵੀ ਪਈ ਹੋਵੇ, ਪੈਰ ਨੂੰ ਵੱਜੇ, ਐਂ ਲੱਗਦਾ ਜਿਸ ਤਰ੍ਹਾਂ ਸੱਪ ਆ। ਡਰ ਲੱਗਦਾ ਕਿ ਨਹੀਂ ਕੋਈ ਚੀਜ਼ ਤਾਂ ਆਪਣਾ ਹੀ ਹਨੇਰੇ ਦੇ ਵਿੱਚ ਕੋਈ ਪਿੱਛੋਂ ਆਣ ਕੇ ਆਪਣਾ ਹੀ ਕੋਈ ਹੱਥ ਲਾ ਦੇਵੇ ਤੇ ਬੰਦਾ ਤਬਕੇ ਪੈਂਦਾ ਕਿ ਪਤਾ ਨਹੀਂ ਕੌਣ ਆ ਗਿਆ। ਪਰ ਇਹ ਸਾਰੇ ਚੀਜ਼ਾਂ ਕਾਹਦੇ 'ਚ ਹੁੰਦੀਆਂ? ਹਨੇਰੇ ਦੇ ਵਿੱਚ। ਜਦੋਂ ਪ੍ਰਕਾਸ਼ ਹੋ ਗਿਆ ਤੇ ਫਿਰ ਤੈਨੂੰ ਸਾਹਮਣੇ ਦਿਸਦਾ ਕਿ ਆਹ ਰੱਸੀ ਏ, ਆ ਮੇਰਾ ਭਰਾ ਏ, ਆ ਮੇਰੀ ਭੈਣ ਆ, ਫਲਾਣਾ ਮੇਰਾ ਰਿਸ਼ਤਾ ਹੈ। ਫਿਰ ਜਿਹੜਾ ਮਰਜ਼ੀ ਇਹਦੇ ਕੋਲ ਆਵੇ, ਇਹਨੂੰ ਡਰ ਨਹੀਂ ਲੱਗਦਾ। ਪਰ ਜਦੋਂ ਅੰਧੇਰਾ ਹੁੰਦਾ ਹੈ ਤੇ ਚਾਹੇ ਕਈ ਵਾਰੀ ਸਤਿਗੁਰ ਦਇਆ ਕਰਨ ਵਾਸਤੇ ਹੀ ਇਹਦੇ ਕੋਲ ਕੋਈ ਇਹਨੂੰ ਭੇਜਦੇ ਨੇ, ਇਹ ਡਰਦਾ ਹੈ ਉਤੋਂ। ਕਿਉਂਕਿ ਫਿਰ ਅੰਧੇਰਾ ਹੁੰਦਾ, ਇਹਨੂੰ ਉਹ ਨਜ਼ਰ ਨਹੀਂ ਆਉਂਦੇ, ਗੁਰੂਆਂ ਦਾ ਬਚਨ ਤੇ ਕੋਈ ਯਾਦ ਨਹੀਂ, ਨਾ ਉਹਨੂੰ ਕਦੀ ਕਮਾਇਆ ਨਾ ਚੱਲਿਆ। ਇਸ ਕਰਕੇ ਹਮੇਸ਼ਾ ਸਤਿਗੁਰਾਂ ਦੇ ਵਚਨਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ। ਹਾਂ, ਨਹੀਂ ਕਿਸੇ ਵੇਲੇ ਕੋਈ ਚੀਜ਼ ਐਸੀ ਹੋ ਜਾਂਦੀ ਹੈ ਗਲਤੀ, ਤੇ ਕੋਈ ਇਹ ਨਹੀਂ ਕਿ ਸਤਿਗੁਰ ਸਾਨੂੰ ਉਹਨੂੰ ਫੜ ਕੇ ਬੈਠ ਜਾਂਦੇ ਨੇ। ਠੀਕ ਹੈ, ਦਇਆ ਕਰਦੇ ਨੇ, ਉਹ ਬਖਸ਼ਣਹਾਰ ਨੇ, ਮਿਹਰਬਾਨ ਨੇ, ਮਾਫ਼ ਕਰਦੇ ਨੇ। ਪਰ ਫਿਰ ਵੀ ਆਪਣੇ ਮਨ ਦਾ ਢੀਠਪੁਣਾ ਸਾਨੂੰ ਛੱਡਣਾ ਚਾਹੀਦਾ ਹੈ। ਇਹ ਨਹੀਂ ਕਿ ਆਪਾਂ ਢੀਠ ਹੀ ਬਣੇ ਰਹੀਏ ਕਿ ਚਲੋ ਉਹ ਕਿਹੜਾ ਕੋਈ ਨੋਟਿਸ ਲੈਂਦੇ ਨੇ, ਉਹ ਕਿਹੜਾ ਕੁਛ ਕਹਿੰਦੇ ਨੇ, ਹਰ ਵਾਰੀ ਇੱਦਾਂ ਹੁੰਦਾ ਹੈ। ਪਰ ਉਹਨਾਂ ਦਾ ਕੁਛ ਨਹੀਂ ਜਾਣਾ, ਨੁਕਸਾਨ ਸਾਡਾ ਹੁੰਦਾ ਹੈ, ਸਾਡਾ ਟਾਈਮ ਖਰਾਬ ਹੁੰਦਾ ਹੈ। ਇਸ ਲਈ ਹਮੇਸ਼ਾ ਹੀ ਉਹਨਾਂ ਦੇ ਵਚਨ ਤੇ ਚੱਲਣ ਦੀ ਕੋਸ਼ਿਸ਼ ਕਰਦੇ ਰਹੀਏ। ਮੰਨਣ ਦੀ ਕੋਸ਼ਿਸ਼ ਕਰੀਏ, ਮੰਨਣ ਦਾ ਯਤਨ ਕਰੀਏ, ਮਨਾਉਣ ਦਾ ਯਤਨ ਨਾ ਕਰਦੇ ਰਹੀਏ। ਰਾਧਾ ਸੁਆਮੀ ਜੀ, ਰਾਧਾ ਸੁਆਮੀ।